ਫੇਸਬੁੱਕ ਚਰਚਾ ਤੇ ਜੁੜੇ ਸਾਰੇ ਹੀ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਆਪਣੀ ਫੇਸਬੁੱਕ ਚਰਚਾ ਦਾ ਵਿਸ਼ਾ ਰਹੇਗਾ ਜੋ ਭਾਰਤ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਉਸ ਤੇ ਆਪਾਂ ਗੱਲਬਾਤ ਕਰਾਂਗੇ। ਅੱਜ ਦੀ ਜਿਹੜੀ ਫੇਸਬੁੱਕ ਚਰਚਾ ਹੈਗੀ ਹੈ, ਇਸ ਚਰਚਾ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਆਪਣਾ ਅੰਦੋਲਨ ਕਿੱਥੋਂ ਸ਼ੁਰੂ ਹੋਇਆ ਸੀ ਤੇ ਕਿੱਥੇ ਤੱਕ ਅਸੀਂ ਪਹੁੰਚੇ ਹਾਂ। ਸੋ ਸਾਡੀ ਇਸ ਚਰਚਾ ਦੇ ਵਿੱਚ ਅੱਜ ਸ਼ਾਮਲ ਹੋਏ ਆ ਸਾਡੇ ਮਾਣਯੋਗ ਮੈਂਬਰ ਆਫ ਪਾਰਲੀਮੈਂਟ ਸਰੀ ਨਿਊਟਨ ਤੋਂ ਸੁਖ ਧਾਲੀਵਾਲ ਜੀ। ਸਾਡੇ ਨਾਲ ਸ਼ਾਮਲ ਹੈਗੇ ਆ ਅਮਰਵੀਰ ਜੀ ਸੈਕਰਾਮੈਂਟੋ ਤੋਂ, ਜਿਨ੍ਹਾਂ ਦਾ ਇਹ ਉਪਰਾਲਾ ਹੈਗਾ ਫੇਸਬੁੱਕ ਲਾਈਵ, ਤੇ ਨਾਲ ਹੀ ਸਾਡੇ ਨਾਲ ਰਮਨਪਾਲ ਜੀ ਕੈਲੀਫੋਰਨੀਆ ਤੋਂ ਜੁੜੇ ਹੋਏ ਆ। ਸੋ ਅੱਜ ਦੀ ਚਰਚਾ ਦਾ ਜਿਹੜਾ ਆਪਣਾ ਵਿਸ਼ਾ ਹੈਗਾ ਕਿਸਾਨੀ ਅੰਦੋਲਨ, ਜੇ ਆਪਾਂ ਪੁਰਾਣੀ ਪਿਛਲੀ ਝਾਤ ਮਾਰੀਏ ਥੋੜੀ ਜੀ, ਤਾਂ ਪਹਿਲਾਂ ਤਾਂ ਸਾਨੂੰ 1947 ਦੇ ਵਿੱਚ ਜਿਵੇਂ ਵੰਡਿਆ ਗਿਆ, ਜਿਹੜੇ ਚਲਾਕ ਕੁਝ ਲੋਕ ਸੀਗੇ ਉਹਨਾਂ ਦੁਆਰਾ। ਫਿਰ ਸਾਡੇ ਤੇ ਇੱਕ ਹੋਰ ਹਮਲਾ ਕੀਤਾ ਗਿਆ ਜਦੋਂ ਹਰਿਆਣਾ ਨੂੰ ਸਾਡੇ ਵਿੱਚੋਂ ਅਲੱਗ ਕੀਤਾ ਗਿਆ। ਫਿਰ ਇੱਕ ਹੋਰ ਹਮਲਾ ਸਾਡੇ ਤੇ ਕੀਤਾ ਗਿਆ ਜਦੋਂ ਹਿਮਾਚਲ ਵੀ ਅਲੱਗ ਹੋ ਗਿਆ ਸਾਡੇ ਤੋਂ। ਫਿਰ ਇੱਕ ਹਰੀ ਕ੍ਰਾਂਤੀ ਦੇ ਨਾਮ ਤੇ ਸਾਡੇ ਤੇ ਇੱਕ ਹੋਰ ਹਮਲਾ ਕੀਤਾ। ਮੈਂ ਇੱਕ ਬਜ਼ੁਰਗ ਦੀ ਇੰਟਰਵਿਊ ਸੁਣਦਾ ਸੀ ਕੁਝ ਦਿਨ ਪਹਿਲਾਂ, ਤਾਂ ਉਹ ਬਜ਼ੁਰਗ ਕਹਿ ਰਹੇ ਸੀ ਕਿ 70-80 ਸਾਲ ਦੇ ਬਜ਼ੁਰਗ ਸੀ, ਤਾਂ ਉਹ ਆਪਣੀ ਇੰਟਰਵਿਊ ਦੇ ਵਿੱਚ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਜਦੋਂ ਹਰੀ ਕ੍ਰਾਂਤੀ ਦੇ ਨਾਮ ਤੇ ਪੰਜਾਬ ਦੇ ਵਿੱਚ ਪੈਸਟੀਸਾਈਡ ਤੇ ਜਿਹੜੀਆਂ ਖਾਦਾਂ ਦਾ ਇੰਟਰੋਡਿਊਸ ਕੀਤੀਆਂ ਗਈਆਂ, ਤਾਂ ਉਹਨਾਂ ਨੇ ਦੱਸਿਆ ਕਿ ਉਸ ਵੇਲੇ ਕਿੱਦਾਂ ਕਿਸਾਨਾਂ ਨੂੰ ਫ੍ਰੀ 'ਚ ਬਿਜਲੀ ਦੇ ਰਹੇ ਸੀ, ਟਿਊਬਵੈੱਲ ਦੇ ਰਹੇ ਸੀ, ਤੇ ਜਿਹੜੀਆਂ ਖਾਦਾਂ ਜਾਂ ਦਵਾਈਆਂ ਸੀਗੀਆਂ ਫ੍ਰੀ ਦੇ ਵਿੱਚ ਕਿਸਾਨਾਂ ਦੇ ਘਰਾਂ ਦੇ ਵਿੱਚ ਸੁੱਟੀਆਂ ਜਾ ਰਹੀਆਂ ਸੀ। ਉਹ ਆਦਤ ਅਸੀਂ ਪਾ ਲਈ, ਫਸਲ ਦੀ ਪੈਦਾਵਾਰ ਵਧੀ, ਜਿਹੜਾ ਭਾਰਤ ਆਪਣਾ ਭੁੱਖਮਰੀ ਦੇ ਵਿੱਚੋਂ ਲੰਘ ਰਿਹਾ ਸੀ, ਤਾਂ ਆਪਾਂ ਸਾਰਿਆਂ ਦਾ ਪੇਟ ਭਰਿਆ ਉੱਥੇ। ਤਾਂ ਹੁਣ ਜੇ ਆਪਾਂ ਦੇਖੀਏ ਤਾਂ ਸਰਕਾਰ ਨੇ ਦੁਬਾਰਾ ਫਿਰ ਸਾਡੇ ਤੇ ਹਮਲਾ ਕੀਤਾ ਆ, ਸਾਡੀ ਹੋਂਦ ਤੇ ਹਮਲਾ ਕੀਤਾ ਆ। ਪਹਿਲਾਂ ਸਾਡੀ ਭਾਸ਼ਾ ਤੇ ਅਟੈਕ ਕੀਤਾ ਗਿਆ, ਹੁਣ ਸਾਡੀ ਜ਼ਮੀਨ ਤੇ ਅਟੈਕ ਕਰ ਰਹੇ ਆ। ਪਾਣੀ ਤਾਂ ਅਸੀਂ ਪਹਿਲਾਂ ਵੀ ਜਿਵੇਂ ਆਪਾਂ ਦੇਖਦੇ ਹਾਂ ਕਿ ਬਹੁਤ ਸਾਰਾ ਲੂਜ਼ ਕਰ ਦਿੱਤਾ, ਖੋਹ ਦਿੱਤਾ ਪਾਣੀ। ਆਪਾਂ ਧਰਤੀ ਦਾ ਪਾਣੀ ਕੱਢ ਕੇ ਧਰਤੀ ਵੀ ਖਾਲੀ ਕਰ ਦਿੱਤੀ। ਨਾ ਹੀ ਸਾਨੂੰ ਕੋਈ ਸਮਝਾਉਣ ਵਾਲਾ ਸੀ, ਨਾ ਹੀ ਕੋਈ ਨੀਤੀਆਂ ਬਣਾਉਣ ਵਾਲਾ ਸੀਗਾ ਉੱਥੇ। ਤਾਂ ਹੁਣ ਜਿਹੜਾ ਹਮਲਾ ਹੋਇਆ, ਜਿਹੜੇ ਕਾਨੂੰਨ ਆਏ ਆ, ਇਹ ਕਾਨੂੰਨਾਂ ਦੇ ਨਾਲ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਨਵੀਂ ਚੀਜ਼ ਪੈਦਾ ਹੋਈ ਹੈ। ਨਵੀਂ ਚੀਜ਼ ਕੀ ਪੈਦਾ ਹੋਈ? ਲੋਕਾਂ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਸੀ ਉਹ ਵਾਪਸ ਆ ਗਈ ਹੈ। ਸੋ ਆਪਾਂ ਸ਼ੁਰੂਆਤ ਕਰਦੇ ਹਾਂ। ਸੁਖ ਧਾਲੀਵਾਲ ਜੀ, ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਅੱਜ ਜੁੜੇ ਹੋ ਇੱਥੇ। ਸੋ ਪਹਿਲਾ ਸਵਾਲ ਵੀਰ ਜੀ ਤੁਹਾਨੂੰ ਇਹ ਹੈ ਕਿ ਤੁਸੀਂ ਵੀ ਪੰਜਾਬ ਤੋਂ ਬਿਲੋਂਗ ਕਰਦੇ ਹੋ, ਤੁਹਾਡਾ ਵੀ ਪਿਛੋਕੜ ਖੇਤੀ ਤੋਂ ਹੈ, ਕਿਸਾਨੀ ਤੋਂ ਹੈਗਾ। ਤੁਸੀਂ ਥੋੜਾ ਜਿਹਾ ਆਪਣੇ ਪਿਛੋਕੜ ਬਾਰੇ ਦੱਸੋ, ਤੇ ਫਿਰ ਤੁਸੀਂ ਦੱਸੋ ਕਿ ਕੀ ਤੁਸੀਂ ਏਦਾਂ ਦੀ ਕਦੇ ਮੂਵਮੈਂਟ ਦੇਖੀ ਹੈ, ਤੇ ਤੁਹਾਡੇ ਇਸ ਜਿਹੜੀ ਮੂਵਮੈਂਟ ਕਿਸਾਨ ਦੀ ਹੈਗੀ ਹੈ, ਜਿਹੜਾ ਆਪਾਂ ਦਿੱਲੀ ਦੇ ਵਿੱਚ ਇੰਨਾ ਵੱਡਾ ਇਕੱਠ ਕੀਤਾ, ਤੇ ਤੁਹਾਡੇ ਇਹਦੇ ਬਾਰੇ ਵਿਚਾਰ ਕੀ ਹੈਗੇ ਆ? ਧੰਨਵਾਦ ਬਰਿੰਦਰ ਜੀ, ਤੁਹਾਡਾ ਅਮਰਜੀਤ ਐਂਡ ਆਫ ਕੋਰਸ ਰਮਨਪਾਲ ਜੀ, ਤੁਹਾਡਾ ਤੁਸੀਂ ਜੁਆਇਨ ਕੀਤਾ ਐਂਡ ਲੁਕਿੰਗ ਫਾਰਵਰਡ ਹੈਵਿੰਗ ਡਿਸਕਸ਼ਨ ਵਿਦ ਯੂ ਐਜ਼ ਵੈਲ, ਤੇ ਬਲਜਿੰਦਰ ਉਹਨਾਂ ਦਾ। ਤੁਸੀਂ ਪਹਿਲਾਂ ਗਿਆ ਨਾ ਬਰਿੰਦਰ ਜੀ ਵੀ ਇਹੋ ਜੀ ਜਿਹੜੀ ਕਦੇ ਮੂਵਮੈਂਟ ਦੇਖੀ ਆ, ਮੈਂ ਨਹੀਂ ਅੱਜ ਤਾਈਂ ਕਦੇ ਮੂਵਮੈਂਟ ਇਹੋ ਜਿਹੀ ਦੇਖੀ ਜਿਹਦੇ ਵਿੱਚ ਤੁਸੀਂ ਇੱਕ ਬਹੁਤ ਸ਼ਬਦ ਯੂਜ਼ ਕੀਤਾ, ਭਾਈਚਾਰਕ ਸਾਂਝ, ਜਿਹੜੀ ਇਹਦੇ ਵਿੱਚੋਂ ਅਸਲੀਅਤ ਤੌਰ ਤੇ ਜਿਹੜੀ ਆਈ ਆ। ਚਾਹੇ ਇੱਥੇ ਪ੍ਰਵੋਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਐਕਸਪਲੋਇਟੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਾਂ ਮੈਨੂਪਲੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਇਹ ਕੋਈ ਖਾਲਿਸਤਾਨੀ ਮਸਲਾ ਹੈ ਜੀ ਜਾਂ ਹੋਰ ਆ। ਇਹ ਇੱਕ ਚੰਗਾ ਹੋਇਆ ਕਿ ਮੈਂ ਕਹਿੰਦਾ ਵੀ ਇਹਦੇ ਵਿੱਚੋਂ ਇੱਕ ਬਹੁਤ ਵਧੀਆ ਚੀਜ਼ ਜਿਹੜੀ ਉੱਭਰ ਕੇ ਆਈ ਆ, ਉਹ ਇਹ ਚੀਜ਼ ਆਈ ਕਿ ਜਿਹੜੀ ਹੈ ਭਾਈਚਾਰਕ ਸਾਂਝ, ਜਿਹਦੇ ਵਿੱਚ ਅਸੀਂ ਆਪਣੀ ਜਾਤ ਪਾਤ ਤੋਂ, ਜੈਂਡਰ ਤੋਂ, ਆਪਣੇ ਧਰਮ ਤੋਂ ਉੱਚਾ ਉੱਠ ਕੇ ਜਿਹੜਾ ਹੈਗਾ ਉਹ ਕਿਸਾਨੀ ਲਈ, ਇੱਕ ਮੁੱਦੇ ਲਈ ਉਹ ਲੋਕ ਜਿਹੜੇ ਨੇ ਉਹ ਲੜ ਰਹੇ ਨੇ। ਤੁਸੀਂ ਮੇਰੀ ਪਿਛੋਕੜ ਪੁੱਛਿਆ, ਮੈਨੂੰ ਲੱਗਦਾ ਕਿ ਵੀ ਮੇਰੇ ਗ੍ਰੇਟ ਗ੍ਰੈਂਡਫਾਦਰ ਜ਼ਰੂਰ ਕਿਸਾਨੀ ਕਰਦੇ ਹੋਣਗੇ, ਪਰ ਜ਼ਮੀਨ ਹਜੇ ਤਾਈਂ ਨਹੀਂ ਵੇਚੀ। ਮਾਈ ਮਾਮ ਸਟਿਲ ਓਨਸ ਲੈਂਡ ਇਨ ਇੰਡੀਆ। ਹਜੇ ਵੀ ਉਹਨਾਂ ਦਾ ਜਿਹੜਾ ਅਸੀਂ ਜਿਹੜੀ ਹੈਗੀ ਐਗਰੀਕਲਚਰ ਲੈਂਡ ਜਿਹੜੀ ਆ ਉਹ ਓਨ ਕਰਦੇ ਆ, ਚਾਹੇ ਅਰਾਊਂਡ ਅਸ ਇੰਡਸਟਰੀਅਲ ਏਰੀਆ ਹੈਗਾ ਸਾਰਾ। ਤੇ ਮੈਂ ਉੱਥੋਂ ਹਿੰਦੁਸਤਾਨ 'ਚ ਹੀ ਮੇਰਾ ਜਨਮ ਹੋਇਆ, ਲੁਧਿਆਣੇ ਜ਼ਿਲ੍ਹੇ 'ਚ, ਪਾਲਣਾ ਪੋਸ਼ਣਾ ਹੁਸ਼ਿਆਰਪੁਰ ਜ਼ਿਲ੍ਹੇ 'ਚ ਹੋਈ। ਮੈਂ DAV ਕਾਲਜ ਜਲੰਧਰ, ਅੰਮ੍ਰਿਤਸਰ ਖਾਲਸਾ ਕਾਲਜ, ਤੇ ਫਿਰ ਉਸ ਤੋਂ ਬਾਅਦ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣੇ ਤੋਂ ਮੈਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਜਿਹੜਾ ਸੀ ਕੈਨੇਡਾ 'ਚ ਆਇਆ। ਇੱਥੇ ਆ ਕੇ ਮੈਂ ਯੂਨੀਵਰਸਿਟੀ 'ਚ ਆਪਣੀ ਜਿਹੜੀ ਸੀਗੀ ਸੈਕੰਡ ਥਰਡ ਹੋਰ ਡਿਗਰੀ ਜਿਹੜੀਆਂ ਸੀਗੀਆਂ ਉਹ ਕੀਤੀਆਂ ਡਿਫਰੈਂਟ ਇੰਜੀਨੀਅਰਿੰਗ ਫੀਲਡ ਦੇ ਵਿੱਚ। ਤੇ ਮੈਂ ਆਪਣੀ ਓਨ ਜਿਹੜੀ ਮੇਰੀ ਆ ਉਹ BC ਲੈਂਡ ਸਰਵੇਅਰ ਵੀ ਹਾਂ, ਔਰ ਮੈਂ
ਪ੍ਰੋਫੈਸ਼ਨਲ ਇੰਜੀਨੀਅਰ ਵੀ ਹਾਂ ਤੇ ਛੋਟੀ ਜਿਹੜੀ ਆ ਉਹ ਫਰਮ ਚੱਲਦੀ ਹੈਗੀ। ਮੈਨੂੰ ਯਾਦ ਆ ਕਿ 1990 ਦੇ ਵਿੱਚ ਮੈਨੂੰ ਮੌਕਾ ਮਿਲਿਆ ਸੀਗਾ, ਮੈਂ ਇੰਟਰਵਿਊ ਦੇਣ ਵਾਸਤੇ ਆਇਆ ਸੀ ਕੈਲਟਰਾਨ ਲਈ। ਉਦੋਂ ਅਮਰਜੀਤ ਉਹਨਾਂ ਦੇ ਪਿੰਡ ਸੈਕਰਾਮੈਂਟੋ ਉਹਨਾਂ ਦਾ ਹੈੱਡ ਆਫਿਸ ਸੀਗਾ, ਪਰ ਮੇਰੇ ਸੰਯੋਗ 'ਚ ਨਹੀਂ ਸੀ, ਇਹ ਸੰਯੋਗ ਇੱਥੇ ਲਿਖੇ ਸੀ। ਇੱਥੇ ਫਿਰ ਲੋਕਾਂ ਨੇ, ਤੁਹਾਨੂੰ ਪਤਾ ਹੀ ਹੈਗਾ ਕਿ ਹੁਣ ਮੈਨੂੰ ਚੌਥੀ ਵਾਰ ਆਪਣਾ ਮੈਂਬਰ ਆਫ ਪਾਰਲੀਮੈਂਟ ਸਰੀ ਨਿਊਟਨ ਤੋਂ ਜਿਹੜਾ ਉਹ ਚੁਣ ਕੇ ਭੇਜਿਆ ਤੇ ਮੈਂ ਇੱਥੇ ਆਪਣੀ ਖੁਸ਼ੀ ਦੇ ਨਾਲ ਜਿਹੜਾ ਹੈ ਐਜ਼ ਏ ਕੈਨੇਡੀਅਨ ਸਿਟੀਜ਼ਨ, ਐਜ਼ ਏ ਕੈਨੇਡੀਅਨ ਮੈਂਬਰ ਆਫ ਪਾਰਲੀਮੈਂਟ ਬੜਾ ਪ੍ਰਾਊਡਲੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰ ਰਿਹਾ। ਜੀ, ਤੁਸੀਂ ਜਿਹੜਾ ਆਪਣਾ ਇਹ ਅੰਦੋਲਨ ਸ਼ੁਰੂ ਹੋਇਆ, ਪਹਿਲਾਂ ਤਾਂ ਆਪਾਂ ਛੋਟੇ ਲੈਵਲ ਤੇ ਪਿੰਡਾਂ ਤੋਂ ਸ਼ੁਰੂ ਕੀਤਾ, ਜ਼ਿਲ੍ਹਿਆਂ ਤੇ ਕੀਤਾ, ਫਿਰ ਆਪਾਂ ਸਟੇਟ ਲੈਵਲ ਤੇ ਕੀਤਾ ਤੇ ਹੁਣ ਆਪਾਂ ਦਿੱਲੀ ਲੈਵਲ ਤੇ ਪਹੁੰਚ ਗਏ। ਤਾਂ ਤੁਸੀਂ ਇਸ ਅੰਦੋਲਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤੁਹਾਨੂੰ ਕੀ ਲੱਗਦਾ ਹੈ ਕਿ ਅੰਦੋਲਨ ਦੀ ਜਿਹੜੀ ਪ੍ਰੋਗਰੈਸ ਹੈ ਕਿਸ ਤਰ੍ਹਾਂ ਚੱਲ ਰਹੀ ਹੈ, ਤੇ ਕੀ ਅਸੀਂ ਜੋ ਅਚੀਵ ਕਰਨਾ ਚਾਹ ਰਹੇ ਹਾਂ, ਕੀ ਅਸੀਂ ਉਸ ਰਸਤੇ ਤੇ ਠੀਕ ਠਾਕ ਚੱਲ ਰਹੇ ਹਾਂ? ਦੇਖੋ, ਇੱਕ ਜਿਹੜੀ ਚੀਜ਼ ਆ ਬਰਿੰਦਰ ਜੀ, ਆਲਰੇਡੀ ਜਿਹੜੀ ਆ ਉਹ ਇੱਕ ਚੀਜ਼ ਜਿਹੜੀ ਆ ਉਹ ਇੱਕ ਚੀਜ਼ ਤਾਂ ਅਚੀਵ ਆਲਰੇਡੀ ਹੋ ਗਈ ਆ, ਕਿਉਂਕਿ ਮੈਂ ਹੁਣ ਕੰਪੇਅਰ ਕਰਦਾ ਹੈਗਾ ਵੀ 1984 ਦੇ ਵਿੱਚ ਇੱਕ ਜੈਨੋਸਾਈਡ ਜਿਹੜਾ ਸੀਗਾ ਉਹ ਹੋਇਆ, ਉਹਦੇ ਮੁਕਾਬਲੇ 'ਚ ਅੱਜ ਜਦੋਂ ਦੇਖਿਆ ਕਿ ਸੋਸ਼ਲ ਮੀਡੀਆ ਇੰਨਾ ਸਟਰੋਂਗ ਹੋ ਚੁੱਕਿਆ ਔਰ ਉਹਦੇ ਵਿੱਚ ਕੀ ਹੈਗਾ ਕਿ ਜਿਹੜੀ ਹਿਊਮਨ ਰਾਈਟਸ ਦੀ ਉਲੰਘਣਾ ਜਿਹੜੀ ਸੀਗੀ ਉਹ ਉੱਥੇ ਹਿੰਦੁਸਤਾਨ ਦੇ ਵਿੱਚ ਕਿਸਾਨਾਂ ਤੇ ਹੋਈ, ਚਾਹੇ ਉਹ ਵਾਟਰ ਕੈਨਨ ਸੀ, ਚਾਹੇ ਉਹਨਾਂ ਦੇ ਤਸ਼ੱਦਦ ਕੁੱਟਮਾਰ ਕੀਤੀ ਗਈ ਉਹਨਾਂ ਦੀ, ਚਾਹੇ ਅਥਰੂ ਗੈਸ ਛੱਡੀ ਗਈ। ਜਦੋਂ ਉਹ ਚੀਜ਼ ਨੂੰ ਦੇਖਦੇ ਹੈਗੇ ਆ, ਉਸ ਚੀਜ਼ ਨੇ ਜਿਹੜਾ ਤੁਸੀਂ ਪਿੰਡ ਲੈਵਲ ਤੋਂ ਦਿੱਲੀ ਲੈਵਲ ਦੀ ਗੱਲ ਕਰਦੇ ਹੈਗੇ ਆ, ਉਸ ਅੰਦੋਲਨ ਨੂੰ ਅੱਜ ਦੁਨੀਆ ਲੈਵਲ ਦੇ ਉੱਤੇ ਜਿਹੜਾ ਉਹ ਲੈ ਕੇ ਖੜਾ ਕਰ ਦਿੱਤਾ। ਔਰ ਇਹਦੇ ਨਾਲ ਇੱਕ ਬਹੁਤ ਵੱਡੀ ਜਿਹੜੀ ਆ ਅਚੀਵਮੈਂਟ ਕੀਤੀ ਆ, ਜਿਹੜੀ ਇੱਕ ਅਵੇਅਰਨੈਸ ਹੈਗੀ ਆ, ਔਰ ਇੱਕ ਜਿਹਨੂੰ ਕਹਿੰਦੇ ਨਹੀਂ ਵੀ ਬ੍ਰਿੰਗਿੰਗ ਕਮਿਊਨਿਟੀਜ਼ ਟੂਗੈਦਰ, ਜਿਹਨੂੰ ਕਹਿੰਦੇ ਆ ਇੱਕ ਆਪਾਂ ਇਕੱਠੀਆਂ ਲੈ ਕੇ ਆਉਂਦੀਆਂ, ਉਹ ਇਹਦੇ ਵਿੱਚੋਂ ਜਿਹੜੀ ਉੱਭਰ ਕੇ ਆਈ ਹੈ, ਮੈਂ ਕਹਿੰਦਾ ਇੱਕ ਬਹੁਤ ਵੱਡੀ ਜਿਹੜੀ ਆ ਉਹ ਅਚੀਵਮੈਂਟ ਹੈਗੀ ਆ। ਇਹ ਸਿਰਫ ਤੇ ਸਿਰਫ ਸਿਹਰਾ ਜਿਹੜਾ ਜਾਂਦਾ ਉਹ ਕਿਸਾਨਾਂ ਨੂੰ ਜਾਂਦਾ, ਜਿਨ੍ਹਾਂ ਨੇ ਜਿਹੜਾ ਵਾ, ਚਾਹੇ ਇਹ ਪੰਜਾਬ ਦੇ ਕਿਸਾਨਾਂ ਨੇ ਲੀਡਰਸ਼ਿਪ ਰੋਲ ਲਿਆ, ਉਸ ਤੋਂ ਬਾਅਦ ਹਰਿਆਣੇ ਵਾਲੇ ਆ ਕੇ ਨਾਲ ਮਿਲੇ। ਹੁਣ ਅੱਜ ਹਰੇਕ ਜਿਹੜਾ ਵਾ ਹਿੰਦੁਸਤਾਨ ਦੀ ਜਿਹੜੀ ਹਰ ਇੱਕ ਜਿਹੜੀ ਸਟੇਟ ਹੈਗੀ ਆ ਉਹਦੇ ਕਿਸਾਨ ਨਹੀਂ ਇਕੱਲੇ, ਤੁਸੀਂ ਉੱਥੇ ਦੇ ਲਾਅ ਦੇ ਵਿੱਚ ਦੇਖ ਲਵੋ, ਜੁਡੀਸ਼ਰੀ ਦੇ ਵਿੱਚ ਦੇਖ ਲਵੋ, ਇੱਥੇ ਟਰੱਕਿੰਗ ਟਰਾਂਸਪੋਰਟੇਸ਼ਨ 'ਚ ਦੇਖ ਲਵੋ, ਮਤਲਬ ਮੈਂ ਸੁਣ ਰਿਹਾ ਸੀਗਾ ਬਿਜਲੀ ਕਰਮਚਾਰੀ ਹਰਿਆਣੇ ਦੇ ਵਿੱਚ ਹੈ। ਮਤਲਬ ਇਨਫੈਕਟ ਇਟਸ ਹੈਜ਼ ਗੋਨ ਟੂ ਐਵਰੀ ਫੀਲਡ। ਇਹ ਇਕੱਲਾ ਹੁਣ ਕਿਸਾਨਾਂ ਦਾ ਵਿਸ਼ਾ ਨਹੀਂ, ਇਨਫੈਕਟ ਮੈਂ ਸਮਾਲ ਬਿਜ਼ਨਸ ਪੀਪਲ ਨਾਲ ਗੱਲ ਕਰਦਾ ਸੀ ਹਿੰਦੁਸਤਾਨ ਦੇ ਵਿੱਚ, ਉਹ ਇਦੋਂ ਵੀ ਜ਼ਿਆਦਾ ਭਾਰੂ ਫੈਕਟਰ ਨੇ। ਉਹ ਕਹਿੰਦੇ ਨੇ ਵੀ ਕਿਸਾਨ ਤਾਂ ਹਜੇ ਬਾਅਦ 'ਚ ਇਫੈਕਟ ਹੋਊਗਾ ਇਹ ਲੈਜਿਸਲੇਸ਼ਨ ਜਿਹੜੇ ਆਏ ਨੇ, ਜਿਹੜਾ ਆਮ ਛੋਟਾ ਵਪਾਰੀ ਆ ਉਹ ਪਹਿਲਾਂ ਮਾਰਿਆ ਜਾਊ। ਉਹਦੇ ਵਿੱਚ ਆੜਤੀਏ ਲਾ ਲਓ, ਉਹ ਆੜਤੀਆਂ ਦੇ ਨਾਲ, ਚਾਹੇ ਉਹ ਕੱਪੜੇ ਵਾਲੇ ਨੇ, ਚਾਹੇ ਉਹ ਗਰੋਸਰੀ ਵਾਲੇ ਨੇ, ਯੂ ਨੇਮ ਇਟ, ਆਲ ਦੋਜ਼ ਪੀਪਲ। ਕਿਉਂਕਿ ਇਹ ਜਿਹੜੀ ਚੀਜ਼ ਮੈਨੂੰ ਉੱਥੋਂ ਸੁਣਨ 'ਚ ਆ ਰਹੀ ਆ ਵੀ ਉਹ ਜਿਹੜੇ ਕਹਿੰਦੇ ਨੇ ਵੀ ਉਹ ਮਰ ਜਾਣਗੇ। ਸੋ ਇਸ ਕਰਕੇ ਜਿਹੜੀ ਚੀਜ਼ ਕੋਸ਼ਿਸ਼ ਕਰ ਰਿਹਾ ਸੀ ਮੀਡੀਆ, ਜਿਹੜਾ ਉੱਥੇ ਦਾ ਨੈਗੇਟਿਵ ਪ੍ਰਚਾਰ ਕਰਕੇ ਕਿ ਇਹਨੂੰ ਇੱਕ ਡਿਫਰੈਂਟ ਤਰ੍ਹਾਂ ਦੀ ਰੰਗਤ ਦੇ ਰਿਹਾ ਸੀਗਾ, ਉਹ ਲੋਕਾਂ ਨੇ ਵੀ ਜਿਹੜਾ ਸੀ ਉਹਨੂੰ ਪਛਾੜਿਆ ਔਰ ਉਹਨਾਂ ਨੇ ਕਿਹਾ ਵੀ ਨਹੀਂ, ਇਹ ਅਸੀਂ ਇਸ ਤੇ ਇੱਕ ਹੈਗੇ ਆ। ਸੋ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਵੀ ਇਹ ਜਿਹੜਾ ਹੈਗਾ ਇੱਕ ਮਾਧਿਅਮ ਲੈ ਕੇ ਆਏ, ਕਿਉਂਕਿ ਜਿਹੜਾ ਸੋਸ਼ਲ ਮੀਡੀਆ ਹੈਗਾ ਵਾ, ਇਹ ਜਿਹੜਾ ਵਾ ਇਹ ਮੈਸੇਜ ਤੱਕ ਰੀਚ ਕਰਦਾ ਹੈਗਾ। ਇਹਦੀ ਇੱਕ ਪਾਵਰ ਜਿਹੜੀ ਆ ਉਹ ਬਹੁਤ ਵੱਡੀ ਪਾਵਰ ਹੈਗੀ ਆ। ਉਹਦੇ ਵਿੱਚ ਮੈਂ ਤਹਿ ਦਿਲੋਂ ਧੰਨਵਾਦੀ ਤੁਹਾਡਾ, ਅਮਰਜੀਤ ਔਰ ਬਲਜਿੰਦਰ ਹੋਣਾ ਦਾ। ਜੀ, ਰਮਨਪਾਲ ਜੀ, ਜਿਹੜਾ ਨੈਕਸਟ ਸਵਾਲ ਹੈਗਾ ਤੁਹਾਡੇ ਵਾਸਤੇ ਹੈਗਾ, ਜੇ ਆਪਾਂ ਦੇਖੀਏ ਤਾਂ 26-27 ਤੋਂ ਅਸੀਂ ਦਿੱਲੀ ਵੱਲ ਨੂੰ ਕੂਚ ਕੀਤਾ ਸੀ, ਹਨਾ, ਤੇ ਅੱਜ ਆਪਣੇ ਕੋਲੇ 16 ਤਰੀਕ ਹੋ ਚੁੱਕੀ ਹੈ, ਤੇ ਜੇ ਆਪਾਂ ਦੇਖੀਏ ਤਾਂ ਇੰਨੇ ਦਿਨਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਆਪਾਂ ਕੀ ਖਟਿਆ? ਤੁਹਾਡੇ ਕੀ ਕਮੈਂਟਸ ਆ ਉਹਦੇ ਤੇ? ਸਭ ਤੋਂ ਵੱਡਾ ਜਿਹੜਾ ਅਸੀਂ ਖਟਿਆ ਉਹ ਜੀ ਏਕਾ ਖਟਿਆ, ਬਿਕੋਜ਼ ਜਿਹੜਾ ਏਕਾ ਦਿਖਾਇਆ ਕਿਸਾਨਾਂ ਨੇ, ਆਪਸ ਵਿੱਚ ਜਿਹੜੀ ਇਕਰੂਪਤਾ ਦਿਖਾਈ ਹੈ ਕਿਸਾਨਾਂ ਨੇ, ਆਪਣੀ ਜਿਹੜੀ ਭਾਈਚਾਰਕ ਸਾਂਝ ਜਿਹੜੀ ਦਿਖਾਈ ਹੈ, ਨਾ ਸਿਰਫ ਜਿਹੜੇ ਪੰਜਾਬ ਵਾਲੇ ਹੈਗੇ, ਜਿਹੜੇ ਪੰਜਾਬ ਹਰਿਆਣਾ, ਹੁਣ ਤਾਂ ਇਸ ਤਰ੍ਹਾਂ ਹੈ ਕਿ ਹਰਿਆਣਾ ਪੰਜਾਬ ਨੂੰ ਵੱਡਾ ਭਰਾ ਮੰਨਦਾ ਹੈ, ਤੇ ਰਾਜਸਥਾਨ ਵਾਲੋਂ ਨੂੰ ਸੁਣ ਲਓ ਤੇ ਉਹ ਵੀ ਸਿਫਤਾਂ ਕਰਦੇ ਨੇ ਸਾਡੀ। ਤੇ ਤੁਸੀਂ ਉਹ ਦੇਖੋ ਜਿਹੜਾ ਗੁਰੂ ਨਾਨਕ ਦਾ ਜਿਹੜਾ ਫਲਸਫਾ ਹੈਗਾ, ਉਹ ਫਿਰ ਨਿਕਲ ਕੇ ਆ ਰਿਹਾ ਬਾਹਰ ਕਿ ਦੇਖੋ ਤੁਸੀਂ ਜਾਂ ਭਾਈ ਕਨ੍ਹਈਆ ਦਾ ਜਿਹੜਾ ਫਲਸਫਾ ਹੈਗਾ ਕਿ ਜਿਹਨੇ ਤੁਹਾਡੇ ਤੋਂ ਉੱਪਰ ਅਟੈਕ ਕੀਤਾ, ਤੁਸੀਂ ਉਹਨੂੰ ਹੀ ਵਾਪਸ ਆਪਣਾ ਉਸਦੇ ਮਲਮ ਜਿਹੜਾ ਲਾ ਰਹੇ ਹੋ, ਤੁਸੀਂ ਉਹਨੂੰ ਖਾਣਾ ਖਿਲਾ ਰਹੇ ਹੋ। ਤੇ ਇਹ ਜਿਹੜਾ ਫਲਸਫਾ ਹੈ, ਇਹ ਸਧਾਰਨ ਜਿਹੜੀ ਸਾਡੀ ਸਿੱਖ ਕੌਮ ਦੀ ਜਿਹੜੀ ਇੱਕ ਪ੍ਰਾਈਡ ਹੈ, ਉਹ ਸਾਨੂੰ ਹੋਰ ਮਾਣ ਦਿੰਦੀ ਹੈ। ਮਤਲਬ ਇੱਕ ਜਿਹੜਾ ਬਾਹਰ ਬੰਦਾ ਬੈਠਾ ਹੈ, ਮੇਰੇ ਵਰਗਾ ਨਿਮਾਣਾ ਜਿਹਾ ਬੰਦਾ ਜਿਹੜਾ ਉੱਥੇ ਨਹੀਂ ਪਹੁੰਚ ਸਕਦਾ, ਉਹ ਵੀ ਕਈ ਵਾਰੀ ਇਮੋਸ਼ਨਲ ਹੋ ਜਾਂਦਾ ਹੈ ਇਹੋ ਜਿਹੀ ਗੱਲਾਂ ਸੁਣ ਕੇ। ਜਿਹੜੇ ਹੁਣ ਮੈਂ ਪਿੱਛੇ ਦੇਖ ਰਿਹਾ ਸੀਗਾ ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ, ਇੱਕ ਉਹਨਾਂ ਦਾ ਸੰਧਾਵਾਲੀਆ ਸਾਹਿਬ ਉਹ ਦੱਸ ਰਹੇ ਸੀ ਕਿ ਦੋ ਭਰਾ ਜਿਨ੍ਹਾਂ ਦੇ ਆਪਸ ਵਿੱਚ ਵੰਡ ਦਾ ਮੁਕਾਬਲਾ ਚੱਲ ਰਿਹਾ ਸੀਗਾ ਉੱਥੇ ਆਪਣੇ ਕੋਰਟ ਦੇ ਵਿੱਚ,
ਉਹ ਜਦੋਂ ਉੱਥੇ ਗਏ ਇਕੱਠੇ ਮਿਲ ਕੇ ਤੇ ਉੱਥੇ ਕਹਿੰਦੇ ਚਲੋ ਆਪਣਾ ਜਿਹੜਾ ਹੈਗਾ ਮਸਲਾ ਉਹ ਬਾਅਦ ਸੁਲਝਾ ਲਾਂਗੇ, ਲੇਕਿਨ ਪਹਿਲਾਂ ਅਸੀਂ ਇੱਥੇ ਆਪਣਾ ਕਰੀਏ, ਕਹਿੰਦਾ ਚਲ ਅੱਜ ਤੋਂ ਬਾਅਦ ਸਾਡਾ ਮਸਲਾ ਹੀ ਨਹੀਂ ਹੈ ਕੋਈ। ਮਤਲਬ ਉਹ ਜਿਹੜੇ ਭਰਾਵਾਂ ਦੇ ਵਿੱਚ ਜਿਹੜੀ ਇੱਕ ਵੰਡ ਸੀਗੀ ਉਹ ਇਕੱਠੀ ਹੋ ਗਈ। ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਵੰਡ ਸੀਗੀ, ਜਾਤ ਪਾਤ ਦੀ ਜਿਹੜੀ ਵੰਡ ਸੀਗੀ, ਹਿੰਦੂ ਮੁਸਲਿਮ, ਹਿੰਦੂ ਸਿੱਖ ਦੀ ਜਿਹੜੀ ਵੰਡ ਸੀਗੀ, ਵਿਦਿਨ ਸਿੱਖਸ ਆਲਸੋ ਜਿਹੜੀ ਵੰਡ ਸੀਗੀ, ਠੀਕ ਹੈ, ਕਿਉਂਕਿ ਕੋਈ ਮਾਲਵੇ ਦਾ, ਕੋਈ ਦੁਆਬੇ ਦਾ, ਕੋਈ ਮਾਝੇ ਦਾ ਹੈ, ਮਤਲਬ ਉਹ ਜਿਹੜੀ ਵੰਡ ਸੀਗੀ, ਜਾਂ ਜਿਹੜੀ ਉਹ ਵੰਡ ਆਪਣੇ ਹਰਿਆਣਾ ਤੇ ਆਪਣੇ SYL ਦੇ ਉੱਪਰ ਮੁੱਦੇ ਉੱਪਰ ਸੀਗੀ, ਉਹ ਸਾਰੀ ਜਿਹੜਾ ਮੁੱਦਾ ਹੈਗਾ ਉਹ ਨਿਕਲ ਗਿਆ। ਉੱਪਰੋਂ ਜਿਹੜੀ ਪ੍ਰਾਈਡ ਹੈਗੀ, ਜਿਹੜਾ ਫਲਸਫਾ ਹੈਗਾ ਸਾਡੇ ਪੰਜਾਬੀਆਂ ਦਾ, ਸਿੱਖ ਕੌਮ ਦਾ, ਉਹ ਨਿਕਲ ਕੇ ਜਿਹੜਾ ਇੱਕ ਨਿਕਲ ਕੇ ਆ ਰਿਹਾ ਹੈ, ਉਹ ਮੈਨੂੰ ਬੜਾ ਮਾਣ ਦਿੰਦਾ ਹੈ। ਜਿਹੜਾ ਸੁਣ ਕੇ ਨਾ ਮੈਨੂੰ ਬੜਾ ਹੀ ਮਾਣ ਦਿੰਦਾ ਹੈ ਕਿ ਦੇਖੋ ਇੱਕ ਇਹੋ ਜਿਹੀ ਕੌਮ ਨੂੰ ਬਿਲੋਂਗ ਕਰਦੇ ਆ ਜਿਹੜੀ ਐਕਚੁਅਲੀ ਯੰਗ ਜਨਰੇਸ਼ਨ ਜਿਹੜੀ ਹੈ ਉਹ ਲੈ ਕੇ ਚੱਲ ਰਹੀ ਹੈ ਅੱਗੇ। ਮਤਲਬ ਓਲਡ ਜਨਰੇਸ਼ਨ ਲੈ ਕੇ ਚੱਲ ਰਹੀ ਸੀ, ਲੇਕਿਨ ਯੰਗ ਜਨਰੇਸ਼ਨ ਵੀ ਲੈ ਕੇ ਚੱਲ ਰਹੀ ਹੈ। ਜੀ ਅਮਰਜੀਤ ਵੀਰ, ਇੱਕ ਤੁਹਾਡੇ ਵਾਸਤੇ ਸਵਾਲ ਆ। ਜਿਵੇਂ ਆਪਾਂ ਦੇਖਦੇ ਹਾਂ ਕਿ ਅੰਦੋਲਨ ਜਿਹੜਾ ਥੋੜਾ ਜਿਹਾ ਲੰਬਾ ਚੱਲ ਰਿਹਾ ਹੈ ਨਾ, ਆਲਦੋ ਜੇ ਆਪਾਂ ਪੁਰਾਣੇ ਇਤਿਹਾਸ ਦੇ ਵਿੱਚ ਦੇਖੀਏ ਤਾਂ ਜਿੰਨੇ ਵੀ ਅੰਦੋਲਨ ਹੈਗੇ ਆ, ਸ਼ਾਂਤਮਈ ਜਿੰਨੇ ਵੀ ਅੰਦੋਲਨ ਹੋਏ ਆ, ਉਹ ਲੰਬੇ ਚੱਲੇ ਆ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਇਹ ਅੰਦੋਲਨ ਲੰਬਾ ਜਾਂਦਾ ਤੇ ਤਾਂ ਆਪਾਂ ਨੂੰ ਫਾਇਦਾ ਹੋਊਗਾ, ਨੁਕਸਾਨ ਹੋਊਗਾ? ਹਾਂਜੀ ਵਰਿੰਦਰ ਜੀ, ਤੁਸੀਂ ਕੁਐਸਚਨ ਬਹੁਤ ਵਧੀਆ ਕੀਤਾ। ਪਹਿਲਾਂ ਤਾਂ ਮੈਂ ਧਾਲੀਵਾਲ ਸਾਹਿਬ ਦਾ ਤੇ ਰਮਨਪਾਲ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਸਾਡੇ ਪ੍ਰੋਗਰਾਮ 'ਚ ਆ ਕੇ 4 ਚੰਦ ਲਾਤੇ ਜੀ ਸਾਡੇ ਪ੍ਰੋਗਰਾਮ ਨੂੰ। ਤੇ ਬਾਕੀ ਮੈਂ ਉਹਨਾਂ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਨੂੰ ਸ਼ੇਅਰ ਕਰ ਰਹੇ ਆ ਫੇਸਬੁੱਕ ਦੇ ਉੱਤੇ। ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਮੇਰਾ ਨਾਮ ਅਮਰਜੀਤ ਹੈ, ਮੈਂ ਸਕਰਾਮੈਂਟੋ ਵਿੱਚ ਰਹਿਣਾ। ਜਿਹੜਾ ਤੁਸੀਂ ਕੁਐਸਚਨ ਕੀਤਾ ਨਾ ਭਾਜੀ, ਦੇਖੋ ਗੱਲ ਏਦਾਂ ਆ ਵੀ ਜਦੋਂ ਇੱਕ ਅੰਦੋਲਨ ਦੇ ਪਿੱਛੇ ਕਾਜ਼ ਜਿਹੜੀ ਹੁੰਦੀ ਆ ਨਾ, ਉਹ ਬਹੁਤ ਮੈਟਰ ਕਰਦੀ ਆ। ਜਦੋਂ ਉਹ ਕਾਜ਼ ਜ਼ਿਆਦਾ ਵਰਗਾਂ ਦੇ ਨਾਲ ਜੁੜੀ ਹੋਵੇ ਨਾ, ਉਸ ਅੰਦੋਲਨ ਦੇ ਵਿੱਚ ਜਿੰਨਾ ਤੁਸੀਂ ਲਾਮਲੇਟ ਪਾਓਗੇ, ਸਰਕਾਰ ਦੀ ਡੈਮੇਜ ਉਨੀ ਜ਼ਿਆਦਾ ਹੋਊਗੀ। ਔਰ ਇਹ ਗੱਲ ਇਸ ਵਕਤ ਸਰਕਾਰ ਸਮਝ ਚੁੱਕੀ ਆ। ਮੋਦੀ ਸਰਕਾਰ ਕਹਿ ਲਓ ਚਾਹੇ BJP ਕਹਿ ਲਓ, ਉਹ ਸਮਝ ਚੁੱਕੀ ਹੈ ਇਸ ਗੱਲ ਨੂੰ। ਉਹ ਸਿਰਫ ਤੇ ਸਿਰਫ ਕਹਿੰਦੇ ਹੁੰਦੇ ਨਾ ਵੀ ਬੰਦੇ ਦੀ ਆਦਤ ਨਹੀਂ ਜਾਂਦੀ, ਕਿਉਂਕਿ ਪਿੱਛੇ ਉਹਨਾਂ ਨੂੰ ਜਿੰਨੇ ਵੀ ਉਹਨਾਂ ਨੇ ਕੰਮ ਕੀਤੇ ਉਹਨਾਂ ਨੂੰ ਸਕਸੈਸ ਮਿਲੀ ਆ। ਉਹਨਾਂ ਦੇ ਬੈਕ ਆਫ ਮਾਈਂਡ ਇਹ ਚੱਲ ਰਿਹਾ ਵੀ ਅਸੀਂ ਕਿਤੇ ਨਾ ਕਿਤੇ ਇਸ ਅੰਦੋਲਨ ਨੂੰ ਵੀ ਖਤਮ ਕਰ ਸਕਦੇ ਹਾਂ। ਪਰ ਉਹ ਇਸ ਚੀਜ਼ ਤੋਂ ਹਾਰ ਚੁੱਕੇ ਆ। ਸਾਡੇ ਜਿਹੜੇ ਪੰਜਾਬੀਆਂ ਦਾ ਇਕੱਠ, ਨਾਲ ਹਰਿਆਣਵੀ ਆ ਗਏ ਨੇ, ਨਾਲ UP ਤੋਂ ਆ ਗਏ ਨੇ। ਇਹ ਇਕੱਠ ਦਿਨੋ ਦਿਨ ਵੱਧਦਾ ਜਾ ਰਿਹਾ। ਹੁਣ ਤਾਂ ਪੂਰੇ ਇੰਡੀਆ ਦੇ ਵਿੱਚ ਇੰਡੀਆ ਨਹੀਂ, ਪੂਰੇ ਵਰਲਡ ਦੇ ਵਿੱਚ ਇਸ ਚੀਜ਼ ਦੇ ਬਾਰੇ ਪਤਾ ਲੱਗ ਚੁੱਕਾ ਕਿ ਉੱਥੇ ਇੰਡੀਆ ਦੇ ਵਿੱਚ ਪੰਜਾਬ ਤੋਂ ਕੁਝ ਲੋਕੀ ਦਿੱਲੀ ਜਾ ਕੇ ਬੈਠੇ ਹੋਏ ਆ, ਜਿਹੜੇ ਕਿ ਫਾਰਮਰਸ ਨੇ ਔਰ ਆਪਣੇ ਹੱਕਾਂ ਲਈ ਲੜ ਰਹੇ ਨੇ। ਔਰ ਇਹ ਸਰਕਾਰ ਦੇ ਅੱਗੇ ਇਹ ਨਹੀਂ ਕਹਿ ਰਹੇ ਵੀ ਸਾਨੂੰ ਕੋਈ ਚੀਜ਼ ਦਿਓ, ਉਹ ਕਹਿ ਰਹੇ ਵੀ ਜਿਹੜੀ ਚੀਜ਼ ਤੁਸੀਂ ਸਾਨੂੰ ਦੇ ਰਹੇ ਆ ਸਾਨੂੰ ਉਹ ਚਾਹੀਦੀ ਨਹੀਂ ਹੈਗੀ। ਇਹ ਬਹੁਤ ਮੈਟਰ ਕਰਦੀ ਗੱਲ, ਕਿਉਂਕਿ ਇੱਕ ਤਾਂ ਹੁੰਦੇ ਨਾ ਵੀ ਅਸੀਂ ਕੋਈ ਅੰਦੋਲਨ ਕਰਦੇ ਆ ਵੀ ਅਸੀਂ ਕੋਈ ਚੀਜ਼ ਲੈਣੀ ਆ, ਦੈਟਸ ਡਿਫਰੈਂਟ ਸਟੋਰੀ। ਇੱਕ ਚੀਜ਼ ਹੁੰਦੀ ਆ ਵੀ ਸਰਕਾਰ ਕੋਈ ਜ਼ਬਰਦਸਤੀ ਸਾਡੇ ਤੇ ਸਿੱਟ ਰਹੀ ਆ, ਅਸੀਂ ਕਹਿ ਰਹੇ ਵੀ ਸਾਡੇ ਲਈ ਠੀਕ ਨਹੀਂ। ਸੋ ਇਹ ਜਿਹੜਾ ਅੰਦੋਲਨ ਹੈ, ਜਿੰਨਾ ਸਰਕਾਰ ਇਸ ਅੰਦੋਲਨ ਨੂੰ ਲੰਬਾ ਕਰੇਗੀ ਨਾ, ਇਹ ਸਰਕਾਰ ਆਪਣੇ ਆਪ ਨੂੰ ਓਨਾ ਹੀ ਜ਼ਿਆਦਾ ਡੈਮੇਜ ਕਰੇਗੀ। ਔਰ ਇੱਕ ਦਿਨ ਜੇ ਇਹ ਅੰਦੋਲਨ ਜਿੱਦਾਂ ਪਿਛਲੇ ਅੰਦੋਲਨ ਚੱਲੇ ਆ, ਪਹਿਲਾਂ ਵੀ ਇਹ ਕਿਸਾਨੀ ਅੰਦੋਲਨ ਚੱਲੇ ਆ ਇੰਡੀਆ ਦੇ ਵਿੱਚ, ਜਿੱਦਾਂ ਕਹਿ ਰਹੇ ਆ ਵੀ ਉਹ more than 1 month, ਜੇ ਇਹ ਅੰਦੋਲਨ more than 1 month ਚਲਾ ਗਿਆ ਤੇ ਤੁਸੀਂ ਇਹ ਦੇਖਿਓ ਵੀ ਜਿਹੜੇ ਲੋਕੀ ਇਸ ਵਕਤ ਹਜੇ ਤੱਕ ਵੀ ਇਹ ਦੇਖ ਰਹੇ ਆ ਜਾਂ ਪਿੱਛੇ ਬੈਠ ਕੇ ਬੈਕਗਰਾਉਂਡ ਤੇ ਇਹ ਦੇਖ ਰਹੇ ਵੀ ਕਿਸਾਨ ਹੋਰ ਕਿੰਨਾ ਚਿਰ ਠਹਿਰ ਸਕਦੇ ਆ, ਹੈ ਉਹਨਾਂ ਦੇ ਦਿਲਾਂ 'ਚ ਬਲਬਲੇ ਬੈਠੇ ਹੋਏ ਆ, ਪਰ ਉਹ ਕਿਸੇ ਕਾਰਨ ਕਰਕੇ ਪਿੱਛੇ ਬੈਠੇ ਹੋਏ ਆ। ਉਹ ਵੀ ਅੱਗੇ ਆ ਕੇ ਬੋਲਣਗੇ। ਨਾਲੇ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਬਹੁਤ ਸਾਰੇ ਸਾਡੇ ਜਿਹੜੇ ਭਰਾ ਨੇ, ਪੰਜਾਬੀ ਭਰਾ ਨੇ, ਜਿਹੜੇ ਨੇ ਕਿ ਬਹੁਤ ਮੱਲਾਂ ਮਾਰੀਆਂ ਬਾਹਰ ਕੰਟਰੀਆਂ ਦੇ ਵਿੱਚ, ਉਹ ਵੀ ਅੱਜ ਆਵਾਜ਼ ਉਠਾ ਰਹੇ ਨੇ ਤੇ ਸਾਡੇ ਨਾਲ ਖੜੇ ਨੇ। ਇੱਥੋਂ ਭਾਜੀ ਸਰਕਾਰ ਹਿੱਲ ਰਹੀ ਆ ਹੌਲੀ ਹੌਲੀ, ਤੇ ਉਹਨਾਂ ਦਾ ਜਿਹੜਾ ਘਮੰਡ ਆ ਉਹ ਥੱਲੇ ਨੂੰ ਹੋ ਰਿਹਾ। ਇਹ ਜਿੰਨਾ ਅੰਦੋਲਨ ਲੰਬਾ ਹੋਊਗਾ ਭਾਜੀ, ਨੁਕਸਾਨ ਸਰਕਾਰ ਦਾ ਇਹਦੇ 'ਚ। ਠੀਕ ਹੈ ਜੀ। ਸੁਖਵੀਰ ਜੀ, ਅਗੇਨ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਇੰਨਾ ਟਾਈਮ ਕੱਢ ਕੇ ਸਾਡੇ ਨਾਲ ਜੁੜੇ ਹੋ। ਇੱਕ ਸਵਾਲ ਤੁਹਾਡੇ ਤੋਂ ਇਹ, ਜਿੱਦਾਂ ਆਪਾਂ ਹਿਊਮਨ ਰਾਈਟਸ ਦੀ ਗੱਲ ਕੀਤੀ ਆ, ਤਾਂ ਜੇਕਰ ਆਪਾਂ ਉੱਥੇ ਦੇਖੀਏ ਤਾਂ ਬੱਚੇ ਵੀ ਹੈਗੇ ਆ, ਔਰਤਾਂ ਵੀ ਜੁੜੀਆਂ ਹੋਈਆਂ ਇਸ ਅੰਦੋਲਨ ਦੇ ਵਿੱਚ, ਬਜ਼ੁਰਗ ਵੀ 80-80, 90-90 ਸਾਲ ਦੇ ਬਜ਼ੁਰਗ ਵੀ ਬੈਠੇ ਆ ਇਸ ਅੰਦੋਲਨ ਦੇ ਵਿੱਚ। ਤਾਂ ਤੁਸੀਂ ਦੇਖੋ ਕਿ ਇੰਨੀ ਠੰਡ ਦੇ ਵਿੱਚ ਉੱਤੋਂ ਮੀਂਹ ਪੈ ਰਿਹਾ, ਉੱਥੇ ਸਰਵਾਈਵ ਕਰਨਾ ਆਮ ਜਿਹੜਾ ਯੂਥ ਹੈਗਾ ਉਹਦੇ ਵਾਸਤੇ ਵੀ ਔਖਾ, ਤੇ ਪਰ ਸਾਡੇ ਬਜ਼ੁਰਗ ਤੇ ਔਰਤਾਂ ਬੱਚੇ ਉੱਥੇ ਸਰਵਾਈਵ ਕਰ ਰਹੇ ਆ। ਤਾਂ ਹਿਊਮਨ ਰਾਈਟਸ ਪੱਖ ਦੇ ਪੱਖ ਤੋਂ ਜੇਕਰ ਆਪਾਂ ਦੇਖੀਏ ਤਾਂ ਤੁਹਾਨੂੰ ਕੀ ਲੱਗਦਾ ਆ ਕਿ ਜੇਕਰ ਆਪਾਂ ਇੱਥੇ ਬੈਠੇ ਆ ਤਾਂ ਆਪਾਂ ਕਿਸ ਤਰ੍ਹਾਂ ਜਿਹੜੀ ਉੱਥੇ ਦੀ ਗਵਰਨਮੈਂਟ ਹੈਗੀ ਹੈ ਜਾਂ ਉੱਥੇ ਦਾ ਜਿਹੜਾ ਸਿਸਟਮ ਹੈਗਾ ਉਹਨੂੰ ਕਿਸ ਤਰ੍ਹਾਂ ਥੋੜਾ ਜਿਹਾ ਹਲੂਣਾ ਜਿਹਾ ਦੇ ਸਕਦੇ ਆ ਤਾਂ ਕਿ ਉਹ ਇਹਨਾਂ ਚੀਜ਼ਾਂ ਦਾ ਖਿਆਲ ਰੱਖਣ?
ਦੇਖੋ ਸਾਨੂੰ ਪਹਿਲਾਂ ਤੁਸੀਂ ਹਿਊਮਨ ਰਾਈਟਸ ਦੀ ਗੱਲ ਕੀਤੀ ਹੈਗੀ ਆ ਤੇ ਮੈਂ ਕੈਨੇਡਾ ਜਿਹੜਾ ਹੈਗਾ ਇਹ ਹਮੇਸ਼ਾ ਹੀ ਵਰਲਡ ਲੀਡਰ ਹੈਗਾ ਜਦੋਂ ਹਿਊਮਨ ਰਾਈਟਸ ਦੀ ਗੱਲ ਆਉਂਦੀ ਹੈਗੀ ਆ ਇਰਰਿਸਪੈਕਟਿਵ ਕਿਹੜੀ ਪਾਰਟੀ ਨੇ ਰਾਜ ਕੀਤਾ ਔਰ ਕਿਹੜੇ ਪ੍ਰਧਾਨ ਮੰਤਰੀ ਆਇਆ ਜਾਂ ਕਿਹੜਾ ਲੀਡਰ ਕੰਟਰੀ ਦਾ ਸਮੇਂ ਮੁਤਾਬਕ ਜਦੋਂ ਹਿਊਮਨ ਰਾਈਟਸ ਦੀ ਗੱਲ ਆਈ ਹੈਗੀ ਆ ਤਾਂ ਕੈਨੇਡਾ ਜਿਹੜਾ ਹੈਗਾ ਇਹ ਜਿਹਨੂੰ ਕਹਿੰਦੇ ਸਟੈਪ ਅਪ ਟੂ ਦ ਪਲੇਟ ਇਹਨਾਂ ਨੇ ਆ ਕੇ ਜਿਹੜੀ ਸੀ ਉਹ ਲੀਡਰਸ਼ਿਪ ਦਿਖਾਈ ਇਸ ਵਿੱਚ ਵੀ ਜਿਹੜਾ ਸੀਗਾ ਜਦੋਂ ਦੇਖਿਆ ਗਿਆ ਕਿ ਤੁਸੀਂ ਹੁਣ ਬਜ਼ੁਰਗਾਂ ਦੀ ਗੱਲ ਕੀਤੀ ਬੀਬੀਆਂ ਦੀ ਗੱਲ ਬੱਚਿਆਂ ਦੀ ਗੱਲ ਕੀਤੀ ਔਰ ਜਦੋਂ ਤੁਸੀਂ ਦੇਖਦੇ ਹੋ ਕਿ ਇਹਨਾਂ ਦੇ ਉੱਤੇ ਜਿਹੜੇ ਸੀਗੇ ਇਹ ਜਿਹੜੇ ਹਿਊਮਨ ਰਾਈਟਸ ਦੀ ਲੰਘਣਾ ਹੈਗੀ ਹੈ ਜਦੋਂ ਇੱਕ ਬੰਦਾ ਕਿਉਂਕਿ ਜਦੋਂ ਆਪਾਂ ਕਿਸੇ ਵੀ ਡੈਮੋਕ੍ਰੇਸੀ ਨੂੰ ਦੇਖਦੇ ਹੈਗੇ ਆ ਜਿਹੜੀ ਡੈਮੋਕ੍ਰੇਸੀ ਦਾ ਮੁੱਢਲਾ ਅਸੂਲ ਜਿਹੜਾ ਹੈ ਜਿਹੜਾ ਮੁੱਢਲਾ ਜਿਹੜਾ ਪ੍ਰਿੰਸੀਪਲ ਹੈਗਾ ਉਹ ਇਹ ਹੈਗਾ ਕਿ ਹਰ ਇੱਕ ਇਨਸਾਨ ਜਿਹੜਾ ਹੈਗਾ ਉਹਨੂੰ ਪੀਸਫੁਲੀ ਪ੍ਰੋਟੈਸਟ ਕਰਨ ਦਾ ਉਹਦਾ ਮੁੱਢਲਾ ਹੱਕ ਆ ਔਰ ਦੂਸਰਾ ਇਹ ਹੈ ਕਿ ਉਹ ਆਪਦੀ ਆਵਾਜ਼ ਜਿਹੜੀ ਹੈਗੀ ਆ ਦੀ ਫਰੀडम ਆਫ ਸਪੀਚ ਜਿਹੜੀ ਆ ਉਹ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਉਹ ਦੋਨੇ ਚੀਜ਼ਾਂ ਜਦੋਂ ਇਹ ਦੋਨਾਂ ਚੀਜ਼ਾਂ ਨੂੰ ਕੁਚਲਣ ਦੇ ਲਈ ਜਿਹੜੀ ਆ ਟੀਅਰ ਗੈਸ ਵਾਟਰ ਕੈਨਨਸ ਡੰਡਾ ਪਰੇਡ ਇਹ ਕੀਤੀ ਗਈ ਤਾਂ ਉਹਦੇ ਨਾਲ ਜਿਹੜਾ ਸੀਗਾ ਇਹ ਹਿਊਮਨ ਰਾਈਟਸ ਦੀ ਜਿਹੜੀ ਸੀਗੀ ਉਹ ਉਲੰਘਣਾ ਹੋਈ ਔਰ ਉਹਦੇ ਨਾਲ ਕੀ ਹੋਇਆ ਕਿ ਦੁਨੀਆ ਲੈਵਲ ਦੇ ਉੱਤੇ ਜਿੱਥੇ ਗੱਲ ਚੱਲੀ ਉੱਥੇ ਸਾਡੇ ਲੋਕਲੀ ਚਾਹੇ ਉਹ ਕੰਜ਼ਰਵੇਟਿਵ ਮੈਂਬਰ ਦੂਜੀ ਪਾਰਟੀ ਦੇ ਸੀਗੇ ਚਾਹੇ ਸਾਡੀ ਲਿਬਰਲ ਪਾਰਟੀ ਦੇ ਚਾਹੇ ਐਨਡੀਪੀ ਦੇ ਮੈਂਬਰ ਆਫ ਪਾਰਲੀਮੈਂਟ ਸੀ ਉਹਨਾਂ ਸਭ ਨੇ ਜਿਹੜੀ ਸੀ ਇਸ ਇਸ਼ੂ ਦੇ ਉੱਤੇ ਜਿਹੜੀ ਸੀ ਉਹ ਆਵਾਜ਼ ਉਠਾਈ ਔਰ ਨਾਲ ਹੀ ਜਿਹੜਾ ਹੈਗਾ ਸੀਗਾ ਸਾਡੇ ਜਿਹੜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੈਗੇ ਆ ਉਹਨਾਂ ਨੇ ਵੀ ਜਿਹੜਾ ਹੈਗਾ ਸੀ ਆਪਣਾ ਪ੍ਰਤੀਕਰਮ ਜਿਹੜਾ ਸੀ ਉਹ ਜ਼ਾਹਰ ਕੀਤਾ ਔਰ ਉਹਨਾਂ ਕੋਈ ਐਸੀ ਗੱਲ ਨਹੀਂ ਕੀਤੀ ਹੈਗੀ ਕਿ ਉਹ ਕਹਿੰਦੇ ਜੀ ਵੀ ਇਹ ਜੀ ਉਸ ਤੋਂ ਬਾਅਦ ਉਹਨਾਂ ਨੂੰ ਥ੍ਰੈਟ ਵੀ ਜਿਹੜਾ ਸੀ ਅਫੀਸ਼ੀਅਲ ਜਦੋਂ ਆਇਆ ਫਿਰ ਉਹਨਾਂ ਨੂੰ ਉਹੀ ਕੁਐਸਚਨ ਪੁੱਛਿਆ ਗਿਆ ਉਹਨਾਂ ਨੇ ਫਿਰ ਇੱਕੋ ਗੱਲ ਕਹੀ ਵੀ ਜਿਹੜਾ ਪੀਸਫੁਲੀ ਪ੍ਰੋਟੈਸਟ ਕਰਨ ਦਾ ਔਰ ਫਰੀडम ਆਫ ਸਪੀਚ ਜਿਹੜਾ ਹੈਗਾ ਉਹ ਫੰਡਾਮੈਂਟਲ ਰਾਈਟ ਹੈਗਾ ਡੈਮੋਕ੍ਰੇਸੀ 'ਚ ਐਂਡ ਹੀ ਸਟੈਂਡਸ ਵਿਦ ਦਾ ਫਾਰਮਰ ਸੋ ਇਹ ਜਿਹੜੀ ਚੀਜ਼ ਹੈਗੀ ਆ ਜਿੱਥੇ ਹਿਊਮਨ ਰਾਈਟਸ ਦੀ ਗੱਲ ਆਉਂਦੀ ਹੈਗੀ ਆ ਉੱਥੇ ਹਮੇਸ਼ਾ ਅਸੀਂ ਜਿਹੜੀ ਆ ਉਹ ਗੱਲ ਕਰਦੇ ਆ ਕੈਨੇਡਾ ਦੇ ਇਸੇ ਕਰਕੇ ਜਿਹੜਾ ਹੈਗਾ ਅੱਜ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਸਾਡੀ ਜਿਹੜੀ ਕੈਨੇਡਾ ਦੀ ਆ ਦੁਨੀਆ ਦੇ ਵਿੱਚ ਜੇ ਇੱਜ਼ਤ ਬਣੀ ਆ ਤਾਂ ਉਹ ਇਸ ਕਰਕੇ ਹੈਗੀ ਆ ਤੇ ਮੈਂ ਇਹ ਸਾਰਿਆਂ ਨੂੰ ਕਹੂੰਗਾ ਮੇਰੇ ਨਾਲ ਤਾਂ ਕੋਈ ਵੀ ਸਰਕਾਰ ਹੋਵੇ ਜਿਹੜੀ ਵੀ ਡੈਮੋਕ੍ਰੈਟਿਕਲੀ ਇਲੈਕਟਡ ਸਰਕਾਰ ਹੈਗੀ ਆ ਉਹਦਾ ਮੁੱਢਲਾ ਫਰਜ਼ ਹੀ ਬਣਦਾ ਕਿ ਉਹ ਜਿਹੜੀ ਆ ਇਸ ਚੀਜ਼ ਦੀ ਨਿੰਦਾ ਕਰੇ ਜਿਹੜਾ ਤਸ਼ੱਦਦ ਜਿਹੜਾ ਵਾ ਜਾਂ ਵਾਇਲੈਂਸ ਜਾਂ ਅਬਿਊਜ਼ ਜਿਹੜਾ ਵਾ ਉਹ ਕੈਰੀ ਕੀਤਾ ਜਾਂਦਾ ਅਗੇਂਸਟ ਦੀ ਫਾਰਮਰਸ ਹੋਣ ਚਾਹੇ ਕੋਈ ਹੋਵੇ ਮੈਨੂੰ ਕਿਸੇ ਨੇ ਕੁਐਸਚਨ ਕੀਤਾ ਮੈਂ ਉਹਨਾਂ ਨੂੰ ਬੈਕ ਕੁਐਸਚਨ ਕੀਤਾ ਮੈਂ ਕਿਹਾ ਤੁਸੀਂ ਇਹ ਮੈਨੂੰ ਦੱਸੋ ਵੀ ਇੱਕ ਦਿਨ ਮੈਨੂੰ ਦੱਸ ਦਿਓ ਵੀ ਪ੍ਰਾਈਮ ਮਿਨਿਸਟਰ ਮੋਦੀ ਬਾਹਰ ਆ ਕੇ ਇਹ ਕਹਿਣ ਵੀ ਹਾਂ ਜੋ ਉਹ ਚੀਜ਼ਾਂ ਹੋਈਆਂ ਉਹ ਹਿਊਮਨ ਰਾਈਟਸ ਦੀ ਉਲੰਘਣਾ ਨਹੀਂ ਸੀ ਤੇ ਉਹ ਜਿਹੜਾ ਹੋਇਆ ਵੀ ਉਹ ਜੋ ਜਿਹੜੀਆਂ ਚੀਜ਼ਾਂ ਉਹਨਾਂ ਨੇ ਮੈਂ ਤੁਹਾਨੂੰ ਦੱਸ ਰਿਹਾ ਪਹਿਲਾਂ ਵੀ ਇਹ ਸਹੀ ਹੋਈਆਂ ਇਹ ਜਿਹੜੀ ਚੀਜ਼ ਆ ਇਹ ਫੰਡਾਮੈਂਟਲੀ ਰੋਂਗ ਸੀਗੀ ਔਰ ਜਿਹਦੇ ਕਰਕੇ ਅੱਜ ਜਿਹੜਾ ਹੈਗਾ ਇਹਦੇ ਵਿੱਚ ਜਿਹੜੀ ਵੱਖਵਾਦ ਦਿਖਾਈ ਦੇ ਰਿਹਾ ਸੀ ਨਾ ਕਈ ਵਾਰ ਅਸੀਂ ਜਿਹੜਾ ਸੀ ਸਾਡੇ ਜਿਹੜਾ ਸੀ ਤਰੇੜ ਪਾਈ ਗਈ ਸੀ ਚਾਹੇ ਉਹ ਧਰਮ ਦੇ ਨਾਂ ਤੇ ਸੀ ਚਾਹੇ ਉਹ ਜਾਤ ਦੇ ਨਾਂ ਤੇ ਸੀ ਚਾਹੇ ਉਹ ਸੈਕਸੁਅਲ ਓਰੀਐਂਟੇਸ਼ਨ ਦੀ ਹੋਵੇ ਮਤਲਬ ਉਹ ਜਿਹੜੀ ਚੀਜ਼ ਨੂੰ ਆਪਾਂ ਦੇ ਚਾਹੇ ਕਿਸੇ ਦੀ ਪੋਲੀਟੀਕਲ ਸੋਚ ਹੋਵੇ ਜੀ ਠੀਕ ਹੈ ਨਾ ਫਾਰਮਰਸ ਦੀ ਵੀ ਤਾਂ ਪੋਲੀਟੀਕਲ ਸੋਚ ਅੱਡੋ ਅੱਡ ਆ ਨਾ ਪਰ ਉਹ ਚੀਜ਼ ਨੂੰ ਉਦੋਂ ਉੱਚਾ ਉੱਠ ਕੇ ਜਿਹੜਾ ਹੈਗਾ ਸੀਗਾ ਉਹ ਅੱਜ ਭਾਈਚਾਰਾ ਇਕੱਠਾ ਹੋਇਆ ਮੈਂ ਬੜਾ ਖੁਸ਼ ਹਾਂ ਕਿ ਅਸੀਂ ਜਿਹੜੀ ਚੀਜ਼ ਤੋਂ ਕੈਨੇਡਾ ਦੇ ਵਿੱਚ ਜਿਹੜਾ ਅਸੀਂ ਪ੍ਰਾਊਡਲੀ ਕਹਿ ਸਕਦੇ ਹਾਂ ਇੱਥੇ ਅਸੀਂ ਹਰ ਇੱਕ ਵੱਖੋ ਵੱਖਰੇ ਦੇਸ਼ ਤੋਂ ਵੱਖੋ ਵੱਖਰੇ ਧਰਮ ਦੇ ਲੋਕ ਵੱਖੋ ਵੱਖਰੀ ਜਾਤ ਰੰਗ ਦੇ ਜੈਂਡਰ ਦੇ ਸੈਕਸ਼ੂਅਲ ਓਰੀਐਂਟਡ ਦੇ ਲੋਕ ਇੱਥੇ ਵਸੇ ਆ ਔਰ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਇੱਕ ਦੂਜੇ ਦੇ ਧਰਮਾਂ ਨੂੰ ਪਿਆਰ ਕਰਦੇ ਹਾਂ ਅਸੀਂ ਸੈਲੀਬ੍ਰੇਟ ਕਰਦੇ ਹਾਂ ਇੱਕ ਦੂਜੇ ਦੇ ਕਲਚਰ ਇੱਕ ਦੂਜੇ ਦੇ ਤਿਉਹਾਰ ਸੈਲੀਬ੍ਰੇਟ ਕਰਦੇ ਹਾਂ ਹੁਣ ਪਿੱਛੇ ਜੇ ਤੁਸੀਂ ਦੇਖੋ ਪਹਿਲਾਂ ਈਦ ਨਿਕਲ ਕੇ ਗਈ ਕੋਵਿਡ ਦੇ ਦੌਰਾਨ ਉੱਥੇ ਵਰਚੁਅਲ ਮੀਟਿੰਗ ਦੇ ਵਿੱਚ ਮੈਂ ਦੇਖਿਆ ਸਾਰੇ ਰਲ ਕੇ ਸੈਲੀਬ੍ਰੇਟ ਕਰ ਰਹੇ ਸੀ ਦੀਵਾਲੀ ਆਈ ਤਾਂ ਵਰਚੁਅਲੀ ਜਿਹੜੀ ਸੀਗੀ ਉਹ ਸੈਲੀਬ੍ਰੇਟ ਕੀਤੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆਇਆ ਹੁਣ ਕ੍ਰਿਸਮਸ ਦਾ ਤਿਉਹਾਰ ਚੱਲ ਰਿਹਾ ਹਨੂਕਾ ਚੱਲ ਰਿਹਾ ਸੋ ਉਹ ਚੀਜ਼ਾਂ ਨੂੰ ਵੇਖਦੇ ਹੈਗੇ ਆ ਤਾਂ ਉਹ ਜੇ ਅਸੀਂ ਕੈਨੇਡਾ ਦੇ ਵਿੱਚ ਮੈਂ ਦੇਖਦਾ ਕਿ ਅਸੀਂ ਸਾਰੇ ਲੋਕ ਇਕੱਠੇ ਰਹਿ ਸਕਦੇ ਹਾਂ ਪਿਆਰ ਦੇ ਨਾਲ ਸਮਾਜ ਚੱਲਦਾ ਤਾਂ ਹਿੰਦੁਸਤਾਨ ਵਰਗੇ ਦੇਸ਼ ਦੇ ਵਿੱਚ ਕਿਉਂ ਨਹੀਂ ਜਿੱਥੇ ਜਿਸ ਧਰਮ 'ਚ ਮੈਂ ਪੈਦਾ ਹੋਇਆ ਉਹਦੀ ਗੱਲ ਕਰ ਸਕਦਾ ਗੁਰੂ ਨਾਨਕ ਦੇਵ ਜੀ ਵਰਗੇ ਜਿਹੜੇ ਗੁਰੂ ਹੋਏ ਨੇ ਉਹਨਾਂ ਨੇ ਜਿਹੜੀ ਇਕੁਐਲਿਟੀ ਦੀ ਗੱਲ ਅੱਜ ਅਸੀਂ ਵਿਮਨ ਇਕੁਐਲਿਟੀ ਦੀ ਗੱਲ ਇਹਨਾਂ ਦੇਸ਼ਾਂ 'ਚ ਅੱਜ ਕਰਨ ਲੱਗੇ ਆ ਜਾਂ ਸ਼ੋਅ ਕੀਤੀ ਹੈਗੀ ਆ ਉਹ ਅੱਜ ਤੋਂ 550 ਸਾਲ ਪਹਿਲਾਂ ਜਿਹੜੀ ਸੀਗੀ ਇਹ ਗੱਲ ਇਕੁਐਲਿਟੀ ਦੀ ਗੱਲ ਕਰ ਗਏ ਸੀ ਬਰਾਬਰਤਾ ਦੀ ਰਾਈਟ ਸੋ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਆ
ਮੈਨੂੰ ਜੀ। ਇਹਦੇ ਵਿੱਚੋਂ ਇੱਕ ਆਸ ਦੀ ਕਿਰਨ ਜਿਹੜੀ ਆ ਉਹ ਨਜ਼ਰ ਆਈ ਆ ਕਿ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਹੁਣ ਉਹਨਾਂ 'ਚ ਅਵੇਅਰਨੈਸ ਆਏਗੀ, ਆਉਣ ਵਾਲੇ ਸਮੇਂ 'ਚ ਭਾਈਚਾਰੇ ਦੇ ਨਾਲ ਚੱਲਣਗੇ, ਜਿੱਥੇ ਕਿਤੇ ਜੀ। ਹਿਊਮਨ ਰਾਈਟਸ ਦੀ ਉਲੰਘਣਾ ਹੁੰਦੀ ਆ ਉਹਦਾ ਡਟ ਕੇ ਮੁਕਾਬਲਾ ਕਰਨਗੇ। ਜੀ ਰਮਨਵੀਰ ਜੀ, ਮੇਰਾ ਜਿਹੜਾ ਨੈਕਸਟ ਕੁਐਸਚਨ ਤੁਹਾਡੇ ਤੇ ਹੈਗਾ, ਜੇਕਰ ਆਪਾਂ ਪੁਰਾਣੀ ਹਿਸਟਰੀ ਦੇਖੀਏ, ਜਿਹੜਾ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀ ਜਿਹੜੀ ਜੋੜੀ ਹੈ, ਜੇ ਆਪਾਂ 2002 ਤੇ ਚੱਲ ਜਾਈਏ, ਗੋਧਰਾ ਕਾਂਡ ਹੋਇਆ ਹਨਾ, ਤੇ ਜੇ ਆਪਾਂ ਪਿੱਛੇ ਜੀ ਵੀ ਲਾਸਟ ਜਿਹੜੇ 6 ਸਾਲਾਂ ਦਾ ਇਹਨਾਂ ਦਾ ਟਰੈਕ ਰੈਕਡ ਦੇਖੀਏ, ਤਾਂ ਇਹ ਕੀ ਕਰਦੇ ਆ, ਜਾਤਾਂ ਧਰਮਾਂ ਦੀ ਵਿੱਚ ਲੜਾਈ ਪਵਾ ਕੇ, ਲੋਕਾਂ ਦੇ ਵਿੱਚ ਦੰਗੇ ਕਰਾ ਕੇ ਤੇ ਆਪਣੇ ਜਿਹੜੇ ਮਸਲੇ ਹੈਗੇ ਆ ਉਹਨਾਂ ਦਾ ਹੱਲ ਕਰ ਲੈਂਦੇ ਆ। ਪਰ ਇਸ ਅੰਦੋਲਨ ਦੇ ਵਿੱਚ ਇੱਕ ਚੀਜ਼ ਜਿਹੜੀ ਉੱਭਰ ਕੇ ਆਈ ਕਿ ਅਸੀਂ ਜਾਤਾਂ ਪਾਤਾਂ ਸਟੇਟਾਂ, ਜਿਵੇਂ ਆਪਾਂ ਸੁਖਵੀਰ ਜੀ ਨੇ ਗੱਲ ਕੀਤੀ ਹੈ, ਰੰਗ ਭੇਦ, ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਆਪਾਂ ਇਹ ਅੰਦੋਲਨ ਦੇ ਵਿੱਚ ਸ਼ਿਰਕਤ ਕੀਤੀ ਹੈ ਲੋਕਾਂ ਨੇ। ਈਵਨ ਕਿ ਜਿਵੇਂ ਕਿ ਦੇਖੀਏ ਆਪਾਂ ਗਵਰਨਮੈਂਟ EMPLOYEES, ਕਈ ਤਰ੍ਹਾਂ ਦੀਆਂ ਯੂਨੀਅਨਸ ਹੈਗੀਆਂ ਉਹਨਾਂ ਦੀਆਂ, ਉਹਨਾਂ ਨੇ ਵੀ ਇਹਦੇ ਵਿੱਚ ਆਪਣੇ ਆਪਣੇ ਲੈਵਲ ਤੇ ਪਾਰਟਿਸਿਪੇਸ਼ਨ ਦਿੱਤੀ ਹੈ। ਸੋ ਜੇਕਰ ਆਪਾਂ ਇਸ ਚੀਜ਼ ਵੱਲ ਨੂੰ ਦੇਖੀਏ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੀ ਚੇਂਜ ਆ ਸਕਦੀ ਹੈ? ਜਿਹੜਾ ਸਮਾਜਿਕ ਭਾਈਚਾਰਕ ਸਾਂਝ ਆਪਾਂ ਉੱਥੇ ਅੰਦੋਲਨ ਦੇ ਵਿੱਚ ਦੇਖੀਏ, ਉਹ ਕਿਸ ਤਰ੍ਹਾਂ, ਜਦੋਂ ਆਪਾਂ ਵਾਪਸ ਆਵਾਂਗੇ ਅੰਦੋਲਨ ਦੇ ਵਿੱਚ, ਅੰਦੋਲਨ ਤੋਂ ਨਿਕਲ ਕੇ ਜਦੋਂ ਆਪਣੇ ਪਿੰਡਾਂ ਦੇ ਵਿੱਚ ਆਵਾਂਗੇ, ਤਾਂ ਉਹਦਾ ਇੰਪੈਕਟ ਕੀ ਰਹੂਗਾ ਸਾਡੇ ਪਿੰਡਾਂ ਦੇ ਵਿੱਚ? ਤੁਹਾਨੂੰ ਕੀ ਲੱਗਦਾ? ਬਹੁਤ ਸੋਹਣੀ ਗੱਲ ਕੀਤੀ ਹੈ। ਪਹਿਲੀ ਗੱਲ ਤਾਂ ਮੈਂ ਐਗਰੀ ਕਰਦਾ ਕਿ ਜਿਹੜੇ ਵੀ ਪੋਲੀਟੀਸ਼ੀਅਨ ਹੁੰਦਾ, ਭਾਵੇਂ ਇਹਨਾਂ ਦੋਵਾਂ ਦੀ ਗੱਲ ਕਰ ਲਓ ਜਾਂ ਪਹਿਲੇ ਜਿਹੜੇ ਉਸ ਤੋਂ ਪਹਿਲੇ ਜਿਹੜੇ ਆਗੂ ਸੀਗੇ ਉਹਨਾਂ ਦੀ ਗੱਲ ਕਰ ਲਓ, ਹਰ ਪੋਲੀਟੀਸ਼ੀਅਨ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਲੋਕਾਂ ਦੇ ਵਿੱਚ ਜਿੰਨੀ ਵੰਡ ਹੋਵੇ ਉਹਨਾਂ ਵਧੀਆ ਹੈ, ਕਿਉਂਕਿ ਜਿੰਨਾ ਏਕਾ ਹੋਏਗਾ ਉਹਨਾਂ ਲੋਕਾਂ ਦੇ ਵਿੱਚ, ਲੋਕਾਂ ਦੇ ਜਿਹੜੇ ਵਿਚਾਰ ਹੈਗੇ ਉਹ ਸਾਂਝੇ ਹੋਣਗੇ। ਜੇ ਵਿਚਾਰ ਹੀ ਸਾਂਝੇ ਹੋ ਗਏ, ਜੇ ਸਭ ਨੇ ਐਗਰੀ ਕਰ ਲਿਆ ਕਿ ਅਸੀਂ ਇੱਥੇ ਆਪਣੀ ਕੰਧ ਬਣਾਉਣੀ ਹੈ ਜਾਂ ਸੜਕ ਬਣਾਉਣੀ ਹੈ ਪਿੰਡ ਦੀ, ਤੇ ਜੇ ਸਭ ਨੇ ਐਗਰੀ ਕਰ ਹੀ ਲਿਆ ਤੇ ਸਰਪੰਚ ਦੀ ਕੌਣ ਸੁਣੇਗਾ ਫਿਰ? ਤੇ ਇਸ ਕਰਕੇ ਸਰਪੰਚ ਚਾਹੁੰਦਾ ਹੈ ਕਿ ਅਸੀਂ ਵੰਡ ਕਰੀਏ ਪਿੰਡ ਦੇ ਵਿੱਚ, ਸੋ ਦੈਟ ਮੇਰਾ ਵੀ ਬੈਨੀਫਿਟ ਹੋਵੇ। ਉਹ ਛੋਟੇ ਪੱਧਰ ਦੇ ਉੱਪਰ ਹੈ, ਉਹਨੂੰ ਅਸੀਂ ਐਕਸਪੋਰਟ ਕਰਕੇ ਦੇਖੀਏ ਤਾਂ ਲਾਰਜ ਸਕੇਲ ਦੇ ਉੱਪਰ ਗਵਰਨਮੈਂਟ ਜਿਹੜੀ ਕੰਟਰੀ ਦੀ ਹੈਗੀ ਉਹ ਵੀ ਇਸ ਤਰ੍ਹਾਂ ਹੀ ਉਹਨਾਂ ਦਾ ਇਸ ਤਰ੍ਹਾਂ ਕੋਸ਼ਿਸ਼ ਰਹਿੰਦੀ ਹੈ। ਲੇਕਿਨ ਇਹੀ ਜਿਹੜੀ ਚੀਜ਼ ਹੈ, ਜਿਹੜਾ ਏਕਾ ਲੋਕਾਂ ਨੇ ਦਿਖਾਇਆ ਹੈ, ਖਾਸ ਕਰਕੇ ਜਿਹੜਾ ਯੂਥ ਨਾਲ ਆਇਆ ਹੈ, ਉਹ ਇੱਕ ਬਹੁਤ ਹੀ ਵੱਡਾ ਐਗਜ਼ਾਮਪਲ ਹੈ ਕਿ ਸਾਡੇ ਕੋਲ ਉਹ ਚੀਜ਼ ਸੀ, ਸਾਡੇ ਅੰਦਰ ਸੀਗੀ, ਸਾਡੇ ਕੋਲ ਭਾਈਚਾਰਾ ਸੀਗਾ, ਲੇਕਿਨ ਉਹ ਬਾਹਰ ਨਿਕਲ ਕੇ ਨਹੀਂ ਆਇਆ। ਇਹ ਕਿਸਾਨੀਆਂ, ਉਹ ਮੈਂ ਇੱਕ ਆਮਿਰ ਖਾਨ ਦਾ ਬਹੁਤ ਪਹਿਲੇ, ਮੇਰੇ ਖਿਆਲ 1.5 ਸਾਲ ਪਹਿਲੇ, ਮੈਂ ਇੱਕ ਰਵੀਸ਼ ਕੁਮਾਰ ਦੇ ਨਾਲ ਇੱਕ ਸ਼ੋਅ ਦੇਖ ਰਿਹਾ ਸੀ। ਉਹ ਕਹਿੰਦਾ ਕਿ ਮੈਂ ਮਹਾਰਾਸ਼ਟਰ ਦੇ ਵਿੱਚ ਜਿਹੜਾ ਚੈੱਕ ਡੈਮ ਹੁੰਦਾ, ਕਿਉਂਕਿ ਉੱਥੇ ਪਹਾੜੀ ਇਲਾਕਾ ਹੁੰਦਾ ਤੇ ਚੈੱਕ ਡੈਮ ਬਣਦਾ ਉੱਥੇ, ਕਹਿੰਦਾ ਮੈਂ ਜਿਹੜੇ ਪਿੰਡ ਵਾਲੇ ਸੀਗੇ ਉਹਨਾਂ ਨੂੰ ਮੈਂ ਬੜਾ ਕਹਿ ਗਿਆ ਕਿ ਥੱਕ ਗਿਆ, ਤੁਸੀਂ ਇੱਥੇ ਚੈੱਕ ਡੈਮ ਬਣਾਓ, ਅਸੀਂ ਪਾਣੀ ਫਾਊਂਡੇਸ਼ਨ ਵੱਲੋਂ ਤੁਹਾਨੂੰ ਪੈਸੇ ਦੇਵਾਂਗੇ, ਅਸੀਂ ਤੁਹਾਨੂੰ ਨੌਲੇਜ ਦੇਵਾਂਗੇ। ਕਹਿੰਦਾ ਲੇਕਿਨ ਇੰਨਾ ਜ਼ਿਆਦਾ ਉਹਨਾਂ ਦੇ ਕੋਲ ਵੰਡ ਸੀਗੀ ਕਿ ਆਪਸ ਵਿੱਚ ਐਗਰੀ ਨਹੀਂ ਕੀਤਾ, ਬਿਕੋਜ਼ ਹਰ ਕਿਸੇ ਨੂੰ ਖੁੰਦਕ ਸੀਗੀ ਕਿ ਦੇਖੋ ਜੇ ਇਹਨੇ ਅੱਗੇ ਆਪਣਾ ਕੰਮ ਕਰ ਲਿਆ ਤੇ ਫਿਰ ਮੇਰੀ ਕੌਣ ਸੁਣੂਗਾ, ਮਤਲਬ ਮੇਰਾ ਜਿਹੜਾ ਰੁਤਬਾ ਉਹ ਘਟ ਜਾਏਗਾ, ਤੇ ਇਸ ਕਰਕੇ ਉਹ ਗਏ ਨਹੀਂ ਅੱਗੇ। ਲੇਕਿਨ ਜਦੋਂ ਉਹ ਕਹਿੰਦਾ ਕਿ ਮੈਂ ਲੋਕਾਂ ਨੂੰ ਸਮਝਾਇਆ ਕਿ ਦੇਖੋ ਪਾਣੀ ਘਟ ਗਿਆ, ਪਾਣੀ ਖਤਮ ਹੋਣ ਵਾਲਾ ਹੈ, ਤੁਹਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਬਚਣ ਵਾਲਾ, ਯੂ ਆਰ ਪੁਸ਼ਡ ਅਗੇਂਸਟ ਦ ਵਾਲ, ਐਂਡ that resonated in my mind since then ਕਿ ਪੁਸ਼ਡ ਅਗੇਂਸਟ ਦ ਵਾਲ, ਸਾਡੇ ਨਾਲ ਵੀ ਇਹੀ ਹੋ ਰਿਹਾ, we are being pushed against the wall। And when I say we, I don't mean Punjab, I mean ਜਿਹੜੇ ਕਿਸਾਨ ਹੈ, ਠੀਕ ਹੈ, ਜਿਹੜਾ ਵੀ ਕਿਸਾਨ ਹੋ ਗਿਆ ਜਾਂ ਕੋਈ ਵੀ ਜਿਹੜਾ ਕੋਈ ਵੀ ਪੋਲੀਟੀਸ਼ੀਅਨ ਹੈ, ਉਹ ਚਾਹੁੰਦਾ ਕਿ ਉਹ ਵੰਡਿਆ ਜਾਏ। ਜਦੋਂ ਉਹ ਪੁਸ਼ਡ ਅਗੇਂਸਟ ਦ ਵਾਲ ਹੁੰਦਾ, ਉਹਦੇ ਕੋਲ ਹੋਰ ਕੋਈ ਆਪਸ਼ਨ ਨਹੀਂ ਬਚਦਾ, ਫਿਰ ਉਹ ਕਹਿੰਦਾ ਕਿ ਹੁਣ ਦਾ ਹੀ ਸਾਡੇ ਕੋਲ ਇੱਕ ਜ਼ਰੀਆ ਰਹਿ ਜਾਂਦਾ। ਤੇ ਇਹ ਤੇ ਭੂਮਿਕਾ ਸੀਗੀ ਜਿਹੜੀ ਮੈਂ ਤੁਹਾਡੇ ਸਵਾਲ ਦੀ ਸੀਗੀ, ਠੀਕ ਹੈ। ਕਮਿੰਗ ਟੂ ਯੋਰ ਐਕਚੁਅਲ ਕੁਐਸਚਨ, ਜਿਹੜਾ ਕਿ ਬਹੁਤ ਅਹਿਮ ਹੈ, ਜਿਹੜੇ ਲੋਕਾਂ ਨੇ ਹੁਣ ਸਵਾਦ ਚੱਕ ਲਿਆ ਇਕੱਠੇ ਰਹਿਣ ਦਾ, ਭਾਈਚਾਰੇ ਦਾ, ਠੀਕ ਹੈ, ਲੰਗਰ ਵਰਤਾਉਣ ਦੀ ਤਾਂ ਸਾਡੇ ਕੋਲ ਪ੍ਰਥਾ ਸੀਗੀ, ਲੇਕਿਨ ਉਹ ਸਿਰਫ ਗੁਰਦੁਆਰੇ ਜਾਂ ਪਿੰਡਾਂ ਵਿੱਚ ਜਾਂ ਕੁਝ ਉੱਥੇ ਸੀਮਿਤ ਸੀਗੀ, ਠੀਕ ਹੈ। ਜਿਹੜੀ ਹੁਣ ਲੋਕਾਂ ਨੇ ਇੱਕ ਲਾਰਜ ਸਕੇਲ ਦੇ ਉੱਪਰ ਇੱਕ ਸਵਾਦ ਚੱਕ ਲਿਆ, ਉਹ ਮੈਨੂੰ ਲੱਗਦਾ ਇੱਕ ਬਹੁਤ ਪੋਜ਼ਿਟਿਵ ਸਾਈਨ ਹੈ। ਇਹ ਜਿਹੜਾ ਯੂਥ ਹੁਣ ਵਾਪਸ ਜਾਏਗਾ ਪੰਜਾਬ ਦੇ ਵਿੱਚ, ਉਹ ਆਪਣੇ ਪਿੰਡ ਪੱਧਰ ਦੇ ਉੱਪਰ ਤੇ ਮੈਨੂੰ ਲੱਗਦਾ ਹੈ ਆਈ ਐਮ ਵੈਰੀ ਪੋਜ਼ਿਟਿਵ ਕਿ ਹਾਂ ਕੁਝ ਡਿਵੈਲਪਮੈਂਟ ਕਰੇਗਾ, ਉਹ ਇਕੱਠੇ ਹੋਏਗਾ, ਉਹ ਹੁਣ ਡਰੱਗਸ ਨੂੰ ਛੱਡ ਕੇ ਉਹ ਖੇਲ ਕੂਦ ਦੇ ਵਿੱਚ ਹੁਣ ਆਪਣੇ ਪਾਰਟਿਸਿਪੇਟ ਕਰੇਗਾ, ਜਾਂ ਆਪਣੇ ਸਰਕਾਰਾਂ ਜਾਂ ਆਪਣੇ ਜਿਹੜੇ ਪੰਚਾਇਤੀ ਮਹਿਕਮੇ ਹੈਗੇ ਉਹਨਾਂ ਨੂੰ ਕਹੇਗਾ ਕਿ ਹੁਣ ਸਾਨੂੰ ਫੰਡ ਦਿਓ ਕਿ ਅਸੀਂ ਇੱਥੇ ਸਟੇਡੀਅਮ ਬਣਾਉਣਾ ਹੈ, ਠੀਕ ਹੈ, ਜਾਂ ਅਸੀਂ ਸਕੂਲ ਦੀ ਕੰਧ ਜਿਹੜੀ ਹੈ ਉਹ ਲਾਉਣੀ ਹੈ, ਜਾਂ ਅਸੀਂ ਸਾਇੰਸ ਦੇ ਪ੍ਰੋਜੈਕਟ ਲਵਾਉਣਾ ਹੈ ਆਪਣੇ ਸਕੂਲ ਦੇ ਵਿੱਚ, ਜਾਂ ਕੰਪਿਊਟਰ ਦੀ ਕਲਾਸਿਸ ਲਾਉਣੀ ਹੈ, ਠੀਕ ਹੈ। ਉਹ ਚੀਜ਼ ਜਿਹੜੀ ਹੈ ਉਹ ਇੱਕ ਚੀਜ਼ ਨਿਕਲ ਕੇ ਆਈ ਹੈ ਯੂਥ। ਐਂਡ ਸਭ ਤੋਂ ਹੋਰ ਵੱਡੀ ਗੱਲ ਜੇ ਯੂਥ ਤੇ ਖੈਰ ਮੈਂ ਐਪਰੀਸ਼ੀਏਟ ਕਰਦਾ, ਜਿਹੜੇ ਸਾਡੇ ਬਜ਼ੁਰਗ ਹੈਗੇ ਉਹਨਾਂ ਦਾ ਇੱਕ ਮਾਈਂਡਸੈਟ, ਕਈ ਬਜ਼ੁਰਗ ਹੈਗੇ ਜਿਨ੍ਹਾਂ ਦਾ ਆਲਰੇਡੀ ਮਾਈਂਡਸੈਟ ਸੀਗਾ, ਠੀਕ ਹੈ, ਜਿਹੜੇ ਕਈ ਸਾਲਾਂ ਤੋਂ ਡਿਵੈਲਪ ਹੋਇਆ ਹੈ ਕਿ ਅਸੀਂ ਇਹ ਜਾਤ ਤੋਂ ਹੈਗੇ, ਅਸੀਂ ਉਹ ਜਾਤ ਤੋਂ ਹੈਗੇ, ਅਸੀਂ ਸਾਡਾ ਇਹ ਰੁਤਬਾ ਹੈ, ਅਸੀਂ ਸੁਸਾਇਟੀ ਵਿੱਚ ਇਹ ਅਸੀਂ ਉਹ ਰੱਖਦੇ ਹਾਂ, ਠੀਕ ਹੈ। ਜਿਹੜਾ ਉਹਨਾਂ ਨੇ ਮਾਈਂਡਸੈਟ ਛੱਡਿਆ, ਉਹ ਵੀ ਇਕੱਠੇ ਆਏ, ਇਹ ਵੀ ਬੜੀ ਵੱਡੀ ਗੱਲ ਹੈ, ਕਿਉਂਕਿ ਅਸੀਂ ਯੂਥ ਨੂੰ ਐਪਰੀਸ਼ੀਏਟ ਕਰਦੇ ਹਾਂ, ਲੇਕਿਨ ਇਹ ਜਿਹੜੇ ਬਜ਼ੁਰਗ ਹੈਗੇ ਉਹ ਇਕੱਠੇ ਆਏ,
ਉਸ ਤੋਂ ਜੀ। ਬਾਅਦ ਜਿਹੜੀ ਕੁੜੀਆਂ ਆਈਆਂ, ਠੀਕ ਹੈ, ਉਹ ਬਿਨਾਂ ਝਿਜਕ ਉੱਥੇ ਹੈਗੀਆਂ। ਇਹ ਵੀ ਵੱਡੀ ਪ੍ਰਾਪਤੀ ਹੈ ਸਾਡੀ। ਜੇ ਕੁੜੀ ਕੋਈ ਯੰਗ ਕੁੜੀ ਉੱਥੇ ਜਾ ਕੇ ਸਪੀਚ ਦੇ ਰਹੀ ਹੈ ਜਾਂ ਉੱਥੇ ਪ੍ਰੋਟੈਸਟ ਦੇ ਵਿੱਚ ਜਾ ਰਹੀ ਹੈ, ਇਹਦਾ ਮਤਲਬ ਉਹ ਆਪਣੇ ਨੂੰ ਸਿਕਿਉਰ ਫੀਲ ਕਰ ਰਹੀ ਹੈ। ਇਹਦਾ ਮਤਲਬ ਕਿ ਜਿਹੜਾ ਯੂਥ ਹੈ ਉਹਨੂੰ ਸਿਕਿਉਰ ਫੀਲ ਕਰਾਇਆ। ਇਹਦਾ ਮਤਲਬ ਉਹਨੇ ਭਰਾ ਬਣ ਕੇ ਜਾਂ ਉਹਨੇ ਆਪਣਾ ਵੀਰ ਬਣ ਕੇ ਉਹਨੂੰ ਇਹ ਹੌਸਲਾ ਦਿੱਤਾ ਹੈ ਕਿ ਦੇਖ ਮੈਂ ਤੇਰੇ ਵਾਸਤੇ ਖੜਾ ਇੱਥੇ, ਤੈਨੂੰ ਕੋਈ ਡਰਨ ਦੀ ਲੋੜ ਨਹੀਂ ਹੈ। ਹਾਂ, ਇਹ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਸਾਨੂੰ ਫਰਕ ਪਏਗਾ। ਲੇਕਿਨ ਐਟ ਦ ਸੇਮ ਟਾਈਮ ਮੈਂ ਰੱਬ ਕੋਲ ਅਰਦਾਸ ਕਰਦਾ ਕਿ ਇਹ ਸਾਡਾ ਭਾਈਚਾਰਾ ਬਣਾ ਰਹੇ, ਬਿਕੋਜ਼ ਜਿਹੜੇ ਸਰਕਾਰੀ ਜਾਂ ਕੋਈ ਪੋਲੀਟੀਸ਼ੀਅਨ ਹੈਗੇ, ਉਹਨਾਂ ਦੀ ਇਹ ਜ਼ਰੂਰ ਕੋਸ਼ਿਸ਼ ਰਹੇਗੀ ਕਿ ਇਹ ਜਿਹੜੀ ਚੀਜ਼ ਹੈ ਇਹਦੇ ਵਿੱਚ ਕੋਈ ਨਾ ਕੋਈ ਵੰਡ ਪਾਈ ਜਾਏ, ਕੋਈ ਨਾ ਕੋਈ ਹਰਕਤ ਇਸ ਤਰ੍ਹਾਂ ਦੀ ਕੀਤੀ ਜਾਏ ਜਿਸ ਕਰਕੇ ਇਹ ਜਿਹੜੇ ਸਾਡੇ, ਕਿਉਂਕਿ ਇਹ ਚੀਜ਼ ਸਭ ਤੋਂ ਡਰਾਵਨੀ ਹੈ। ਤੁਸੀਂ ਕਹਿ ਦੋ ਕਿ ਪ੍ਰੋਟੈਸਟ ਨਾਲ ਲੋਕੀ ਡਰਦੇ ਨੇ, ਸਰਕਾਰਾਂ ਡਰਦੀਆਂ ਨੇ, ਪ੍ਰੋਟੈਸਟ ਨਾਲ ਨਹੀਂ ਡਰਨਗੀਆਂ, ਨਹੀਂ ਕਿ ਜਿੰਨਾ ਉਹ ਏਕੇ ਨਾਲ ਡਰਦੀਆਂ ਨੇ, ਬਿਕੋਜ਼ ਉਹ ਮਾਈਂਡਸੈਟ ਚੇਂਜ ਹੋ ਗਿਆ ਲੋਕਾਂ ਦਾ। ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹੈ, ਕੋਈ ਵੀ ਸਰਕਾਰ ਹੋਵੇ, ਮੈਂ ਇੱਕ ਦੀ ਗੱਲ ਨਹੀਂ ਕਰ ਰਿਹਾ, ਪਿਛਲੀ ਕਈ ਸਰਕਾਰਾਂ ਦੇਖ ਲਓ, ਉਹਨਾਂ ਨੇ ਜਿਹੜੀ ਵੰਡ ਕੀਤੀ ਹੈ ਉਹ ਇੱਕ ਪ੍ਰੋਸੈਸ ਹੈਗਾ, ਠੀਕ ਹੈ। ਹੁਣ ਦੂਜੀ ਗੱਲ, ਜਿਹੜਾ ਪੰਜਾਬੀਆਂ ਨੇ ਹੌਸਲਾ ਦਿਖਾਇਆ ਇੱਕ ਅੱਗੇ ਹੋ ਕੇ, ਮੇਰੇ ਖਿਆਲ ਇਹ ਪੰਜਾਬੀਆਂ ਕੋਲ ਇੱਕ ਬਹੁਤ ਵਧੀਆ ਮੌਕਾ ਹੈ ਇੱਕ ਪੰਜਾਬ ਨੂੰ ਮਾਡਲ ਸਟੇਟ ਬਣਾਉਣ ਦਾ, ਠੀਕ ਹੈ। ਹੁਣ ਉਸੇ ਕਨਸੈਪਟ ਨਾਲ ਆਪਣੇ ਪਿੰਡ ਜਾਣ, ਆਪਣੇ ਜਿਹੜੀ ਗਵਰਨਮੈਂਟ ਦੀ ਸਕੀਮਸ ਹੈਗੀਆਂ ਉਹਨਾਂ ਨੂੰ ਸਮਝਣ, ਕਿਸ ਤਰ੍ਹਾਂ ਉਹਨੂੰ ਲੈਣਾ, ਬਿਕੋਜ਼ ਕਈ ਸਾਰੀ ਗਵਰਨਮੈਂਟ ਦੀ ਸਕੀਮਸ ਹੈ। ਮੈਂ ਆਪਣਾ ਥੋੜਾ ਜਿਹਾ ਵੇਰਵਾ ਪਿਛਲੇ ਦਾ ਦੇ ਦੇਵਾਂ। ਪਿਛਲੇ 4 ਸਾਲ ਤੋਂ ਕਈ ਪਿੰਡ ਵਾਲੇ ਵਾਸੀ ਹੈਗੇ ਮੋਗੇ ਦੇ ਨੇੜੇ, ਉਹਨਾਂ ਦੇ ਨਾਲ ਮੈਂ ਕੰਮ ਕਰ ਰਿਹਾ। ਗ੍ਰਾਮ ਸਭਾ ਦੇ ਜਿਹੜੇ ਲਾਜ਼ ਹੈਗੇ ਉਹਨਾਂ ਨੂੰ ਸੌਖੀ ਲੈਂਗੁਏਜ ਵਿੱਚ ਦੱਸਣ ਦਾ, ਤੇ ਮੈਨੂੰ ਜਿਵੇਂ ਪਤਾ ਲੱਗਿਆ, ਮੈਂ ਵੈਸੇ ਮੋਸਟ ਆਫ ਦਾ ਟਾਈਮ ਮੈਂ ਪੰਜਾਬ ਤੋਂ ਬਾਹਰ ਰਿਹਾ, ਮੇਰੇ ਫਾਦਰ ਆਰਮੀ ਵਿੱਚ ਸੀਗੇ ਤੇ ਮੈਂ ਬਾਹਰ ਰਿਹਾ ਮੈਂ, ਤੇ ਲੇਕਿਨ ਮੈਨੂੰ ਇਹ ਹਮੇਸ਼ਾ ਲੱਗਦਾ ਸੀ ਕਿ ਮੈਂ ਕੁਝ ਕਰਾਂ ਆਪਣੀ ਮਿੱਟੀ ਵਾਸਤੇ, ਆਪਣੇ ਪੰਜਾਬ ਵਾਸਤੇ, ਠੀਕ ਹੈ। ਪਿਛਲੇ 4 ਸਾਲ ਵਿੱਚ ਮੈਂ ਲੋਕਾਂ ਦੇ ਨਾਲ ਵਿਚਰਿਆ, ਮੈਂ ਲੋਕਾਂ ਦੇ ਆਪਣੇ ਵਿਚਾਰ ਸਾਂਝੇ ਕੀਤੇ, ਮੈਂ ਸਮਝਿਆ ਕਿ ਪੱਧਰ ਦੇ ਉੱਪਰ ਕਿਸ ਤਰ੍ਹਾਂ ਪੋਲਿਟਿਕਸ ਚੱਲਦੀ ਹੈ। ਐਂਡ ਸਰਪੰਚ ਇੰਨਾ ਬੇਈਮਾਨ ਨਹੀਂ ਹੋ ਸਕਦਾ ਹੈ ਕਿ ਆਪਣੇ ਜਿਹੜੇ ਪਿੰਡ ਵਾਲੇ ਹੈਗੇ ਉਹ ਇੰਨੇ ਲਾਲਚੀ ਨਹੀਂ ਹੋ ਸਕਦੇ, ਲੇਕਿਨ ਪ੍ਰੋਬਲਮ ਆਉਂਦੀ ਹੈ ਕਿ ਜਿਹੜੀ ਬਿਊਰੋਕ੍ਰੇਸੀ ਹੁੰਦੀ ਹੈ ਉਹ ਗਵਰਨਮੈਂਟ ਸਕੀਮ ਤੇ ਹੁੰਦੀ ਵੀ ਹੈ ਔਰ ਆਣ ਨਹੀਂ ਦਿੰਦੀ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਕਿ ਅਸੀਂ, ਜੇ ਮੈਂ ਸਮਾਂ ਨਹੀਂ ਲੈ ਰਿਹਾ, ਮੈਨੂੰ ਦੱਸ ਦੇਣਾ ਪਲੀਜ਼, ਮੈਂ ਕਰ ਦੇਣਾ, ਬਿਕੋਜ਼ ਆਮ ਵੈਰੀ ਐਕਸਾਈਟਿਡ ਟੂ ਸ਼ੇਅਰ। ਅਸੀਂ ਇੱਕ ਪਿੰਡ ਚੂੜਚਕ ਹੈਗਾ ਇੱਥੇ, ਪਿੰਡ ਮੋਗੇ ਦੇ ਨੇੜੇ, ਉੱਥੇ ਅਸੀਂ BPL ਕਾਰਡ ਬਣਾਉਣ ਦੇ ਨਾਲ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ। 100 ਲੋਕਾਂ ਦਾ BPL ਕਾਰਡ ਬਣੇਗਾ, ਉਹਨੂੰ ਬਲੂ ਕਾਰਡ ਕਹਿੰਦੇ, ਕਿ ਜਿਹੜੇ ਗਰੀਬੀ ਰੇਖਾ ਤੋਂ ਘੱਟ ਹੈਗੇ। ਉਹ ਲੋਕਾਂ ਦੇ ਕੋਲ ਹੁਣ ਪਰ ਈਅਰ 30,000 ਦਾ ਉਹਨਾਂ ਕੋਲ, ਮਤਲਬ ਅਪ ਟੂ 30,000 ਉਹ ਆਪਣਾ ਇਲਾਜ ਕਰਾ ਸਕਦੇ ਨੇ ਕਿਸੇ ਵੀ ਗਵਰਨਮੈਂਟ ਹਸਪੀਟਲ ਵਿੱਚ ਜਾ ਕੇ। ਉਹ ਚੀਜ਼ ਲੋਕਾਂ ਨੂੰ ਪਤਾ ਹੀ ਨਹੀਂ ਸੀਗੀ। ਗਵਰਨਮੈਂਟ ਸਕੀਮ ਐਗਜ਼ਿਸਟ ਕਰੀ ਹੈ, ਲੇਕਿਨ ਲੋਕਾਂ ਨੂੰ ਪਤਾ ਨਹੀਂ ਹੈ। ਵਾਈ? ਬਿਕੋਜ਼ ਉਹ ਥੱਲੇ ਆ ਕੇ ਬਿਊਰੋਕ੍ਰੇਸੀ ਨੇ ਹੋਗੇ ਡਿਸਿਪੇਟ ਕਰਨ ਨਹੀਂ ਦਿੱਤੀ ਗੱਲ ਜੀ। ਮੇਰਾ ਕਹਿਣ ਦਾ ਮਤਲਬ ਸੇਮ ਇਜ਼ ਅ ਕੇਸ ਵਿਦ ਗ੍ਰਾਮ ਸਭਾ ਆਲਸੋ। ਗ੍ਰਾਮ ਸਭਾ ਦੇ ਲਾਜ਼ ਹੈਗੇ ਇਹ ਬਹੁਤ ਹੀ ਪਾਵਰਫੁਲ ਹੈਗੇ, ਠੀਕ ਹੈ। ਉਹ ਇੰਨੇ ਪਾਵਰਫੁਲ ਹੈ ਕਿ ਜੇ ਤੁਸੀਂ ਪਿੰਡ ਪੱਧਰ ਦੇ ਉੱਪਰ ਤੁਸੀਂ ਇੱਕ ਇਜਲਾਸ ਬੁਲਾ ਕੇ 20% ਜਿਹੜੇ ਵੋਟਰ ਹੈਗੇ ਪਿੰਡ ਦੇ, ਉਹ ਐਗਰੀ ਕਰ ਲੈਣ ਕਿ ਅਸੀਂ ਇੱਥੇ ਰੋਡ ਬਣਾਉਣੀ ਹੈ, ਠੀਕ ਹੈ, ਇਹਦੇ ਫੰਡ ਚਾਹੀਦਾ ਹੈ, ਉਹ ਜੇ ਪ੍ਰੋਪਰ ਪ੍ਰੋਸੈਸ ਫੋਲੋ ਕਰਨ, ਮਤਲਬ ਪੰਚਾਇਤ ਸੈਕਟਰੀ ਕੋਲ ਆਪਣੀ ਅਪੀਲ ਭੇਜਣ, ਉਦੋਂ ਇਜਲਾਸ ਨੂੰ ਰੈਜ਼ੋਲੂਸ਼ਨ ਕਹਿੰਦੇ ਉਹਨੂੰ, ਉਸਨੂੰ ਪ੍ਰੋਪਰਲੀ ਰਜਿਸਟਰ ਕਰਨ, ਤੇ ਸਰਕਾਰ ਜਿਹੜੀ ਉਹਨੂੰ ਪੈਸੇ ਦਿੰਦੀ ਹੈ। ਐਂਡ ਉਹ ਪੈਸਾ ਐਕਚੁਅਲੀ ਕੀ ਹੁੰਦਾ, ਜਾਂ ਤੇ ਸਰਪੰਚ ਦੇ ਕੋਲ ਚਲੇ ਜਾਂਦਾ ਹੈ, ਜਾਂ ਪੰਚਾਇਤ ਸੈਕਟਰੀ ਆਗੂਆਂ ਨਾਲ ਮਿਲ ਕੇ ਉਹ ਫਿਰ ਆਪਣੇ ਕੋਲ ਪੈਸੇ ਰੱਖ ਲੈਂਦੇ, ਲੇਕਿਨ ਥੱਲੇ ਕਦੇ ਨਹੀਂ ਆਉਂਦਾ, ਠੀਕ ਹੈ। ਤੇ ਇਹ ਬਹੁਤ ਅਹਿਮ ਚੀਜ਼ ਹੈ ਕਿ ਲੋਕਾਂ ਕੋਲ ਇੰਨੀ ਸਮਝ ਹੋਣੀ ਚਾਹੀਦੀ ਹੈ, ਇੰਨਾ ਹੌਸਲਾ ਹੋਣਾ ਚਾਹੀਦਾ ਹੈ ਕਿ ਉਹ ਸਮਝਣ ਕਿ ਗ੍ਰਾਮ ਸਭਾ ਦੇ ਲਾਜ਼ ਕੀ ਹੈਗੇ, ਕਿਸ ਤਰ੍ਹਾਂ ਉਹ ਆਪਣਾ ਇਜਲਾਸ ਬੁਲਾਉਣਾ ਹੈ। ਇਸੇ ਸੰਦਰਭ ਵਿੱਚ ਮਤਲਬ ਕਾਫੀ ਕੰਮ ਕੀਤਾ। ਇਫ ਯੂ ਵਾਂਟ, ਮਤਲਬ ਮੈਂ ਸਹੀ ਟਾਈਮ ਜੇ ਤੁਸੀਂ ਕਹੋਗੇ ਤੇ ਕੁਝ ਸ਼ੇਅਰ ਕਰਾਂਗਾ, ਆਪਣੇ ਕੁਝ ਵੀਡੀਓਜ਼ ਮੈਂ ਬਣਾਏ ਸੀਗੇ ਜੀ, ਆਪਾਂ ਥੋੜੀ ਦੇਰ ਬਾਅਦ ਉਹ ਸ਼ੇਅਰ ਕਰਾਂਗੇ ਜੀ। ਇੱਕ ਬਰਿੰਦਰ ਜੀ ਮੈਂ ਐਡ ਕਰਨਾ ਚਾਹੁੰਦਾ, ਦੇਖੋ ਇੱਕ ਬੜਾ ਇਹਨਾਂ ਚ ਜਦੋਂ ਯੂਥ ਦੀ ਗੱਲ ਕੀਤੀ ਨਾ ਰਮਨਪਾਲ ਉਹਨਾਂ ਨੇ, ਜਦੋਂ ਮੈਂ ਇੱਥੇ ਵੀ ਯੂਥ ਦੇਖਿਆ ਹੈਗਾ ਜਿਹੜਾ ਕੈਨੇਡਾ ਦੇ ਵਿੱਚ ਬੋਰਨ ਬੱਚੇ ਆ, ਜਿਹੜੇ ਕਹਿੰਦੇ ਸਾਡਾ ਧਰਮ ਨਾਲ ਕੋਈ ਸੰਬੰਧ ਨਹੀਂ, ਰਾਈਟ। ਤੁਸੀਂ ਆਮ ਦੇਖਦੇ ਹੋ ਕਿ ਜਿਹੜੇ ਬੱਚੇ ਸਾਡੇ ਵੀ ਇੱਥੇ ਬੋਰਨ ਹੋਏ, ਉਹਨਾਂ ਨੂੰ ਕਨਵਿੰਸ ਕਰਨਾ ਪੈਂਦਾ ਵੀ ਧਰਮ ਕਿਉਂ ਜ਼ਰੂਰੀ ਹੈ, ਜਾਂ ਜਿਹੜੇ ਬੱਚੇ ਇਹ ਫੀਲ ਕਰਦੇ ਵੀ ਸਾਡਾ ਕੋਈ ਧਰਮ ਨਹੀਂ, ਉਹਨਾਂ ਨੇ ਵੀ ਇਹ ਜਿਹੜਾ ਫੀਲ ਕੀਤਾ। ਔਰ ਉਹ ਜਿਹੜੇ ਨੇ ਉਹ ਉੱਥੇ ਡੋਨੇਸ਼ਨ ਭੇਜ ਰਹੇ ਵੀ ਅਸੀਂ ਕਿਸ ਤਰੀਕੇ ਨਾਲ ਉਹਨਾਂ, ਤੁਸੀਂ ਪਹਿਲਾਂ ਗੱਲ ਕੀਤੀ ਨਾ, ਬੱਚੇ ਠੰਡ 'ਚ, ਬੀਬੀਆਂ ਠੰਡ 'ਚ ਬੈਠੀਆਂ ਨੇ ਜਾਂ ਹੋਰ ਨੇ, ਉਹਦੇ ਲਈ ਇੱਥੇ ਦੇ ਬੋਰਨ ਬੱਚੇ, ਮੈਂ ਇੰਨੀ ਉਤਸ਼ਾਹ ਅੱਜ ਤਾਈਂ ਕਦੇ ਇੱਥੇ ਦੇ ਬੱਚਿਆਂ ਦੇ ਵਿੱਚ ਬੋਰਨ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜਾ ਵਾ ਉਹ ਹਿੱਸਾ ਲੈਣ, ਉਹ ਬਹੁਤ ਵੱਡੀ ਪੋਜ਼ਿਟਿਵ ਅਚੀਵਮੈਂਟ ਜਿਹੜੀ ਹੈਗੀ ਇਹਦੇ ਵਿੱਚੋਂ ਇੱਕ ਉਹ ਵੀ ਜਿਹੜੀ ਹੋਈ ਹੈ ਜੀ। ਇਹ ਤੁਸੀਂ ਠੀਕ ਕਹਿ ਰਹੇ ਹੋ, ਬਿਕਾਜ਼ ਮੈਂ ਪਿਛਲੀਆਂ 2 ਰੈਲੀਆਂ ਵੈਨਕੂਵਰ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਮੈਂ ਉਹਨਾਂ ਦੇ ਵਿੱਚ,
ਤਾਂ ਮੈਂ ਦੇਖਿਆ ਕਿ ਇੰਨੀ ਇਨਕਰੇਜਮੈਂਟ ਸੀਗੀ, ਜਿਹੜੇ ਆਪਾਂ ਯੂਜ਼ਲੀ ਦੇਖੀਏ ਕਿ ਇੱਥੇ ਦੇ ਬੱਚੇ ਬਾਹਲਾ ਪਾਰਟਿਸਿਪੇਟ ਨਹੀਂ ਕਰਦੇ ਇੰਡੀਅਨ ਜਿਹੜੀ ਪੋਲਿਟਿਕਸ ਹੈ ਜਾਂ ਇੰਡੀਅਨ ਜਿਹੜੇ ਇਸ਼ੂਜ਼ ਹੈਗੇ ਆ ਉਹਨਾਂ ਦੇ ਵਿੱਚ, ਪਰ ਇੱਥੇ ਦੇਖਿਆ ਕਿ ਉਹਨਾਂ ਦੀ ਐਕਟਿਵਲੀ ਪਾਰਟਿਸਿਪੇਸ਼ਨ ਸੀ ਤੇ ਉਹ ਪੂਰਾ ਦੱਬ ਕੇ ਪਾਰਟਿਸਿਪੇਟ ਕਰ ਰਹੇ ਸੀ ਇਸ ਅੰਦੋਲਨ ਦੇ ਵਿੱਚ। ਸੋ ਇੱਕ ਨਵੀਂ ਚੇਂਜ ਆਈ ਹੈ। ਇਹਦੇ ਨਾਲ ਵੀ ਆਪਾਂ ਕਹਿੰਦੇ ਆ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਵੀ ਹੁਣ ਆਪਣੀ ਧਰਤੀ ਨਾਲ ਜੁੜਨਾ ਸ਼ੁਰੂ ਹੋਣਗੇ। ਉਹਨਾਂ ਨੂੰ ਅੰਡਰਸਟੈਂਡਿੰਗ ਹੋਊਗੀ ਕਿ ਸਾਡਾ ਪਿਛੋਕੜ ਕੀ ਹੈ, ਪਿੱਛੇ ਚੱਲ ਕੀ ਰਿਹਾ। ਤਾਂ ਉਹ ਜਿਹੜੀ ਪਾਰਟਿਸਿਪੇਸ਼ਨ ਹੈ ਮੇ ਬੀ ਆਉਣ ਵਾਲੇ ਕਈ ਸਾਲਾਂ ਦੇ ਵਿੱਚ ਉਹ ਇੱਕ ਪੋਜ਼ਿਟਿਵ ਰੰਗ ਲੈ ਕੇ ਆਊਗੀ। ਹੋ ਸਕਦਾ ਉਹਨਾਂ ਦੇ ਇੰਟਰਸਟ ਬਣਨ ਕਿ ਅਸੀਂ ਪੰਜਾਬ ਨੂੰ ਬਿਹਤਰ ਕਰੀਏ, ਕਿਉਂਕਿ ਅਸੀਂ ਤਾਂ ਬਿਹਤਰ ਕੰਟਰੀ ਦੇ ਵਿੱਚ ਬੈਠੇ ਹੀ ਹਾਂ। ਤਾਂ ਸ਼ਾਇਦ ਉਹਨਾਂ ਦੀ ਕੰਟਰੀਬਿਊਸ਼ਨ, ਉਹਨਾਂ ਦੇ ਆਈਡੀਆਜ਼ ਕੁਝ ਨਵੇਂ ਰੰਗ ਲੈ ਕੇ ਆਉਣ ਆਪਣੇ ਵਾਸਤੇ। ਠੀਕ ਹੈ ਜੀ। ਸੋ ਸੁਖ ਜੀ, ਇੱਕ ਹੋਰ ਸਵਾਲ ਹੈ ਤੁਹਾਡੇ ਵਾਸਤੇ ਹੁਣ। ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਸਾਰੀਆਂ ਕੰਟਰੀਜ਼ ਦੇ ਵਿੱਚ, ਇੰਡੀਆ ਦੇ ਵਿੱਚ ਤਾਂ ਚਲੋ ਆਪਾਂ ਨਾਲ ਜ਼ੋਰ ਲੱਗਿਆ ਹੀ ਹੋਇਆ ਹੈ, ਕਿਸਾਨ ਜਾਂ ਫਿਰ ਜਿੰਨੇ ਵੀ ਦੁਕਾਨਦਾਰ ਹੈਗੇ ਆ ਜਾਂ ਬਿਜ਼ਨਸ ਕਲਾਸ ਆ ਜਾਂ EMPLOYEES ਹੈਗੇ ਆ, ਸਾਰੇ ਆਪਣੀ ਆਪਣੇ ਲੈਵਲ ਤੇ ਪਾਰਟਿਸਿਪੇਸ਼ਨ ਕਰ ਰਹੇ ਆ। ਪਰ ਜੇ ਆਪਾਂ ਕੈਨੇਡਾ ਦੇ ਵਿੱਚ ਵੀ ਦੇਖੀਏ ਤਾਂ ਸਾਰੇ ਕੈਨੇਡਾ ਦੇ ਵਿੱਚ ਹੀ ਤੁਸੀਂ ਕਿਸੇ ਸ਼ਹਿਰ ਦੀ, ਕਿਸੇ ਸਟੇਟ ਦੀ ਗੱਲ ਚੱਕ ਲਈਏ ਆਪਾਂ, ਹਰ ਕਿਤੇ ਅੰਦੋਲਨ ਹੋ ਰਿਹਾ, ਹਰ ਕਿਤੇ ਆਪਣੇ ਲੈਵਲ ਤੇ, ਚਾਹੇ ਕੋਈ ਇੱਕ ਤਖਤੀ ਫੜ ਕੇ ਖੜਿਆ, ਚਾਹੇ ਕੋਈ ਰੈਲੀ ਕੱਢ ਰਿਹਾ, ਚਾਹੇ ਕੋਈ ਸੋਸ਼ਲ ਮੀਡੀਆ ਤੇ ਜਾ ਕੇ ਪ੍ਰੋਟੈਸਟ ਕਰ ਰਿਹਾ, ਤਾਂ ਆਪਣਾ ਆਪਣਾ ਪਾਰਟਿਸਿਪੇਸ਼ਨ ਦੇ ਰਿਹਾ। ਇੰਡੀਆ ਦੇ ਵਿੱਚ ਤਾਂ ਆਪਾਂ ਗੱਲ ਕਰਦੇ ਹਾਂ ਕਿ ਸਾਡਾ ਫੰਡਾਮੈਂਟਲ ਰਾਈਟ ਹੈਗਾ ਕਿ ਫਰੀडम ਆਫ ਸਪੀਚ ਹੈ, ਸਾਨੂੰ ਬੋਲਣ ਦੀ ਆਜ਼ਾਦੀ ਹੈਗੀ ਹੈ। ਉੱਥੇ ਸਾਡੀ ਜਿਹੜੀ ਬੋਲਣ ਦੀ ਆਜ਼ਾਦੀ ਹੈ ਉਹਨੂੰ ਤਾਂ ਦੱਬਿਆ ਜਾਂਦਾ ਆ, ਹਮੇਸ਼ਾ ਤੋਂ ਦੱਬਿਆ ਜਾਂਦਾ ਰਿਹਾ। ਪਰ ਇੱਥੇ ਸਾਨੂੰ ਜੇ ਆਪਾਂ ਇਸ ਕੰਟਰੀ ਦੀ ਗੱਲ ਕਰੀਏ ਤਾਂ ਇਸ਼ੂ ਇੱਥੇ ਦਾ ਨਹੀਂ ਹੈਗਾ, ਸਾਡੇ ਕੈਨੇਡਾ ਦਾ ਇਸ਼ੂ ਨਹੀਂ, ਪਰ ਸਟਿਲ ਲੋਕ ਸੜਕਾਂ ਤੇ ਆ ਰਹੇ ਆ। ਮੈਂ ਦੇਖਿਆ ਕਿ ਲੋਕਲ ਲੈਵਲ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਪੁਲਿਸ ਹੈ, ਸਾਰਿਆਂ ਤੋਂ ਸਾਨੂੰ ਸਪੋਰਟ ਮਿਲੀ ਹੈ। ਕਿਸੇ ਨੇ ਸਾਨੂੰ ਇਹ ਨਹੀਂ ਰੋਕਿਆ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਸੋ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਕਿ ਜਿਹੜਾ ਆਪਣੇ ਇੱਥੇ ਪ੍ਰੋਟੈਸਟ ਹੋ ਰਿਹਾ, ਸ਼ਾਂਤਮਈ ਪ੍ਰੋਟੈਸਟ ਹੋ ਰਿਹਾ, ਇਹ ਠੀਕ ਚੱਲ ਰਿਹਾ, ਸਾਡੇ ਤਰੀਕੇ ਠੀਕ ਹੈਗੇ ਆ, ਜਾਂ ਤੁਹਾਡੇ ਕੋਈ ਸੁਝਾਅ ਹੋਣ ਜਿਹਦੇ ਵਿੱਚ ਆਪਾਂ ਕਹੀਏ ਕਿ ਕੁਝ ਚੇਂਜਸ ਕਰ ਸਕਦੇ ਹੋਈਏ, ਤਾਂ ਕਿ ਜਿਹੜੀ ਆਪਣੀ ਲੋਕਲ ਕਮਿਊਨਿਟੀ ਹੈ ਇਹ ਨਾ ਹੋਏ ਕਿ ਆਪਾਂ ਉਹਨਾਂ ਨੂੰ ਡਿਸਟਰਬ ਕਰ ਰਹੇ ਹੋਈਏ ਕਿਸੇ ਤਰੀਕੇ ਨਾਲ। ਦੇਖੋ, ਸਾਰਿਆਂ ਨਾਲੋਂ ਵੱਡੀ ਚੀਜ਼ ਜਿਹੜੀ ਰੈਜੋਨੇਟ ਕਰ ਰਹੀ ਹੈ ਲੋਕਾਂ ਦੇ ਨਾਲ, ਜੀ ਨੋ ਫਾਰਮਰ ਨੋ ਫੂਡ। ਠੀਕ ਹੈ ਨਾ, ਜੀ ਇੱਕ ਆਪਾਂ, ਠੀਕ ਹੈ ਨਾ, ਇਹ ਹਿੰਦੁਸਤਾਨ 'ਚ ਵੀ ਪਹਿਲਾਂ ਸੁਣਦੇ ਸੀ ਜੈ ਜਵਾਨ ਤੇ ਜੈ ਕਿਸਾਨ, ਰਾਈਟ? ਮਤਲਬ ਜਦੋਂ ਇੱਥੇ ਫਾਰਮਰ ਦੀ ਗੱਲ ਚੱਲਦੀ, ਉਹਦੇ ਨਾਲ ਜਿਹੜੇ ਹੁਣ ਦੇਖੋ, ਇਹ ਨਹੀਂ ਮੈਂ ਕਹਿੰਦਾ ਵੀ ਆਪਣੇ ਹੀ ਜਿਹੜੇ ਸਾਡੇ ਡਾਇਸਪੋਰਾ ਬਹੁਤ ਵੱਡਾ, ਦੇਖੋ ਕੈਨੇਡਾ ਦੇ ਵਿੱਚ ਹਿੰਦੁਸਤਾਨ ਤੋਂ ਬਹੁਤ ਵੱਡਾ ਡਾਇਸਪੋਰਾ ਬੈਠਾ ਹੈਗਾ। ਮੈਂ ਇਕੱਲੇ ਉਹਨਾਂ ਦੀ ਨਹੀਂ ਗੱਲ ਕਰਦਾ, ਜਿਹੜੇ ਈਵਨ ਕਾਕੇਸ਼ੀਅਨ ਜਿਹੜੇ ਹੋਰ ਕਮਿਊਨਿਟੀਜ਼ ਦੇ ਲੋਕ ਨੇ, ਉਹ ਵੀ ਆ ਕੇ ਪੁੱਛਦੇ ਆ ਵੀ ਸੁੱਖੇ ਕੀ ਗੱਲ ਹੋਈ। ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਆਹ ਗੱਲ ਹੋਈ ਆ, ਉਹ ਉਸ ਗੱਲ ਲਈ ਕਹਿੰਦੇ ਵੀ ਅਸੀਂ ਕਿਸ ਤਰੀਕੇ ਨਾਲ ਹੈਲਪ ਕਰ ਸਕਦੇ ਹਾਂ, ਹਾਊ ਕੈਨ ਬੀ ਪਾਰਟ। ਉਹਦੇ ਵਿੱਚ ਮੈਂ ਦੇਖ ਰਿਹਾ ਹੁਣ, ਚਾਹੇ ਇੱਥੇ ਦੀਆਂ ਲੋਕਲ ਫਾਰਮਰ ਯੂਨੀਅਨਸ ਨੇ ਜਾਂ ਹੋਰ, ਈਵਨ ਇੱਥੇ ਮੈਨੂੰ ਲੱਗਦਾ ਸੀ ਕਿ ਬੱਸ ਡਿਪੂ ਵਾਲਿਆਂ ਨੇ, ਲੋਕਲੀ ਜਿਹੜੀਆਂ ਹੋਰ ਯੂਨੀਅਨਸ ਆ, ਉਹਨਾਂ ਨੇ ਵੀ ਇਹਨਾਂ ਦੀ ਜਿਹੜੀ ਆ ਉਹ ਸਪੋਰਟ ਕਰਨੀ ਸ਼ੁਰੂ ਕਰਤੀ। ਇਹਦੇ ਨਾਲ ਇੱਕ ਚੀਜ਼ ਜਿਹੜੀ ਹੈਗੀ ਆ ਵੱਡੇ ਲੈਵਲ ਤੇ ਜਿਹੜੀ ਆ ਉਹ ਜਿਹੜੀ ਇਹ ਹੋਈ ਆ ਵੀ ਇਸ ਨੂੰ ਬਹੁਤ ਵੱਡਾ ਹੰਗਾਰਾ। ਹਾਂ, ਉਹਦੇ ਵਿੱਚ ਇੱਕ ਚੀਜ਼ ਸਾਨੂੰ ਕਰਨੀ ਚਾਹੀਦੀ, ਸਾਨੂੰ ਫੋਕਸ ਨਹੀਂ ਲੂਜ਼ ਕਰਨਾ ਚਾਹੀਦਾ। ਇੱਥੇ ਮੈਂ ਬਿਨਾਂ ਕਿਸੇ ਦਾ ਨਾਂ ਲਿਆ, ਬਿਨਾਂ ਕਿਸੇ ਵੱਲ ਨੂੰ ਪਰਟੀਕੂਲਰ ਇਸ਼ਾਰਾ ਕੀਤਾ, ਇਹ ਕਹੂੰਗਾ ਵੀ ਸਾਨੂੰ ਚਾਹੀਦਾ ਕਿ ਅਸੀਂ ਕਮਿਊਨਿਟੀਜ਼ ਜਿਹੜੀਆਂ ਨੇ ਉਹਨੂੰ ਇਕੱਠੀਆਂ ਕਰੀਏ, ਨਾ ਕਿ ਕੋਈ ਐਸੀ ਚੀਜ਼ ਕਰੀਏ, ਜਾਂ ਸਾਡੇ ਐਕਸ਼ਨ ਜਿਹੜੇ ਨੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਐਸੇ ਨਹੀਂ ਹੋਣੇ ਚਾਹੀਦੇ ਜਿਹਦੇ ਨਾਲ ਅਸੀਂ ਕਮਿਊਨਿਟੀਜ਼ ਨੂੰ ਦੂਰ ਲੈ ਜਾਈਏ। ਇਨਫੈਕਟ ਜੇ ਕਮਿਊਨਿਟੀਜ਼ ਨੂੰ ਅਸੀਂ ਇਕੱਠਾ ਲੈ ਕੇ ਆਵਾਂਗੇ, ਨੇੜੇ ਲੈ ਕੇ ਆਵਾਂਗੇ, ਇਹ ਇੱਕ ਬਹੁਤ ਵੱਡੀ ਗੱਲ ਹੋਊ। ਮੈਂ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਉਸ ਤੋਂ ਸਾਨੂੰ ਗ੍ਰੇ ਜਿਹੜਾ ਉਹ ਕਰਨਾ ਚਾਹੀਦਾ ਹੈਗਾ। ਜੀ, ਥੈਂਕ ਯੂ ਜੀ। ਅਮਰਵੀਰ ਜੀ, ਨੈਕਸਟ ਕੁਐਸਚਨ ਮੇਰਾ ਤੁਹਾਡੇ ਵੱਲ ਹੈ। ਅਨਮਿਊਟ ਕਰ ਲਓ ਆਪਣੇ ਆਪ ਨੂੰ। ਜੇ ਆਪਾਂ ਆਪਣੇ ਪਿੰਡਾਂ ਦੀ ਗੱਲ ਕਰੀਏ, ਆਪਣੇ ਘਰਾਂ ਦੀ ਗੱਲ ਕਰੀਏ, ਤਾਂ ਜਿਹੜਾ ਆਪਣੇ ਦਾਦੇ ਪੜਦਾਦੇ ਜਾਂ ਫਿਰ ਫਾਦਰ ਹੁੰਦੇ ਆ, ਉਹ ਇੱਕ ਫੈਮਿਲੀ ਦੇ ਹੈਡ ਆ, ਉਹ ਫੈਮਿਲੀ ਨੂੰ ਲੀਡ ਕਰਦੇ ਆ। ਪਿੰਡ ਲੈਵਲ ਤੇ ਆ ਜਾਈਏ ਤਾਂ ਸਰਪੰਚ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਪਿੰਡ ਲੈਵਲ ਤੇ ਸਾਰਿਆਂ ਨੂੰ ਲੀਡ ਕਰੇ। ਤੇ ਜੇ ਆਪਾਂ ਸਟੇਟ ਦੀ ਗੱਲ ਕਰੀਏ ਤਾਂ ਆਪਣੇ ਜਿਹੜੇ CM ਹੈਗੇ ਆ, ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਟੇਟ ਨੂੰ ਲੀਡ ਕਰਨ ਤੇ ਚੰਗੀਆਂ ਪਾਲਿਸੀਜ਼ ਬਣਾਉਣ ਕਿ ਤਾਂ ਕਿ ਜਿਹੜੇ ਲੋਕ ਹੈਗੇ ਆ ਉਹ ਉਹਨਾਂ ਦੇ ਰਾਜ ਦੇ ਵਿੱਚ ਖੁਸ਼ ਰਹਿਣ। ਸੋ ਜੇਕਰ ਆਪਾਂ ਦੇਖੀਏ ਤਾਂ ਜਿਹੜਾ ਕਿਸਾਨ ਅੰਦੋਲਨ ਹੈ, ਠੀਕ ਹੈ, ਉਹਨਾਂ ਨੇ ਕਿਹਾ ਕਿ ਪੋਲੀਟੀਕਲ ਕਲਾਸ ਨੂੰ ਅਸੀਂ ਵਿੱਚ ਇਨਵੋਲਵ ਨਹੀਂ ਕਰਨਾ, ਪਰ ਸਟਿਲ ਜੇ ਆਪਾਂ ਕੈਪਟਨ ਸਾਹਿਬ ਦੀ ਸ਼ਮੂਲੀਅਤ ਦੇਖੀਏ ਇਸ ਅੰਦੋਲਨ ਦੇ ਵਿੱਚ ਤਾਂ ਕਿੱਥੇ ਹੈਗੀ ਹੈ, ਕਿੱਥੇ ਰਹਿ ਗਏ ਉਹ? ਹਾਂਜੀ ਵਰਿੰਦਰ ਜੀ, ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ। ਇਹੋ ਦੇਖੋ, ਜਦੋਂ ਵੀ ਕਿਸੇ ਨੇਤਾ ਦੀ ਨੀਅਤ ਚੰਗੀ ਹੋਵੇ ਨਾ ਤਾਂ ਉਹਦੇ ਰਿਜ਼ਲਟ ਵਧੀਆ ਨਿਕਲਦੇ ਆ ਜੀ। ਨੀਅਤ ਸਭ ਤੋਂ ਵੱਡੀ ਚੀਜ਼ ਹੁੰਦੀ ਆ ਕਿ ਤੁਹਾਡੀ ਨੀਅਤ ਕਿੱਦਾਂ ਆ। ਜੇ ਘਰ ਦਾ ਕੋਈ ਮੁਖੀਆ ਵੀ ਆ ਨਾ, ਜੇ ਉਹਦੀ ਨੀਅਤ ਚੰਗੀ ਨਹੀਂ ਹੈ ਕਿਸੇ ਚੀਜ਼ ਦੇ ਵਿੱਚ, ਤਾਂ ਅਸੀਂ ਕਿੱਦਾਂ ਆਪਣੇ ਪਰਿਵਾਰ ਨੂੰ ਚਲਾਵਾਂਗੇ, ਰਾਈਟ? ਸੋ ਕਿਉਂਕਿ ਆਪਣੇ ਮੁਖੀਏ ਨੂੰ ਹੀ ਸਾਰਿਆਂ ਨੇ ਫੋਲੋ ਕਰਨਾ।
ਜਿੱਦਾਂ ਜੀ, ਜੀ। ਆਪਾਂ ਗੱਲ ਕਰਦੇ ਆ ਕੈਨੇਡਾ ਦੇ ਪ੍ਰੈਜ਼ੀਡੈਂਟ, ਉਹਨਾਂ ਦੀ ਨੀਅਤ ਬੜੀ ਵਧੀਆ। ਹੂੰ ਹੂੰ ਉਹਨਾਂ ਨੇ ਹਰ ਕਮਿਊਨਿਟੀ ਨੂੰ ਇਕੱਠਾ ਕੀਤਾ। ਜੀ ਹੁਣ ਜੇ ਆਪਾਂ ਕੈਪਟਨ ਸਾਹਿਬ ਦੀ ਗੱਲ ਕਰੀਏ ਤਾਂ 70 ਸਾਲ ਦੇ ਵਿੱਚ, ਇੱਕ ਮੈਂ ਐਗਜ਼ਾਮਪਲ ਦੇਣ ਲੱਗਾ, ਮੈਂ ਕਿਸੇ ਪੋਲੀਟੀਸ਼ੀਅਨ ਦਾ ਨਾਂ ਨਹੀਂ ਲੈ ਰਿਹਾ, ਹੂੰ ਕਿਸੇ ਨੂੰ ਇਹ ਨਹੀਂ ਪਤਾ ਸੀ ਵੀ MP ਨੂੰ 25 ਕਰੋੜ ਮਿਲਦਾ। ਹੂੰ ਸਿਰਫ ਇੱਕ ਹੀ ਬੰਦੇ ਨੇ ਆ ਕੇ, ਹੂੰ ਭਗਵੰਤ ਮਾਨ ਨੇ ਆ ਕੇ ਦੱਸਿਆ ਕਿ MP ਨੂੰ 25 ਕਰੋੜ ਮਿਲਦਾ, ਨਹੀਂ ਤਾਂ 70 ਸਾਲ ਦੇ ਵਿੱਚ ਕਿਸੇ ਨੇ ਦੱਸਿਆ ਹੀ ਨਹੀਂ ਕਿ MP ਨੂੰ 25 ਕਰੋੜ ਰੁਪਇਆ ਦਿੱਤਾ ਜਾਂਦਾ ਜਿਹੜਾ ਕਿ ਆਪਣੇ ਇਲਾਕੇ 'ਚ ਲਾ ਸਕਦਾ। ਇਹ ਬਹੁਤ ਵੱਡੀ ਗੱਲ ਸੀ। ਇਹਦੇ ਪਿੱਛੇ ਨੀਅਤ ਆਉਂਦੀ ਆ। ਸੋ ਜੇ ਕੈਪਟਨ ਸਾਹਿਬ ਦੀ ਨੀਅਤ ਵੱਲ ਦੇਖੀਏ ਤਾਂ ਜੇ ਨੀਅਤ ਚੰਗੀ ਹੁੰਦੀ ਕੈਪਟਨ ਸਾਹਿਬ ਦੀ, ਜਿੰਨੀ ਵਾਰੀ ਇਹਨਾਂ ਨੂੰ, ਇਕੱਲੇ ਕੈਪਟਨ ਸਾਹਿਬ ਨਹੀਂ, ਬਾਦਲ ਸਾਹਿਬ ਦੀ ਵੀ ਗੱਲ ਕਰੂੰਗਾ, ਜਿੰਨੀ ਵਾਰੀ ਇਹਨਾਂ ਨੂੰ ਆਪਣੇ ਲੋਕਾਂ ਨੇ ਮੌਕਾ ਦਿੱਤਾ, ਚਾਂਸ ਦਿੱਤਾ, ਇਹਨਾਂ ਨੇ ਉਨੀ ਵਾਰੀ ਇਹਨਾਂ ਨੇ ਲੋਕਾਂ ਨੂੰ ਯੂਜ਼ ਕੀਤਾ। ਇਹਨਾਂ ਨੇ ਸਿਰਫ ਲੋਕਾਂ ਨੂੰ ਯੂਜ਼ ਕੀਤਾ, ਲੋਕਾਂ ਲਈ ਕੁਝ ਨਹੀਂ ਕੀਤਾ। ਹੁਣ ਇਹਦੇ ਵਿੱਚ ਨੀਅਤ, ਮੈਂ ਨੀਅਤ ਦੀ ਗੱਲ ਕਿਉਂ ਕਰਦਾ, ਹੁਣ ਮੈਂ ਥੋੜੀ ਜਿਹੀ ਗੱਲ ਕਰੂੰਗਾ ਦਿੱਲੀ ਦੇ ਵਿੱਚ ਕੰਮ ਜਿਹੜੇ ਹੋ ਰਹੇ ਆ। ਮੈਂ ਕਿਸੇ ਪਾਰਟੀ ਨੂੰ ਨਹੀਂ ਵਾਰ ਰਿਹਾ, ਮੇਰੀ ਗੱਲ ਨੂੰ ਤੁਸੀਂ ਗਲਤ ਨਾ ਲਿਓ। ਜਿਹੜਾ ਬੰਦਾ ਕੰਮ ਕਰਦਾ ਅਸੀਂ ਉਹਦੀ ਗੱਲ ਜ਼ਰੂਰ ਕਰਾਂਗੇ। ਨੀਅਤ ਚੰਗੀ ਸੀ ਦਿੱਲੀ ਦੇ ਵਿੱਚ। ਜੇ ਅਸੀਂ ਉੱਥੇ ਦੇ ਕੰਮ ਦੇਖੀਏ, ਉੱਥੇ ਜਿੱਦਾਂ ਸਿਹਤ ਦੀ ਗੱਲ ਕਰੀਏ, ਸਿੱਖਿਆ ਦੀ ਗੱਲ ਕਰੀਏ, ਤੇ ਇਸ ਵਕਤ ਦਿੱਲੀ ਦਾ ਨਾਂ ਆਉਂਦਾ ਪੂਰੇ ਵਰਲਡ ਦੇ ਵਿੱਚ। ਕਿਉਂ ਆਉਂਦਾ? ਕਿਉਂਕਿ ਉੱਥੇ ਦੇ CM ਦੀ ਨੀਅਤ ਚੰਗੀ ਸੀ। ਹੁਣ ਦੇਖੋ ਕੈਪਟਨ ਸਾਹਿਬ ਨੇ ਕੀ ਕੀਤਾ, ਇਧਰ ਦਾ ਕਿਸਾਨ ਵਿਚਾਰੇ ਦਿੱਲੀ ਆ ਕੇ ਬੈਠੇ ਆ, ਪਿੱਛੇ ਉਹਨਾਂ ਨੇ ਫਿਰ ਅਡਾਨੀ ਦੇ ਨਾਲ ਬਿਜਲੀ ਦਾ ਸਮਝੌਤਾ 6100 ਕਰੋੜ ਦਾ ਕੀਤਾ। ਇਹ ਕਿੱਥੋਂ ਤੱਕ ਦਾ ਇੱਕ CM ਦਾ ਜਿਹੜਾ ਹੈ, ਕਿਉਂਕਿ ਰੀਜ਼ਨ ਪਤਾ ਕੀ ਆ ਭਾਜੀ, ਉਹਨਾਂ ਨੇ ਇਹ ਕਾਣੇ ਕੀਤੇ ਹੋਏ ਆ। ਇੱਕ ਬਾਦਲ ਸਾਹਿਬ ਦੀ ਪਾਲਿਸੀ ਹੁੰਦੀ ਸੀ, ਉਹਨਾਂ ਨੇ ਜਿੰਨੇ ਵੀ MLA ਹੁੰਦੇ ਸੀ ਨਾ, ਉਹਨਾਂ ਦੀਆਂ ਫਾਈਲਾਂ ਰੱਖੀਆਂ ਹੁੰਦੀਆਂ ਸੀ ਜਿਹੜੇ ਉਹ ਗਲਤ ਕੰਮ ਕਰਦੇ ਸੀਗੇ। ਜਦੋਂ ਵੀ ਕੋਈ MLA ਮਾੜਾ ਮੋਟਾ ਅੱਖ ਦਿਖਾਉਣ ਲੱਗਦਾ ਸੀ ਨਾ, ਉਹਨੂੰ ਬੁਲਾ ਕੇ ਤੇ ਫਾਈਲ ਦਿਖਾ ਦਿੰਦੇ ਹੁੰਦੇ ਸੀ, ਕਹਿੰਦੇ ਤੇ ਬੰਦੇ ਨੂੰ ਕਾਣਾ ਕਰਨਾ। ਏਦਾਂ ਹੀ ਇਹ ਬਾਦਲ ਹੋਣੀ, ਇਹ ਕੈਪਟਨ ਹੋਣੀ, ਇਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਫਰਾਡ ਕੀਤੇ ਹੋਏ ਆ, ਇਹ ਕਾਣੇ ਹੋਏ ਆ। ਇਸ ਕਰਕੇ ਇਹ ਜਿਹੜੇ ਲੋਕੀ ਆ, ਜਿੱਦਾਂ ਆਪਣੀ ਸਰਕਾਰਾਂ ਆ, ਇਹਨਾਂ ਨੂੰ ਯੂਜ਼ ਕਰਦੀਆਂ। ਜਿੱਦਾਂ ਹੁਣ ਅਮਿਤ ਸ਼ਾਹ ਜੀ ਨੇ ਬੁਲਾਇਆ ਸੀਗਾ ਕੈਪਟਨ ਸਾਹਿਬ ਨੂੰ, ਉਹ ਇਸ ਕਰਕੇ ਨਹੀਂ ਬੁਲਾਇਆ ਸੀ ਵੀ ਆਪਾਂ ਕਿਸਾਨੀ ਮੁੱਦਿਆਂ ਤੇ ਗੱਲ ਕਰਨੀ ਆ। ਜਦੋਂ ਵਾਪਸ ਗਏ, ਤੁਸੀਂ ਦੇਖਿਆ ਵੀ ਅਡਾਨੀ ਦੇ ਨਾਲ ਜਿਹੜਾ ਬਿਜਲੀ ਦਾ ਸਮਝੌਤਾ 6100 ਕਰੋੜ ਦਾ ਹੋ ਗਿਆ। ਇਹਦਾ ਮਤਲਬ ਕਿ ਲਿੰਕ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਹੈਗੇ ਆ। ਸੋ ਇਹ ਭਾਜੀ, ਮੈਂ ਤੁਹਾਡੀ ਗੱਲਬਾਤ ਜਾਣਾ, ਜਿਹੜੀ ਇੱਕ CM ਦੀ ਨੀਅਤ ਆ ਨਾ, ਉਹ ਬਹੁਤ ਚੰਗੀ ਹੋਣੀ ਬਹੁਤ ਜ਼ਰੂਰੀ ਆ, ਔਰ ਇਹਦੇ ਤੇ ਹੀ ਸਾਰੀ ਡਿਵੈਲਪਮੈਂਟ ਜਿਹੜੀ ਉਹ ਨਿਰਭਰ ਕਰਦੀ ਹੈ ਜੀ। ਰਮਨਪਾਲ ਵੀਰ ਜੀ, ਇਹ ਸਵਾਲ ਮੇਰਾ ਤੁਹਾਡੇ ਵਾਸਤੇ ਹੈ। ਆਪਾਂ ਅੱਜ ਇੱਕ ਨਿਊਜ਼ ਸੁਣ ਰਹੇ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਕਿਸੇ ਨੇ ਪਟੀਸ਼ਨ ਦਾਇਰ ਕੀਤੀ ਹੈ ਕਿ ਜਿਹੜਾ ਇਹ ਅੰਦੋਲਨ ਹੈਗਾ, ਇਹਦੇ ਨਾਲ ਕਹਿ ਲਓ ਕਿ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਜਾਂ ਇਸ ਅੰਦੋਲਨ ਦਾ ਛੇਤੀ ਤੋਂ ਛੇਤੀ ਜਿਹੜਾ ਹੈਗਾ ਹੱਲ ਕੱਢਿਆ ਜਾਵੇ। ਤੁਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਆਲ ਦਾ ਰਿਜ਼ਲਟ ਤਾਂ ਅੱਜ ਆਉਣਗੇ, ਜਿਹੜੀ ਸੁਪਰੀਮ ਕੋਰਟ ਦੀ ਜਿਹੜੀ ਆਪਾਂ ਕਹਿੰਦੇ ਆ ਕਿ ਡਿਸੀਜਨ ਆਊਗਾ ਉਹ ਅੱਜ ਆਊਗਾ, ਪਰ ਸਟਿਲ ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ? ਇਹ ਆਪਣੇ ਅੰਦੋਲਨ ਦੇ ਵਾਸਤੇ ਚੰਗੀ ਚੀਜ਼ ਹੈ, ਅਲਰਟ ਕਰਨ ਵਾਲੀ ਚੀਜ਼ ਹੈਗੀ ਹੈ? ਸਾਨੂੰ ਕਿਸ ਤਰ੍ਹਾਂ ਦੇਖਣਾ ਚਾਹੀਦਾ ਹੈ ਇਸ ਨੂੰ? ਦੇਖੋ, ਦੋ ਪੱਖ ਹੈਗੇ ਇਹਦੇ। ਇੱਕ ਪੱਖ ਹੈਗਾ ਹੈ ਕਿ ਪਟੀਸ਼ਨਸ ਬਹੁਤ ਫਾਈਲ ਹੁੰਦੀਆਂ ਨੇ। ਪਹਿਲੇ ਅਸੀਂ ਵੀ ਦੇਖਿਆ ਸੀਗਾ, CA ਦੇ ਜਿਹੜੇ ਪ੍ਰੋਟੈਸਟ ਤੇ ਬੈਠੇ ਸੀਗੇ, ਉਹਨਾਂ ਦੇ ਅਗੇਂਸਟ ਵੀ ਬੜੀ ਪਟੀਸ਼ਨਸ ਹੋਈਆਂ ਸੀਗੀਆਂ। ਤੇ ਕਈ ਵਾਰੀ ਮੈਲਾਫਾਈਡ ਇੰਟੈਂਟ ਹੁੰਦੀ ਹੈ ਜਸਟ ਟੂ ਗੇਨ ਵਿਜ਼ਿਬਿਲਿਟੀ। ਹੁਣ ਕਈ ਵਾਰੀ ਟਵਿੱਟਰ ਦੇ ਉੱਪਰ ਬਹਿ ਕੇ ਲੋਕੀ ਇਸ ਚੀਜ਼ ਨੂੰ ਪ੍ਰਮੋਟ ਕਰਦੇ, ਦੇਖੋ ਸੁਪਰੀਮ ਕੋਰਟ ਵਿੱਚ ਪਟੀਸ਼ਨ ਫਾਈਲ ਹੋ ਗਈ ਹੈ, ਕੇਸ ਫਾਈਲ ਹੋ ਗਿਆ। ਹੁਣ ਆਮ ਜਿਹੜਾ ਜਨਤਾ ਹੈਗੀ ਹੈ, ਹੁਣ ਜਿਹੜਾ UP, ਬਿਹਾਰ ਜਾਂ ਮੱਧ ਪ੍ਰਦੇਸ਼ ਕਿਧਰੇ ਬੈਠੀ ਹੋਈ ਹੈ, ਜਿਹੜੀ ਸੁਚੇਤ ਨਹੀਂ ਹੈ, ਉਹਨੂੰ ਇਹ ਲੱਗਦਾ ਕਿ ਦੇਖੋ ਸੁਪਰੀਮ ਕੋਰਟ ਦੇ ਉੱਪਰ ਕੇਸ, ਸੁਪਰੀਮ ਕੋਰਟ ਵਿੱਚ ਇਹਨਾਂ ਦੇ ਅਗੇਂਸਟ ਕੇਸ ਹੋ ਗਿਆ ਤਾਂ ਬਹੁਤ ਵੱਡੀ ਗੱਲ ਹੋ ਗਈ ਹੈ। ਤਾਂ ਉਹ ਇੱਕ ਤਰ੍ਹਾਂ ਦਾ ਮਾਰਕੀਟਿੰਗ ਹਵਾ ਬਣਾ ਦਿੰਦੇ ਉਸ ਚੀਜ਼ ਦਾ। ਠੀਕ ਹੈ, ਇੱਕ ਪੱਖ ਇਹ ਹੈ। ਦੂਜਾ ਪੱਖ ਇਹ ਹੈ ਕਿ ਦੇਖੋ ਸਰਕਾਰਾਂ ਜਿਹੜੀ ਹੈਗੀਆਂ ਜਾਂ ਸੁਪਰੀਮ ਕੋਰਟ ਜਿਹੜੀ ਹੈ, ਹੁਣ ਜਿਹੜੇ ਹਾਲ ਦੇ ਵੇਲੇ ਜਿਹੜੇ ਇਹਨਾਂ ਨੇ ਡਿਸੀਜਨ ਲਿੱਤੇ ਨੇ, ਤੇ ਕੁਝ ਵੀ ਹੋ ਸਕਦਾ, ਕੁਝ ਵੀ ਡਿਸੀਜਨ ਹੋ ਸਕਦੀ ਉਹਨਾਂ ਵੱਲੋਂ। ਠੀਕ ਹੈ, ਉਹ ਦੇ ਕੈਨ ਟੇਕ ਇਵਨ ਪਟੀਸ਼ਨ ਫਾਈਲ ਕਰਨ ਦੀ ਲੋੜ ਨਹੀਂ, ਸੋ ਮੋਟੋ ਕੌਗਨੀਜ਼ੈਂਸ ਵੀ ਲੈ ਲੈਣ ਕਿ ਇਹਨਾਂ ਨੂੰ ਉਠਾਉਣ ਦਾ ਕੋਈ ਇੱਕ ਜ਼ਰੀਆ ਹੋ ਜਾਏ ਉਹਨਾਂ ਕੋਲ, ਤੇ ਕੈਨ ਹੈਪਨ ਐਨੀਥਿੰਗ। ਸੋ ਦੋ ਪੱਖ ਹੈਗੇ। ਸੁਪਰੀਮ ਕੋਰਟ ਵੀ ਕੁਝ ਵੀ ਕਰ ਸਕਦਾ ਹੈ, ਤੇ ਕਈ ਵਾਰੀ ਹਵਾ ਬਣਾਉਣ ਲਈ ਜਾਂ ਮਾਰਕੀਟਿੰਗ ਕਰਨ ਵਾਸਤੇ ਵੀ ਇਹਨਾਂ ਨੇ ਆਪਣੇ ਭਗਤਾਂ ਨੂੰ ਇੱਕ ਮਟੀਰੀਅਲ ਦਿੱਤਾ ਕਿ ਚਲੋ ਤੁਸੀਂ ਜਾ ਕੇ ਟਵਿੱਟਰ ਦੇ ਉੱਪਰ ਤੇ ਫੇਸਬੁੱਕ ਆ ਕੇ ਇੱਕ ਉਹਨਾਂ ਦੇ ਕੈਂਪੇਨ ਬਣਾਓ। ਜੀ ਸੁਖਵੀਰ ਜੀ, ਇੱਕ ਕੁਐਸਚਨ, ਹੁਣ ਮੈਨੂੰ ਪਤਾ ਨਹੀਂ ਇਹ ਸਵਾਲ ਠੀਕ ਹੈ ਜਾਂ ਗਲਤ ਹੈ, ਬੜਾ ਟ੍ਰਿਕੀ ਜਿਹਾ ਸਵਾਲ ਆ। ਜੇ ਆਪਾਂ ਗੱਲ ਕਰਦੇ ਸੀ ਕਿ ਜਿਹੜਾ ਕੈਨੇਡਾ ਆ ਉਹ ਹਮੇਸ਼ਾ ਹੀ ਹਿਊਮਨ ਰਾਈਟਸ ਦੀ ਗੱਲ ਕਰਦਾ ਆ, ਜੇਕਰ ਆਪਾਂ ਗੱਲ ਕਰੀਏ ਹਿਊਮਨ ਰਾਈਟਸ ਦੀ, ਤਾਂ ਤੁਹਾਨੂੰ ਲੱਗਦਾ ਹੈ ਕਿ ਆਪਾਂ ਆਪਣੇ ਪਾਰਲੀਮੈਂਟ ਦੇ ਵਿੱਚ ਇੱਥੇ ਕੁਝ ਏਦਾਂ ਦਾ ਪ੍ਰੋਗਰਾਮ ਲਿਖ ਸਕਦੇ ਹਾਂ ਜਾਂ ਕੁਝ ਏਦਾਂ ਦਾ ਐਕਟ ਕਰ ਸਕਦੇ ਹਾਂ ਤਾਂ ਕਿ ਜਿਹੜਾ UN ਦੇ ਥਰੂ ਆਪਾਂ ਜਿਹੜੀ ਇੰਡੀਅਨ ਗਵਰਨਮੈਂਟ ਹੈ ਉਹਨੂੰ ਥੋੜਾ ਜਿਹਾ ਪੁਸ਼ ਕੀਤਾ ਜਾ ਸਕੇ? ਕੀ ਇਸ ਤਰ੍ਹਾਂ ਦੀ ਪੋਸੀਬਿਲਿਟੀ ਜਾਂ ਕੋਈ ਇਸ ਤਰ੍ਹਾਂ ਦਾ ਪਲਾਨ ਹੈਗਾ ਆਪਣੇ ਕੋਲ? ਦੇਖੋ, ਜਦੋਂ ਆਪਾਂ UNO ਦੀ ਗੱਲ ਕਰਦੇ, UNO ਨੇ ਤਾਂ ਆਲਰੇਡੀ ਮੇਰੇ ਹਿਸਾਬ ਨਾਲ ਲੈਟਰ ਜਿਹੜੀ ਹੈ ਇਸ ਵਿਸ਼ੇ ਦੇ ਉੱਤੇ ਜਿਹੜੀ ਹੈ ਉਹ ਲਿਖੀ ਹੈ।
ਇਨਫੈਕਟ ਜੀ। ਯੂਐਨਓ ਜਿਹੜਾ ਹੈਗਾ ਉਹ ਡਾਇਰੈਕਸ਼ਨ ਦਿੰਦਾ ਦੂਜੀ ਕੰਟਰੀਜ਼ ਨੂੰ ਵੀ ਅਸੀਂ ਕੀ ਕਰਨਾ ਹੈਗਾ। ਜਿੱਥੇ ਤੱਕ ਮੈਂ ਦੇਖ ਰਿਹਾ ਵਾਂ ਕਿ ਹੁਣ ਆਪਾਂ ਇੱਕ ਚੀਜ਼ ਤੁਹਾਨੂੰ ਨੋਟਿਸ ਕੀਤਾ ਹੋਣਾ ਹੈਗਾ, ਕਿਉਂਕਿ ਜਦੋਂ ਇਹ ਜਿਹੜੀ ਸੀ ਹਿਊਮਨ ਰਾਈਟਸ ਦੇ ਅੱਗੇ ਜਿਹੜੀ ਸੀਗੀ ਹੱਕ 'ਚ ਤੇ ਅੱਜ ਉਹਨਾਂ ਨਾਲ ਆਪਣੇ ਹਿਊਮਨ ਰਾਈਟਸ ਦੀ ਲੰਘਣਾ ਹੋਈ ਉਹਦੇ ਅਗੇਂਸਟ ਜਿਹੜੀ ਆਵਾਜ਼ ਉੱਠੀ ਦੁਨੀਆ ਭਰ 'ਚ, ਉਹਨੇ ਇੱਕ ਚੀਜ਼ ਜ਼ਰੂਰ ਲਿਆਂਦੀ। ਤੁਸੀਂ ਦੇਖੋਗੇ ਕਿ ਇਸ ਵੇਲੇ ਉਸ ਤੋਂ ਬਾਅਦ ਜਿਹੜਾ ਹੈਗਾ ਕਿਸੇ ਪਾਸੇ ਵੀ ਜਿਹੜੀ ਆ ਉਹ ਜਿਹੜੀ ਚਾਹੇ ਅਥਾਰਟੀ ਚਾਹੁੰਦੀਆਂ ਵੀ ਹੋਣ ਜਿਹੜੀ ਵਾਇਲੈਂਸ ਅਬਿਊਜ਼ ਜਾਂ ਤਸ਼ੱਦਦ ਕ੍ਰੀਏਟ ਕਰਨਾ, ਪਰ ਉਹ ਜਿਹੜਾ ਸੀਗਾ ਉਹ ਸਾਹਮਣੇ ਨਹੀਂ ਹੋ ਪਾਇਆ। ਉਹ ਇਹੀ ਕਾਰਨ ਸੀਗਾ ਕਿ ਜਿਹੜਾ ਉਹ ਅੱਜ ਚਾਹੇ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਇਹ ਗੱਲ ਕਰ ਲਈਏ, ਚਾਹੇ ਉਹ ਪਾਰਲੀਮੈਂਟ ਮੈਂਬਰ ਯੂਕੇ ਦੇ ਜਿਹੜੇ ਨੇ ਉਹਨਾਂ ਦੀ ਗੱਲ ਕਰ ਲਈਏ, ਚਾਹੇ ਉਹ USA ਦੇ ਕਾਂਗਰਸ ਜਿਹੜੇ ਮੈਨ ਔਰ ਵੂਮਨ ਔਰ ਸੈਨੇਟਰਸ ਦੀ ਗੱਲ ਕਰ ਲਈਏ, ਤੇ ਅਰਾਊਂਡ ਦਾ ਵਰਲਡ ਜਦੋਂ ਕੱਲੀ ਉਹ ਨਹੀਂ, ਇਨਫੈਕਟ ਜਦੋਂ ਸੋਸ਼ਲ ਮੀਡੀਆ ਨੇ ਇੰਨੀ ਰਫ਼ਤਾਰ ਫੜ ਲਈ ਕਿ ਆਮ ਸਧਾਰਨ ਵਿਅਕਤੀ ਦੁਨੀਆ ਦੇ ਵਿੱਚ ਬੈਠਾ ਜਿਹੜਾ ਹੈਗਾ ਉਹ ਇਸ ਚੀਜ਼ ਨੂੰ ਦੇਖ ਰਿਹਾ। ਸੋ ਉਸ ਚੀਜ਼ ਨੇ ਇੱਕ ਚੀਜ਼ ਜ਼ਰੂਰ ਜਿਹੜੀ ਕੀਤੀ ਹੈਗੀ ਆ ਅਚੀਵ, ਮੈਂ ਦੇਖ ਰਿਹਾ ਕਿ ਉਸ ਤੋਂ ਬਾਅਦ ਇਹ ਹੋਇਆ ਕਿ ਜਿਹੜਾ ਡਰ ਸੀਗਾ ਆਮ, ਅਸੀਂ ਵੀ ਆਪਾਂ ਸਾਰੇ ਸੋਚਦੇ ਸੀ ਵੀ ਇੰਨੀ ਮਿਲਟਰੀ ਜਿਹੜੀ ਆ ਉਹ ਮੰਗਾ ਲਈ ਗਈ ਆ, ਉੱਥੇ ਐਡੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਲਾ ਦਿੱਤੀ ਗਈ ਆ ਵੀ ਜਿਹੜਾ ਤਸ਼ੱਦਦ ਆ ਇਹਨਾਂ ਤੇ ਜਲਦੀ ਜਿਹੜਾ ਵਾ ਉਹ ਹੋਊਗਾ, ਪਰ ਮਿਲਟਰੀ ਨੇ ਵੀ ਜਿਹੜਾ ਉਹ ਵੀ ਉਹਨਾਂ ਨੇ ਵੀ ਨਹੀਂ ਇਸ ਤੇ ਕੋਈ ਜਿਹੜਾ ਐਸਾ ਕਦਮ ਚੁੱਕਿਆ ਜਿਹੜਾ ਹਿਊਮਨ ਰਾਈਟਸ ਦੇ ਖਿਲਾਫ ਹੋਵੇ। ਸੋ ਅਸੀਂ ਐਜ ਏ ਗਵਰਨਮੈਂਟ ਜਿਹੜਾ ਹੈਗਾ ਸਾਡਾ ਐਜ ਏ ਲੀਡਰ, ਜਿਸ ਤਰ੍ਹਾਂ ਕੁਐਸਚਨ ਸਾਡੇ ਮਿਨਿਸਟਰ ਨੂੰ ਵੀ ਪੁੱਛੇ ਗਏ, ਦੂਜੀ ਪਾਰਟੀ ਵੱਲੋਂ ਵੀ, ਸਾਡੇ ਆਪਣੀ ਪਾਰਟੀ ਵੱਲੋਂ ਵੀ ਇਸ ਵਿਸ਼ੇ ਦੇ ਉੱਤੇ ਡਿਫਰੈਂਟ ਐਮਪੀਜ਼ ਨੇ ਕੁਐਸਚਨ ਪੁੱਛਿਆ, ਉਹਨਾਂ ਨੇ ਵੀ ਬੇਸਿਕਲੀ ਇੱਕੋ ਹੀ ਗੱਲ ਕਹੀ ਕਿ ਜੇਕਰ ਕਿਤੇ ਵੀ ਹਿਊਮਨ ਰਾਈਟਸ ਦੀ ਉਲੰਘਣਾ ਹੋਏਗੀ ਤੇ ਅਸੀਂ ਉਹਨਾਂ ਦੇ ਨਾਲ ਖੜੇ ਹੋਵਾਂਗੇ। ਅੱਜ ਦੇ ਇਸ਼ੂ ਦੇ ਉੱਤੇ ਜਿਹੜਾ ਕੈਨੇਡਾ ਹੈਗਾ ਉਹ ਪ੍ਰਾਈਮ ਮਿਨਿਸਟਰ ਦੀ ਗੱਲ ਕਰ ਲਓ, ਅਪੋਜੀਸ਼ਨ ਦੇ ਲੀਡਰਸ ਜਿਹੜੇ ਨੇ ਉਹ ਟੂਲ ਜਗਮੀਤ ਸਿੰਘ ਉਹਨਾਂ ਦੀ, ਔਰ ਨਾਲ ਹੀ ਜਿਹੜੇ ਸੀਗੇ ਦੂਜੀ ਪਾਰਟੀਆਂ ਦੇ ਮੈਂਬਰ ਆਫ ਪਾਰਲੀਮੈਂਟ, ਸਾਰੇ ਦੇ ਸਾਰੇ ਰਲ ਕੇ ਜਿਹੜੇ ਨੇ, ਇਕੱਲੇ ਉਹ ਨਹੀਂ, ਇਨਫੈਕਟ ਮੈਂ ਦੇਖ ਰਿਹਾ ਵਾਂ ਅਪ ਟੂ ਦਾ ਗਰਾਊਂਡ ਲੈਵਲ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਇੱਥੇ ਦੇ ਜੰਮੇ ਹੋਏ ਬੱਚੇ ਜਿਹੜੇ ਨੇ ਜਿਨ੍ਹਾਂ ਦਾ ਹਿੰਦੁਸਤਾਨ ਦੇ ਨਾਲ ਕੋਈ ਸੰਬੰਧ ਨਹੀਂ, ਔਰ ਉਹ ਧਰਮ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ, ਧਰਮ ਤੋਂ ਔਰ ਉਸ ਤੋਂ ਉੱਚਾ ਉੱਠ ਕੇ ਉਹ ਗੱਲ ਕਰਦੇ ਹੈਗੇ ਆ, ਉਹ ਵੀ ਜਿਹੜੇ ਨੇ ਇਸ ਗੱਲ ਤੇ ਤਤਪਰ ਹੋਏ। ਮੈਂ ਉਹਨਾਂ ਨੂੰ ਇੱਕ ਬੱਚੇ ਨੂੰ ਮੈਂ ਭੇਜੀ, ਕਿਉਂਕਿ ਸਾਨੂੰ ਬਰੀਫਿੰਗ ਆਈ ਹਿੰਦੁਸਤਾਨ ਤੋਂ, ਉਹਨਾਂ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ, ਮੈਂ ਉਹਨਾਂ ਨੂੰ ਉਹ ਕਹਿੰਦੇ ਮੈਨੂੰ ਸਮਝਾ ਫਾਰਮੈਟ ਇਸ਼ੂ। ਮੈਂ ਕਿਹਾ ਵੀ ਮੈਂ ਉਹਨਾਂ ਨੂੰ ਦੱਸਿਆ ਵੀ ਅਸੀਂ ਐਜ ਇਲੈਕਟਡ ਰਿਪਰੈਜ਼ੈਂਟੇਟਿਵ ਦੂਜੇ ਦੇਸ਼ ਦੀ ਲੈਜਿਸਲੇਸ਼ਨ ਦੇ ਵਿੱਚ ਅਸੀਂ ਦਖਲ ਨਹੀਂ ਦੇ ਸਕਦੇ, ਸੋ ਇਸ ਕਰਕੇ ਮੈਨੂੰ ਉਹਦੇ ਬਾਰੇ ਬੜਾ ਗਿਆਨ ਨਹੀਂਗਾ। ਉਹ ਕਹਿੰਦੇ ਉਹ ਸਮਝਣਾ ਚਾਹੁੰਦੇ ਸੀ ਵੀ ਹੈ ਕੀ ਚੀਜ਼ ਆ, ਤੇ ਮੈਂ ਉਹਨਾਂ ਨੂੰ ਉਹ MEA ਵਾਲਾ ਭੇਜ ਦਿੱਤਾ ਜਿਹੜਾ ਸਾਨੂੰ ਬਰੀਫਿੰਗ ਆਈ ਸੀ। ਉਹਨਾਂ ਦਾ ਬੈਕ ਜਵਾਬ ਸੀ, ਉਹ ਕਹਿੰਦੇ ਦਿਸ ਇਜ਼ ਬਾਇਸਡ ਜੀ, ਕਿਉਂਕਿ ਸ਼ੁਰੂ ਚ ਇਹ ਕੀਤਾ ਗਿਆ ਸੀ ਵੀ ਦਿਸ ਇਜ਼ ਡਨ ਫॉर ਦੀ ਬੈਟਰਮੈਂਟ ਆਫ ਜਿਹੜਾ ਉਹ, ਫਿਰ ਬੱਚੇ ਇੱਥੇ ਹੁਣ ਜਿਹੜੇ ਨੇ ਉਹ ਬੜੇ ਐਨਾਲਿਟੀਕਲ ਨੇ, ਉਹ ਸੋਚਦੇ ਇਦਾਂ ਤਾਂ ਕਨਵਿੰਸ ਨਹੀਂ ਹੁੰਦੇ। ਉਹ ਕਹਿੰਦੇ ਵੀ ਇਹ ਦੱਸੋ ਵੀ ਜੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਾ ਕੇ ਬੈਠੇ ਨੇ, ਉਹਨਾਂ ਤੇ ਆਹ ਕੁਛ ਹੋਇਆ, ਫਿਰ ਉਹ ਕਹਿੰਦੇ ਵੀ ਜੇ ਉਹਨਾਂ ਮਤਲਬ ਜੋ, ਸੋ ਇਹ ਜਿਹੜੀ ਚੀਜ਼ ਮੈਂ ਦੇਖਦਾ ਹੈਗਾ ਅਸੀਂ ਜਿਹੜੀ ਆਪ ਦੇ ਤੌਰ ਤੇ ਕਰ ਸਕਦੇ ਹੈਗੇ ਜੇ ਇੰਡੀਅਨ ਗਵਰਨਮੈਂਟ ਦੇ ਨਾਲ ਜਿਹੜੇ ਅਸੀਂ ਫਿਊਚਰ ਦੇ ਵਿੱਚ ਵੀ ਜਦੋਂ ਤੇ ਲੋੜ ਪਊਗੀ, ਕਿਉਂਕਿ ਅਸੀਂ ਦੂਜੀਆਂ ਕੰਟਰੀਜ਼ ਦੇ ਨਾਲ ਜਦੋਂ ਦੇਖਿਆ, ਮੈਂ ਇੰਟਰਨੈਸ਼ਨਲ ਟ੍ਰੇਡ ਕਮੇਟੀ ਤੇ ਬੈਠਾ, ਫ੍ਰੀ ਟ੍ਰੇਡ ਸਾਈਨ ਕਰਦੇ ਹਾਂ, ਕੋਲੰਬੀਆ ਦੇ ਵਿੱਚ ਅਸੀਂ ਫ੍ਰੀ ਟ੍ਰੇਡ ਸਾਈਨ ਕੀਤਾ, ਉਸ ਵੇਲੇ ਜਰੀਬ ਜਿਹੜੇ ਸੀਗੇ ਪ੍ਰੈਜ਼ੀਡੈਂਟ ਸੀਗੇ, 3 ਵਾਰ ਉਹਨਾਂ ਨੂੰ ਕੈਨੇਡਾ ਆਉਣਾ ਪਿਆ, ਕਿਉਂਕਿ ਅਸੀਂ ਮੇਕ ਸ਼ੋਰ ਕੀਤਾ ਸੀ ਜਿਹੜੀ ਪੈਰਾਲੀਗਲ ਮਿਲਟਰੀ ਜਿਹੜੀ ਸੀਗੀ ਉਹ ਕੀ ਕਰ ਰਹੀ ਸੀ, ਡਿਸਪਲੇਸ ਕਰ ਰਹੀ ਸੀ ਲੋਕਾਂ ਨੂੰ, ਇਸ ਤਰੀਕੇ ਨਾਲ ਹਿਊਮਨ ਰਾਈਟਸ ਜਿਹੜੇ ਸੀ ਉੱਥੇ ਉਹਨਾਂ ਨੂੰ ਬਚਾਉਣਾ। ਹਿਊਮਨ ਰਾਈਟਸ ਦੇ ਚੈਪਟਰਸ ਦੀ ਗੱਲ ਕਰ ਲਓ, ਅੱਜ ਵਿਮਨ LGBTQ ਕਮਿਊਨਿਟੀਜ਼ ਦੀ ਗੱਲ ਕਰ ਲਓ, ਇਹ ਜਦੋਂ ਗੱਲ ਆਉਂਦੀ ਹੈਗੀ ਲੇਬਰ ਜਿਹੜੀ ਹੈਗੀ ਫੋਰਸ ਲੇਬਰ, ਇਹ ਜਿਹੜੇ ਪ੍ਰੋਗਰੈਸਿਵ ਐਗਰੀਮੈਂਟਸ ਅਸੀਂ ਸਾਈਨ ਕਰ ਰਹੇ ਹਾਂ ਹਰ ਇੱਕ ਕੰਟਰੀ ਦੇ ਨਾਲ, ਹਮੇਸ਼ਾ ਸਾਡਾ ਇੱਕੋ ਹੀ ਗੱਲ ਰਹੀ ਹੈਗੀ ਆ ਵੀ ਇਹ ਚੈਪਟਰ ਜਿਹੜਾ ਚਾਹੇ ਉਹ এনवायरमेंट ਤੇ ਆ, ਚਾਹੇ ਉਹ ਜਿਹੜਾ ਵਾ ਵਿਮਨ ਤੇ ਹਿਊਮਨ ਰਾਈਟਸ ਤੇ ਹੈਗਾ, ਉੱਥੇ ਅਸੀਂ ਜਿਹੜਾ ਹੈਗਾ ਸਟਰੋਂਗ ਲੀਡਰਸ਼ਿਪ ਪਿੱਛੇ ਵੀ ਦਿਖਾਈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਹੁੰਦੀ ਆ। ਉਹ ਜਿਹੜਾ ਵਾ ਸਮੇਂ ਮੁਤਾਬਕ ਗਵਰਨਮੈਂਟ ਜਿਹੜੀ ਹੈ ਪ੍ਰਧਾਨ ਮੰਤਰੀ ਡਿਸਾਈਡ ਕਰਨਗੇ ਔਰ ਸਾਡਾ ਮਿਨਿਸਟਰ ਜਿਹੜਾ ਡਿਸਾਈਡ ਕਰੂ ਜੀ। ਰਮਨਪਾਲ ਜੀ, ਤੁਹਾਡੇ ਵਾਸਤੇ ਇੱਕ ਸਵਾਲ ਇਹ ਹੈਗਾ ਕਿ ਜਿਹੜਾ ਆਪਾਂ ਹੁਣ ਤੱਕ ਦਾ ਦੇਖੀਏ ਅੰਦੋਲਨ ਤਾਂ ਆਪਣਾ ਪੂਰਾ ਸਕਸੈਸਫੁਲ ਚੱਲ ਰਿਹਾ,
ਪਰ ਜਿਵੇਂ ਕਿ ਵਿੱਚ ਦੀ ਖਬਰਾਂ ਆਉਂਦੀਆਂ ਕਿ ਕੁਝ ਸ਼ਰਾਰਤੀ ਅਨਸਰ ਆ ਜਿਹੜੇ ਉਹ ਵਿੱਚ ਰਲ ਜਾਂਦੇ ਆ, ਕੁਝ ਹੁੱਲੜਬਾਜ਼ੀ ਕਰਦੇ ਆ, ਕੁਝ ਹੋਰ ਸ਼ਰਾਰਤ ਕਰਦੇ ਆ, ਤਾਂ ਚਾਂਸਿਸ ਹੈਗੇ ਆ ਕਿ ਸਰਕਾਰ ਵੀ ਕੁਝ ਆਪਣੇ ਲੋਕਾਂ ਨੂੰ ਵਿੱਚ ਵਾੜ ਕੇ, ਚਾਹੇ ਉਹ ਇੰਟੈਲੀਜੈਂਸ ਦੇ ਲੋਕ ਆ, ਚਾਹੇ ਕੋਈ ਸ਼ਰਾਰਤੀ ਲੋਕ ਆ, ਇਸ ਅੰਦੋਲਨ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰ ਸਕਦੀ ਆ। ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਬਿਲਕੁਲ ਸਹੀ ਸਵਾਲ ਹੈ, ਇਹ ਤੇ ਹੋਣਾ ਹੀ ਹੈ। ਦੇਖੋ, ਕੁਝ ਤੇ ਸਾਡੀ ਆਪਣੀ ਜਿਹੜੀ ਕੌਮ ਹੈਗੀ ਆ, ਮੈਂ ਤੇ ਇਹ ਸਮਝਦਾ ਕੁਝ ਸਾਨੂੰ ਵੀ ਥੋੜਾ ਸੰਭਲ ਕੇ ਰਹਿਣਾ ਚਾਹੀਦਾ ਹੈ। ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਕਰਦੇ ਹਾਂ। ਹੁਣ ਵਾਸ਼ਿੰਗਟਨ ਦੇ ਵਿੱਚ ਵੀ ਕਈ ਸਾਰੀ ਗੱਲਾਂ ਹੋਈਆਂ ਨੇ ਜਿੱਥੇ ਮਹਾਤਮਾ ਗਾਂਧੀ ਦੇ ਜਿਹੜੇ ਬੁੱਤ ਹੈਗਾ ਉਹਦੇ ਉੱਪਰੋਂ, ਠੀਕ ਹੈ, ਆਪਣੇ ਵਿਚਾਰ ਵੱਖ ਹੋ ਸਕਦੇ ਨੇ, ਲੇਕਿਨ ਜਿਹੜਾ ਅਸਲੀ ਮੁੱਦਾ ਹੈ ਉਹ ਭੜਕ ਜਾਂਦਾ ਫਿਰ। ਤੇ ਕੁਝ ਤੇ ਸਾਨੂੰ ਵੀ ਆਪਣੀ ਸਮਝ ਰੱਖਣੀ ਚਾਹੀਦੀ ਹੈ, ਆਪਣੀ ਮਤ ਰੱਖਣੀ ਚਾਹੀਦੀ ਹੈ ਕਿ ਕੁਝ ਇਹੋ ਜਿਹੀ ਹਰਕਤ ਨਾ ਕਰੀਏ ਕਿ ਜਿਹਦੇ ਕਰਕੇ ਪੂਰਾ ਜਿਹੜਾ ਕੈਂਪੇਨ ਹੈ, ਪੂਰਾ ਜਿਹੜੀ ਮੁਹਿੰਮ ਹੈ, ਉਹ ਆਪਣੇ ਜਿਹੜਾ ਉੱਥੋਂ ਡਿਰੇਲ ਹੋ ਜਾਏ। ਠੀਕ ਹੈ। ਦੂਜਾ ਪੱਖ ਇਹ ਵੀ ਹੈ ਕਿ ਸਰਕਾਰ ਵੀ ਚਾਹੁੰਦੀ ਹੈ, ਜਾਂ ਜਿਹੜੇ ਪੋਲੀਟੀਸ਼ੀਅਨ ਹੈ ਉਹ ਵੀ ਚਾਹੁੰਦੇ ਨੇ ਕਿ ਕਿਸੇ ਤਰ੍ਹਾਂ ਲੋਕਾਂ ਦੇ ਵਿੱਚ ਏਕਾ ਵੀ ਟੁੱਟੇ। ਹੁਣ ਉਹ ਹਰਿਆਣਾ ਦੇ ਵੱਲ ਬਿਠਾ ਕੇ ਆਪਣੇ ਉਹ ਪੰਜਾਬ ਨੂੰ ਗਾਲਾਂ ਕੱਢਣਗੇ, ਪੰਜਾਬ ਵਿੱਚ ਬਿਠਾ ਕੇ ਹਰਿਆਣਾ ਨੂੰ ਗਾਲਾਂ ਕੱਢਣਗੇ, ਦੋਵੇਂ ਮਿਲ ਕੇ ਰਾਜਸਥਾਨ ਨੂੰ ਗਾਲਾਂ ਕੱਢਣਗੇ, ਸੋ ਦੈਟ ਇੱਕ ਵੀਡੀਓ ਬਣ ਜਾਏ। ਉਹ ਛੋਟਾ ਜਿਹੜਾ 1-2 ਮਿੰਟ ਦਾ ਵੀਡੀਓ ਹੁੰਦਾ, ਉਹੀ ਪੂਰੀ ਚੀਜ਼ ਜਿਹੜੀ ਖਰਾਬ ਕਰ ਦਿੰਦਾ, ਪੂਰੀ ਮੁਹਿੰਮ ਖਰਾਬ ਕਰਦਾ। ਇਹਨਾਂ ਨੂੰ ਚਾਹੀਦਾ ਵੀ ਉਹ 1-2 ਮਿੰਟ ਦਾ ਵੀਡੀਓ ਹੁੰਦਾ, ਸੋ ਦੈਟ ਉਹ WhatsApp ਦੇ ਉੱਪਰ ਆ ਜਾਏ ਤੇ ਹਰ ਕਿਸੇ ਦੇ ਕੋਲ ਉਹ ਪਹੁੰਚ ਜਾਏ। ਤੇ ਇਹ ਸਰਕਾਰ ਵੀ ਚਾਹੁੰਦੀ, ਮਤਲਬ ਪੋਲੀਟੀਸ਼ੀਅਨ ਵੀ ਚਾਹੁੰਦਾ ਕਿ ਇਸ ਤਰ੍ਹਾਂ ਦਾ ਕੋਈ ਹਰਕਤ ਹੋਵੇ, ਐਂਡ ਆਪਣੇ ਬੰਦੇ ਵੀ ਬਿਠਾਊਗਾ, ਐਂਡ ਹੋਏਗਾ। ਇਹ ਤੇ ਹੋਰ ਹੋਏਗਾ ਅੱਗੇ ਆਉਣ ਵਾਲੇ ਟਾਈਮ ਤੇ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਇੱਕ ਆਪਣੇ ਜਿਹੜਾ ਮੇਨ ਜਿਹੜਾ ਮਕਸਦ ਹੈ, ਅਸੀਂ ਉਹਨੂੰ ਨਾ ਭੁੱਲੀਏ। ਕਿਸ ਕਰਕੇ ਅਸੀਂ ਬੈਠੇ ਹਾਂ, ਕੀ ਸਾਨੂੰ ਚਾਹੀਦਾ ਹੈ, ਕਿਹੜੀ ਪ੍ਰੋਬਲਮ ਅਸੀਂ ਸੋਲਵ ਕਰ ਰਹੇ ਹਾਂ। ਮਤਲਬ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਪ੍ਰੋਬਲਮ ਹੈ ਕੀ, ਮਤਲਬ MSP ਨਹੀਂ ਹੈ ਹੁਣ ਸਿਰਫ ਜੇ ਜਾ ਕੇ ਕਿਸੇ ਨੂੰ। ਹੁਣ I'm very fortunate, I think it's very fortunate ਕਿ ਜਿੱਥੇ ਜਿੰਨੇ ਵੀ ਲੋਕਾਂ ਨੂੰ ਜਾ ਕੇ ਇਹਨਾਂ YouTube ਚੈਨਲ ਦੇ ਜਿਹੜੇ ਉਹ ਹੈਗੇ, ਨਿਊਜ਼ ਲਾਂਡਰੀ ਹੋ ਗਿਆ, ਜਾਂ ਜਿੰਨੇ ਵੀ ਨਿਊਜ਼ ਚੈਨਲ ਹੈਗੇ, ਉਹਨਾਂ ਨੇ ਆਪਣਾ ਇੰਟਰਵਿਊ ਲਿਆ ਹੈ। ਹਰ ਕਿਸੇ ਨੂੰ ਆਲਮੋਸਟ ਪਤਾ ਸੀ ਕਿ ਹੈ ਮੁੱਦਾ ਕੀ ਹੈ, ਲੇਕਿਨ ਲੋਕਾਂ ਨੂੰ ਫਿਰ ਵੀ ਪਤਾ ਹੋਣਾ ਚਾਹੀਦਾ ਕਿ ਮੈਂ ਬੈਠਾ ਕਿਉਂ ਇੱਥੇ। ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰਾ ਮਸਲਾ ਕੀ ਹੈ, ਇਹ ਕੀ ਚੀਜ਼ ਸੋਲਵ ਕਰਨੀ ਹੈ। ਬਿਕੋਜ਼ ਜੇ ਮਸਲਾ ਸੋਲਵ ਵੀ ਹੋ ਗਿਆ, ਕਿਉਂਕਿ ਬਿੱਲ ਜੇ ਵਾਪਸ ਹੋ ਗਏ ਠੀਕ ਹੈ, ਲੇਕਿਨ ਪ੍ਰੋਬਲਮ ਤੇ ਉੱਥੇ ਦੀ ਉੱਥੇ ਰਹੇਗੀ ਨਾ। ਹੁਣ ਜੇ MSP ਦੀ ਪ੍ਰੋਬਲਮ ਅਸੀਂ ਦੇਖੀਏ ਤੇ ਟੋਟਲ MSP 13% ਹੀ ਸਿਰਫ ਜਿਹੜਾ MSP ਜਿਹੜਾ ਆਊਟ ਆਫ ਆਲ ਜਿਹੜੇ ਵੀ ਕ੍ਰੌਪਸ ਜਿਹੜੇ ਹੈਗੇ ਸੈਲ ਹੁੰਦੇ ਨੇ MSP ਦੇ ਅੰਡਰ, ਉਹਦੇ ਵਿੱਚੋਂ ਸਰਕਾਰ ਸਿਰਫ 13% ਹੀ ਲੈਂਦੀ ਹੈ ਜੀ। ਉਸ ਤੋਂ ਬਾਅਦ ਜਿਹੜਾ ਐਕਸਪੋਰਟ ਦੀ ਪ੍ਰੋਬਲਮ ਹੈ, ਜਾਂ ਉਸ ਤੋਂ ਬਾਅਦ ਟ੍ਰੇਡ ਐਗਰੀਮੈਂਟਸ ਦੀ ਪ੍ਰੋਬਲਮ ਹੈ, ਉਸ ਤੋਂ ਬਾਅਦ ਜਿਹੜੀ ਆਪਣੇ ਪ੍ਰੋਸੈਸਿੰਗ ਦੀ ਪਾਵਰ ਹੈ, ਫੂਡ ਪ੍ਰੋਸੈਸਿੰਗ ਦੀ ਪਾਵਰ ਹੈ, ਪ੍ਰਾਇਮਰੀ ਪ੍ਰੋਸੈਸਿੰਗ, ਸੈਕੰਡਰੀ ਪ੍ਰੋਸੈਸਿੰਗ, ਉਹ ਜਿਹੜੀ ਪ੍ਰੋਬਲਮ ਉਹ ਤਾਂ ਰਹਿਣੀ ਹੈ। ਤੇ ਇਸ ਕਰਕੇ to understand ਕਿ ਐਕਚੁਅਲ ਪ੍ਰੋਬਲਮ ਹੈ ਕਿ ਸੋਲਵ ਕੀ ਕਰਨਾ ਹੈ। ਬਿਕੋਜ਼ ਮਕਸਦ ਸਿਰਫ ਇਹ ਨਹੀਂ ਹੁੰਦਾ ਕਿ ਇੱਕ ਕਿਸਾਨ ਬਿੱਲ ਵਾਪਸ ਹੋਣ, ਬਟ ਐਕਚੁਅਲੀ ਜਿਹੜਾ ਪ੍ਰੋਬਲਮ ਹੈਗੀ ਹੈ ਕੋਈ, ਅਸੀਂ ਮੁੜ ਕੇ ਫਿਰ ਵਾਪਸ ਉਸੇ ਸਕੁਅਰ 1 ਤੇ ਜਾਣਾ ਹੈ। ਲੇਕਿਨ ਉਸ ਸਕੁਅਰ ਜਾ ਕੇ ਸਾਨੂੰ ਪ੍ਰੋਬਲਮ ਕਿਹੜੀ ਸੋਲਵ ਕਰਨੀ ਹੈ, ਕਿਹੜੀ ਚੀਜ਼ ਅਸੀਂ ਸਰਕਾਰ ਦੇ ਉੱਪਰ ਡਿਪੈਂਡ ਹੋ ਕੇ ਕਰ ਸਕਦੇ ਹਾਂ। ਆਈ ਥਿੰਕ ਕਿਸੇ ਨੇ ਸੁਖ ਭਾਜੀ ਨੇ ਕਿਹਾ ਕਿ ਸਰਕਾਰ ਦੇ ਉੱਪਰ ਡਿਪੈਂਡ ਹੋ ਕੇ ਕਰਨਾ ਹੈ ਜਾਂ ਆਪੇ ਹੋ ਕੇ ਕਰਨਾ ਹੈ। ਕਿਉਂਕਿ ਕਈ ਗੱਲਾਂ ਹੈਗੀਆਂ ਜਿਹੜੇ ਆਪਣੇ ਨਿੱਜੀ ਤੌਰ ਦੇ ਉੱਪਰ ਇੰਡੀਵਿਜੂਅਲੀ ਐਜ਼ ਅ ਕਮਿਊਨਿਟੀ ਆਲਸੋ ਅਸੀਂ ਸੋਲਵ ਕਰ ਸਕਦੇ ਹਾਂ। ਐਗਜ਼ਾਮਪਲ ਦੇਣਾ ਕਿ 2 ਜਰਮਨੀ ਦੇ ਮੁੰਡੇ ਹੈਗੇ, ਉਹਨਾਂ ਨੇ ਇੱਕ ਕਨਸੈਪਟ ਲਿੱਤਾ ਹੈ, ਪੰਜਾਬੀ ਮੁੰਡੇ ਹੈਗੇ, ਉਹਨਾਂ ਨੇ ਕਨਸੈਪਟ ਲਿੱਤਾ ਹੈ ਕਿ ਡਾਇਰੈਕਟ ਫਾਰਮ ਟੂ ਫੋਕ। ਉਹਦੇ ਵਿੱਚ ਕੀ ਹੈ ਕਿ ਕਮਿਊਨਿਟੀਜ਼ ਹੈਗੀਆਂ, ਕਿ ਉਹਨਾਂ ਵੈਬਸਾਈਟ ਬਣਾਈ ਹੈ, ਉੱਥੋਂ ਆਪਣੇ ਫਾਰਮਰ ਉਹਨਾਂ ਨੇ ਕਮਿਊਨਿਟੀ ਬਣਾਈ ਹੈ ਕਿ ਇਹ ਫਾਰਮਰ ਹੈਗੇ, ਤੁਹਾਨੂੰ ਇਹ ਸਮਾਨ ਸਪਲਾਈ ਕਰਨਗੇ ਪੂਰੇ ਇੱਕ ਹਫ਼ਤੇ ਦਾ, ਤੁਸੀਂ ਉਹਨਾਂ ਨਾਲ ਅਰੇਂਜ ਕਰੋ, ਉਹ ਤੁਹਾਨੂੰ ਇਹ ਸਮਾਨ, ਇਹ ਜਿਹੜਾ ਵੈਜੀਟੇਬਲ ਹੈਗਾ ਜਾਂ ਜਿਹੜੀ ਵੀ ਕ੍ਰੌਪ ਹੈਗੇ, ਇਹ ਤੁਹਾਨੂੰ ਸਪਲਾਈ ਕਰਨਗੇ। ਉਹ ਸਕਸੈਸਫੁਲ ਹੈ ਨਹੀਂ ਸਕਸੈਸਫੁਲ ਉਹ ਬਾਅਦ ਦੀ ਗੱਲ ਹੈ, ਲੇਕਿਨ ਕੀ ਅਸੀਂ ਨੂੰ ਸਕਸੈਸਫੁਲ ਬਣਾ ਸਕਦੇ ਹਾਂ, ਕਿ NRI ਉਹਦੇ ਵਿੱਚ ਕੰਟਰੀਬਿਊਸ਼ਨ ਪਾ ਸਕਦਾ ਹੈ, ਨਾਟ ਐਜ਼ ਮਨੀ ਬਟ ਐਜ਼ ਅ ਬ੍ਰੇਨ ਪਾਵਰ, ਕਿ ਅਸੀਂ ਕੁਝ ਪਾ ਸਕਦੇ ਹਾਂ, ਆਪਣੀ ਹੌਸਲਾ ਕਰ ਸਕਦੇ ਹਾਂ ਕਿ ਅਸੀਂ ਇਸ ਤਰ੍ਹਾਂ ਦੇ ਮਾਡਲ ਅਸੀਂ ਲੈ ਕੇ ਆਈਏ। ਜਾਂ ਕੋਆਪਰੇਟਿਵਸ ਬਣੇ ਹੋਏ ਨੇ ਜਿਹਦੇ ਵਿੱਚ ਕਿ ਤੁਹਾਨੂੰ ਟਰੈਕਟਰ ਲੈਣ ਦੀ ਲੋੜ ਨਹੀਂ ਹੈ, ਤੁਸੀਂ ਟਰੈਕਟਰ ਕਮਿਊਨਿਟੀ ਲੈਵਲ ਤੇ ਲਓ ਤੇ ਉਹ ਟਰੈਕਟਰ ਜਿਹੜਾ ਤੁਸੀਂ ਸ਼ੇਅਰ ਕਰੋ, ਯੂ ਡੋਨਟ ਨੀਡ ਟੂ ਹੈਵ ਅ ਕੈਪੀਟਲ ਐਕਸਪੈਂਡੀਚਰ ਵੈਰੀ ਮਚ ਅਪਫਰੰਟ। ਤੇ ਇਸ ਤਰ੍ਹਾਂ ਜਿਹੜੇ ਕਨਸੈਪਟਸ ਹੈਗੇ ਸਾਨੂੰ ਸਮਝਣੇ ਪੈਣਗੇ ਕਿ ਅਸੀਂ ਪ੍ਰੋਬਲਮ ਹੈ ਕੀ ਹੈ, ਪ੍ਰੋਬਲਮ ਸੋਲਵ ਕਿਵੇਂ ਕਰਨੀ ਹੈ ਉਸ ਚੀਜ਼ ਨੂੰ। ਜੀ ਇੱਕ ਬ੍ਰਿੰਦਰ ਜੀ, ਤੁਸੀਂ ਕਿਹਾ ਨਾ ਵੀ ਇਨਫਿਲਟ੍ਰੇਸ਼ਨ, ਇਹ ਇਕੱਲੀ ਗਵਰਨਮੈਂਟ ਨਹੀਂ। ਇਨਫੈਕਟ ਜਦੋਂ ਮੈਂ ਦੇਖਿਆ ਕਈ ਆਪਣੇ ਆਪਾਂ ਅੰਦੋਲਨ ਦੇਖਦੇ ਹਾਂ, ਉਹਨਾਂ ਦੇ ਵਿੱਚ ਤੁਹਾਨੂੰ ਦੇਖਣ ਚ ਆਇਆ ਹੋ ਕਈ ਪਾਰਟਿਕੂਲਰ ਇੰਟਰਸਟ ਗਰੁੱਪਸ ਵੀ ਹੁੰਦੇ ਨੇ ਜੀ, ਚਾਹੇ ਉਹਨਾਂ ਦਾ ਸਰਕਾਰ ਦੇ ਨਾਲ ਕੋਈ ਸੰਬੰਧ ਨਾ ਹੋਵੇ, ਠੀਕ ਹੈ ਨਾ, ਪਰ ਉਹਨਾਂ ਦਾ ਪਾਰਟਿਕੂਲਰ ਇੰਟਰਸਟ ਗਰੁੱਪ ਹੁੰਦੇ ਨੇ। ਉਹਨਾਂ ਦਾ ਇੰਟਰਸਟ ਹੁੰਦਾ ਵੀ ਉਹਨਾਂ ਨੇ ਜਿਹੜੀ ਚੀਜ਼ ਉਹਨਾਂ ਦੇ ਉਹ ਇੰਟਰਸਟ ਦੇ ਖਿਲਾਫ ਚੱਲ ਰਹੀ ਆ, ਉਹਨੂੰ ਉਹਨਾਂ ਨੇ ਕਿਸ ਤਰੀਕੇ ਨਾਲ ਡੀਰੇਲ ਕਰਨਾ ਹੈਗਾ। ਸੋ ਸਾਨੂੰ ਹਰ ਪਾਸਿਓਂ ਜਿਹੜਾ ਵਾ ਉਹ ਸੁਚੇਤ ਰਹਿਣਾ ਪੈਂਦਾ। ਸੋ ਇਹੀ ਗੱਲ ਫੇਰ ਜਿੱਦਾਂ ਰਮਨਪਾਲ ਉਹਨਾਂ ਨੇ ਵੀ ਕਿਹਾ, ਤੁਸੀਂ ਵੀ, ਮੈਂ ਕਹਿੰਦਾ ਵੀ ਲੈਟਸ ਬ੍ਰਿੰਗ
ਕਮਿਊਨਿਟੀਜ਼ ਟੁਗੇਦਰ, ਇਕੱਠੀਆਂ ਕਰੀਏ, ਕੋਈ ਐਸੀ ਗੱਲ ਨਾ ਕਰੀਏ ਜਿਸ ਮੁੱਦੇ ਕਰਕੇ ਇਹ ਸਾਰਾ ਇਸ਼ੂ ਜਿਹੜਾ ਇਹਦਾ ਫੋਕਸ ਆ ਉਹ ਯੂਨਿਟੀ ਵੱਲੋਂ ਜਿਹੜਾ ਹੈਗਾ ਜਿਹੜਾ ਉਹ ਦੂਜੇ ਪਾਸੇ ਨੂੰ ਅਸੀਂ ਲੈ ਜਾਈਏ, ਲੋਕਾਂ ਦਾ ਧਿਆਨ ਬਜਾਏ ਕਿ ਇੱਧਰ ਨੂੰ ਲੱਗੇ, ਧਿਆਨ ਜਿਹੜਾ ਹੈਗਾ ਉਹ ਇਹ ਲੱਗ ਜਾਏ ਵੀ ਜੀ ਅੱਜ ਇੱਥੇ ਆ ਗੱਲ। ਉਹ ਸੋ ਪਰਟੀਕੂਲਰ ਇੰਟਰਸਟ ਗਰੁੱਪ ਜਿਹੜੇ ਨੇ ਉਹ ਵੀ ਕਈ ਵਾਰ ਜਿਹੜਾ ਡੀਰੇਲ ਕਰ ਦਿੰਦੇ ਨੇ ਵੱਡੇ ਜਿਹੜੀਆਂ ਮੁਹਿੰਮਾਂ ਨੇ, ਉਹਨਾਂ ਤੋਂ ਵੀ ਸੁਚੇਤ ਰਹਿਣਾ ਪੈਂਦਾ, ਚਾਹੇ ਉਹ ਬਿਜ਼ਨਸ ਇੰਟਰਸਟ ਗਰੁੱਪਸ ਨੇ, ਚਾਹੇ ਉਹ ਹੋਰ ਕਿਸੇ ਕਿਸਮ ਦੇ ਹੋਣ। ਵਡਿਆਲੋ ਜੀ ਤੇ ਬਿਲਕੁਲ ਜੀ, ਇੱਕ ਥੋੜੀ ਜਿਹੀ ਗੱਲ ਕਰਨਾ ਚਾਹੁੰਦਾ ਹਾਂ। ਇਨਫਿਲਟ੍ਰੇਸ਼ਨ ਦੀ ਗੱਲ ਕੀਤੀ ਹੈ, ਹੁਣ ਜਿਹੜੇ ਇਹ ਆਪਣੇ ਫਿਲਮ ਸਟਾਰਸ ਹੈਗੇ, ਠੀਕ ਹੈ, ਹਿਮਾਚਲ ਚ ਬੈ ਕੇ ਉਹ ਜੋ ਟਵਿੱਟਰ ਤੇ ਟਵੀਟ ਕਰਦੀ ਹੈ, ਜਿਹਨੂੰ ਦਿਲਜੀਤ ਦੋਸਾਂਝ ਨੇ ਹੁਣ ਰਿਸਪੌਂਡ ਕੀਤਾ, ਉਹ ਵੀ ਇਨਫਿਲਟ੍ਰੇਸ਼ਨ ਤੋਂ ਘੱਟ ਨਹੀਂ ਹੈ। ਉਹ ਵੀ ਇੱਕ ਤਰ੍ਹਾਂ ਦਾ ਇਨਫਿਲਟ੍ਰੇਸ਼ਨ ਕਰਕੇ ਮਤਲਬ ਜਿਹੜਾ ਪੂਰਾ ਮੂਵਮੈਂਟ ਹੈ ਉਸਨੂੰ ਡੀਰੇਲ ਕਰਨ ਦੀ ਹੈ, ਸਾਡੀ ਅਟੈਂਸ਼ਨ ਡਾਇਵਰਟ ਕਰਨ ਦੀ ਹੈ। ਲੇਕਿਨ ਹੁਣ ਤੁਸੀਂ ਉਸ ਪੱਖ ਦੇ ਆਪੋਜ਼ਿਟ ਤੁਸੀਂ ਦੇਖੋ, ਹੁਣ ਦਿਲਜੀਤ ਦੋਸਾਂਝ ਨੇ ਜਵਾਬ ਦਿੱਤਾ, ਠੀਕ ਹੈ, ਉਸ ਕੁੜੀ ਨੂੰ। ਹੁਣ ਉਹ ਜਵਾਬ ਕਰਕੇ ਪਤਾ ਲੱਗਿਆ ਕਿ ਹਾਂ ਜਵਾਬ ਦੇਣ ਵਾਲੇ ਹੈਗੇ, ਠੀਕ ਹੈ। ਉਹ ਫਿਰ ਦੁਬਾਰਾ ਆ ਕੇ ਫਿਰ ਦੁਬਾਰਾ ਦਿਲਜੀਤ ਦੋਸਾਂਝ ਨੂੰ ਇਨਸਟੀਗੇਟ ਕਰ ਰਹੀ ਹੈ ਕਿ ਤੂੰ ਜਵਾਬ ਦੇ, ਠੀਕ ਹੈ। ਲੇਕਿਨ ਦਿਲਜੀਤ ਨੇ ਹੁਣ ਉਸ ਚੀਜ਼ ਨੂੰ ਡਾਇਰੈਕਟਲੀ ਜਵਾਬ ਨਹੀਂ ਦਿੱਤਾ, ਠੀਕ ਹੈ। ਉਹ ਹਾਲੇ ਵੀ ਉਹਦਾ ਜਿਹੜਾ ਉਹਨੂੰ ਡਾਇਰੈਕਟਲੀ ਜਵਾਬ ਨਹੀਂ ਦਿੱਤਾ, ਇਹਦਾ ਮਤਲਬ ਉਹਨੂੰ ਇੰਪੋਰਟੈਂਸ ਨਹੀਂ ਦਿੱਤੀ। ਉਹਨੂੰ ਇੰਪੋਰਟੈਂਸ ਨਹੀਂ ਦਿੱਤੀ ਦਾ ਮਤਲਬ ਹੁਣ ਤੁਸੀਂ ਜਾ ਕੇ ਕੰਪੇਅਰ ਕਰੋਗੇ ਨਾ, ਜੇ ਲਾਈਕਸ ਕਰੋਗੇ ਦੋਵਾਂ ਦੀ ਪੋਸਟਾਂ ਦੇ, ਉਸ ਕੁੜੀ ਦੀ ਜਿਹੜੀ ਹਿਮਾਚਲ ਤੋਂ ਹੈਗੀ ਤੇ ਦਿਲਜੀਤ ਦੋਸਾਂਝ ਦੀ ਜੇ 90,000 ਜਿਹੜੀ ਲਾਈਕਸ ਹੈਗੇ ਉਸ ਪੋਸਟ ਦੇ ਉੱਪਰ, ਜਿਹਦੇ ਉੱਪਰ ਉਹਨੂੰ ਬਿਲਕੁਲ ਵੀ ਉਹਨੇ ਭਾਵ ਨਹੀਂ ਦਿੱਤਾ। ਦੂਜੀ ਤਰਫ ਤੁਸੀਂ ਉਸ ਕੁੜੀ ਨੂੰ ਦੇਖੋਗੇ ਤੇ ਉਹਦੇ ਸਿਰਫ 17,000 ਹੈਗੇ, ਕਿੱਥੇ 90,000 ਕਿੱਥੇ 17,000 ਲਾਈਕਸ ਹੈਗੇ, ਠੀਕ ਹੈ। ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਇਗਨੋਰ ਕਰੋਗੇ ਨਾ ਇਹਨਾਂ ਜਿਹੜੇ ਫ੍ਰਿੰਜ ਐਲੀਮੈਂਟਸ ਹੈਗੇ, ਜਿਹਨੂੰ ਅਸੀਂ ਕਹਿੰਦੇ ਹਾਂ, ਜਿਹੜੇ ਇਨਫਿਲਟ੍ਰੇਟਰ ਹੈਗੇ ਸੋਸ਼ਲ ਮੀਡੀਆ ਦੇ ਉੱਪਰ ਹੋ ਗਏ ਜਾਂ ਜਿਹੜੇ ਗਰਾਊਂਡ ਲੈਵਲ ਤੇ ਹੈਗੇ, ਐਂਡ ਜਸਟ ਕੀਪ ਫੋਕਸਿੰਗ ਔਨ ਐਕਚੁਅਲ ਮੇਨ ਪਰਪਸ ਫॉर ਵਿਚ ਯੂ ਆਰ देयर, ਆਈ ਥਿੰਕ ਵੀ ਕੈਨ ਅਚੀਵ ਮੈਨੀ ਥਿੰਗਸ। ਜੀ ਇੱਕ ਕੁਇਕ ਸ਼ਾਰਟ ਵੀਡੀਓ ਹੈਗੀ ਹੈ ਅਮਰ ਭਾਜੀ, ਉਹ ਚਲਾ ਦਿਓ ਤੁਸੀਂ। ਫਿਰ ਇੱਕ ਲਾਸਟ ਸਵਾਲ ਸੁਖਵੀਰ ਜੀ, ਤੁਹਾਨੂੰ ਸਾਨੂੰ ਪਤਾ ਤੁਸੀਂ ਜਲਦੀ ਜਾਣਾ ਆ, ਤਾਂ ਆਪਾਂ ਉੱਥੇ ਫਿਰ ਫਿਨਿਸ਼ ਕਰਾਂਗੇ। ਅਮਰਵੀਰ ਜੀ ਤੁਸੀਂ ਵੀਡੀਓ ਪਲੇ ਕਰ ਦਿਓ ਪਲੀਜ਼। ਜੀ ਭਾਜੀ ਤੁਸੀਂ ਹੁਣ ਗੱਲ ਜਾਰੀ ਰੱਖੋ ਭਾਜੀ, ਮੈਂ ਵੀਡੀਓ ਕਰਦਾ ਪਲੇ ਜੀ। ਠੀਕ ਹੈ ਜੀ। ਸੋ ਅੱਜ ਦੀ ਜਿਹੜੀ ਆਪਣੀ ਚਰਚਾ ਹੈ ਬੜੀ ਵਧੀਆ ਚੱਲੀ ਹੈ। ਸੁਖਵੀਰ ਜੀ ਤੁਸੀਂ ਮੈਨੂੰ ਪਤਾ ਹੈ ਕਿ ਕਿੰਨੇ ਬਿਜ਼ੀ ਹੋ ਐਜ਼ ਏ MP, ਤੁਹਾਡੇ ਕੋਲੇ ਵੀ ਬੜਾ ਲਿਮਟਿਡ ਟਾਈਮ ਹੈ, ਪਰ ਤੁਸੀਂ ਇੰਨਾ ਸਮਾਂ ਕੱਢਿਆ ਸਾਡੇ ਨਾਲ ਜੁੜੇ ਹੋਏ ਹੋ, ਤੁਹਾਡਾ ਬੜਾ ਹੀ ਧੰਨਵਾਦ। ਮੂਵਮੈਂਟ ਤੁਹਾਡਾ ਵੀ ਧੰਨਵਾਦ, ਕਿਉਂਕਿ ਇਨਫੈਕਟ ਯੂ ਆਰ ਦਾ ਵਨ ਹੂ ਇਜ਼ ਡੂਇੰਗ ਅ ਗ੍ਰੇਟ ਵਰਕ, ਕਿਉਂਕਿ ਇੰਨੇ ਮਾਸਸ ਤੱਕ ਜਿਹੜੀ ਇਹ ਲੀਡਰਸ਼ਿਪ ਲੈਣੀ, ਦੇਖੋ ਕੋਈ ਲੀਡਰਸ਼ਿਪ ਲੈ ਸਕਦਾ ਇਸ ਇਸ਼ੂ ਦੇ ਉੱਤੇ, ਔਰ ਤੁਸੀਂ ਇਹ ਜਿਹੜੀ ਲੀਡਰਸ਼ਿਪ ਲਈ ਆ, ਤੁਸੀਂ ਵਡਭਾਗੀ ਹੋ। थैंक यू सो मच। बिजनेसमैन तो वैसे ही डरते बहुत होते हैं। हाँ, कहते गवर्नमेंट के अगेंस्ट क्यों, ऐसा ही तो चल रहा है अपना, हम कौन सा खेती का, क्योंकि हमारा फैमिली का बैकग्राउंड में पापा ने क्या भी की करना है। हाँ, पर तुसी हट के भी नहीं, मैं तो जाऊंगा। अरे अब बात ऐसी है कि पंजाब की बात है और मैं इस चीज के लिए पीछे नहीं हट सकता, मेरे देश की बात है। क्या बात है, बहुत खूबसूरत गल है। होर कौन सी एक हाथ होर उठिया सीगा जिन्हें आजो आजो आजो। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਰਾਘਵ ਹੈ। ਰਾਘਵ ਤੁਸੀਂ ਕਿੱਥੇ ਲੁਧਿਆਣਾ ਰਹਿੰਦੇ ਹੋ? ਹਾਂਜੀ ਸਰ। ਪੇਰੈਂਟਸ ਕੀ ਕਰਦੇ ਆ? ਮੇਰੇ ਪਾਪਾ ਬਿਜ਼ਨਸਮੈਨ ਹੈ, ਮੰਮਾ ਹਾਊਸਵਾਈਫ ਨੇ। ਤੇ ਤੁਹਾਨੂੰ ਵੀ ਨਹੀਂ ਆਂਦੇ ਰਹੇ ਸੀ? ਮੈਨੂੰ ਤਾਂ ਬਿਲਕੁਲ ਹੀ ਨਹੀਂ ਆਂਦੇ ਰਹੇ ਸੀ। ਮੇਰੇ ਪਾਪਾ ਆਰਐਸਐਸ ਤੇ ਬੀਜੇਪੀ ਨੂੰ ਵੀ ਪ੍ਰਮੋਟ ਕਰਦੇ ਨੇ ਕਈ ਵਾਰੀ ਤੇ। ਅੱਛਾ, ਉਹਨਾਂ ਨੂੰ ਤੁਹਾਡੀ ਪਿਓ ਪੁੱਤ ਦੀ ਲੜਾਈ ਹੋ ਗਈ। ਮੇਰੀ ਤਾਂ ਪਾਪਾ ਨਾਲ ਹਮੇਸ਼ਾ ਬਹਿਸ ਹੁੰਦੀ ਰਹਿੰਦੀ ਹੈ। ਆਜੋ ਦੋਨੋਂ ਇਕੱਠੇ ਹੋ ਜਾਓ। ਦੋਨਾਂ ਦੇ ਪਾਪਾ आरएसएस ਦੇ ਸਮਰਥਕ ਨੇ, ਹਾਂਜੀ। ਔਰ ਤੁਸੀਂ ਦੋਨੋਂ ਆਪਣੇ ਪਾਪਾ ਦੇ ਨਾਲ ਲੜ ਕੇ ਆਏ ਹੋ। हमारी आइडियोलॉजी इतनी डिफरेंट हुई, घर में रोज पॉलिटिकल क्लैश होता है, रोज न्यूज आती है देख सरकार ने ये किया। मैं कहा सोशल मीडिया पे फेक न्यूज आजकल इतनी चल रही, कुछ भी व्हाट्सएप मैसेज दिखा देते हैं, ये सरकार ने किया, वो सरकार ने किया। ਤੇ ਫਿਰ ਤੁਹਾਡੀ ਦੱਸੋ ਗੱਲ, ਕਹਾਣੀ ਤਾਂ ਸੁਣਾਓ ਮੈਨੂੰ ਪੂਰੀ। ਸਾਨੂੰ ਹਰ 2 ਦਿਨ ਬਾਅਦ ਹੀ ਕਹਿ ਦਿੱਤਾ ਜਾਂਦਾ ਕਿ ਤੁਸੀਂ ਬੱਚੇ ਹੋ, ਤੁਸੀਂ ਜਾ ਕੇ ਕੀ ਕਰਨਾ ਹੈ। ਕਿੰਨੇ ਸਾਲ ਦੇ ਹੋ? ਮੈਂ 19 ਸਾਲ ਦਾ ਹੋਇਆ ਹੁਣੇ। 19 ਸਾਲ ਦੇ ਹੋ। ਤੇ ਮੈਂ ਜਦੋਂ ਇੱਥੇ ਆਉਣ ਦੀ ਗੱਲ ਕੀਤੀ ਨਾ, ਮੈਂ ਪਹਿਲਾਂ ਤਾਂ ਮੰਮਾ ਥੋੜੇ ਬਹੁਤੇ ਮੈਂ ਕਹਿੰਦੇ ਮੈਂ ਬਿਮਾਰ ਹੈਗੀ, ਤੂੰ ਨਹੀਂ ਜਾਣਾ, ਡਰਾਮ ਬਹਾਨਾ ਕਰਨ ਨੂੰ। ਫਿਰ ਪਾਪਾ ਆਏ, ਪਾਪਾ ਕਹਿੰਦੇ ਕਿੱਥੇ ਕੀ ਹੋਇਆ, ਕੀ ਕਰਦਾ ਪਿਆ? ਮੈਂ ਪੈਕਿੰਗ ਕਰਦਾ ਬੈਠਾ ਸੀ। ਪਾਪਾ ਕਹਿੰਦੇ ਕਾਹਦੀ ਪੈਕਿੰਗ ਕਰਦਾ ਪਿਆ? ਮੈਂ ਕਿਹਾ ਮੋਰਚੇ ਜਾਣਾ ਸੀ ਕੱਲ। ਅੱਛਾ, ਕਿਹਦੇ ਨਾਲ ਚੱਲਿਆ ਹੋਇਆ? ਮੈਂ ਕਿਹਾ ਗੌਰਵ ਭਈਆ ਨਾਲ। ਕਹਿੰਦੇ ਬਹਿ ਜਾ ਚੁੱਪ ਕਰਕੇ, ਇੱਥੇ ਫੈਕਟਰੀ ਕੌਣ ਸੰਭਾਲੂਗਾ? ਸਾਡਾ ਕੀ ਲੈਣਾ ਦੇਣਾ, ਤੇਰੀ ਜੰਗ ਹੈ ਇਹ। ਮੈਂ ਕਿਹਾ ਥੋੜੇ ਦਿਨ ਬਾਅਦ ਸਾਡੀ ਰੋਟੀ ਤੇ ਪਊਗੀ ਇਹ। ਕੀ ਬਾਤ ਹੈ, ਕਹਿੰਦੇ ਖੂਬਸੂਰਤ ਗੱਲ, ਬਹੁਤ ਖੂਬਸੂਰਤ ਗੱਲ ਹੈ, ਕਮਾਲ। ਕਹਿੰਦੇ ਕੋਈ ਗੱਲ ਨਹੀਂ, ਤੂੰ ਇੱਥੇ ਬੈਠ, ਜ਼ਿਆਦਾ ਕਮਾ ਲਈ, ਰੋਟੀ ਆਪਾਂ ਖਰੀਦ ਲਾਂਗੇ ਫਿਰ। ਮੈਂ ਕਿਹਾ ਇਦਾਂ ਤਾਂ ਫਿਰ ਸੇਵਿੰਗ ਕਿੱਥੇ ਹੋਈ, ਸਾਡਾ ਫਿਊਚਰ ਕਿੱਥੇ ਰਿਹਾ, ਸਾਡੇ ਆਉਣ ਦੇ ਬੱਚਿਆਂ ਦਾ ਫਿਊਚਰ ਕਿੱਥੇ ਰਿਹਾ? ਹੌਲੀ ਹੌਲੀ ਕਰਕੇ ਬਰਬਾਦ ਹੁੰਦੇ ਜਾਵਾਂਗੇ। ਸਾਡੀ ਜੋ ਸੇਵਿੰਗਸ ਘਟ ਗਈਆਂ, ਅੰਦਰੋਂ ਦੀ ਗਰੀਬ ਹੋ ਜਾਾਂਗੇ ਆਪਾਂ। ਬਾਹਰੋਂ ਦੀ ਤਾਂ ਫਿਰ ਚਲੋ ਕਿ ਬਾਅਦ ਦੀ ਹੋ ਜਾਂਦੀ ਹੈ, ਉੱਪਰ ਦਾ ਖਰਚਾ ਹੋ ਜਾਂਦਾ। ਅੰਦਰੋਂ ਜਦੋਂ ਗਰੀਬੀ ਆ ਜਾਏ ਨਾ ਤੇ ਦਿਲ ਵੀ ਘਟਣੇ ਸ਼ੁਰੂ ਹੋ ਜਾਂਦੇ ਨੇ। ਜਿੱਦਾਂ ਪੰਜਾਬ ਦੀ ਹੁੰਦੀ ਹੈ ਇੱਕ ਗੱਲ ਕਿ ਪੰਜਾਬ ਦਾ ਦਿਲ ਬਹੁਤ ਵੱਡਾ ਵਾ,
ਆ ਸਾਡੇ ਲੰਗਰ ਬੜੇ ਸਹੀ ਹੁੰਦੇ ਆ, ਇਹ ਚੀਜ਼ਾਂ ਵੀ ਕੱਟਣੀਆਂ ਸ਼ੁਰੂ ਹੋ ਜਾਣਗੀਆਂ ਫਿਰ ਕਿੱਦਾਂ ਨਾ ਕਿੱਦਾਂ। ਇੱਥੇ ਆ ਕੇ ਕੀ ਦੇਖਿਆ ਥੋੜਾ ਜਿਹਾ ਦੱਸ ਦਿਓ। ਪਿਆਰਾ ਹੀ ਬਹੁਤ ਹੈ ਸਭ ਕੁਝ ਹਾਂ ਇੱਥੇ ਮਤਲਬ ਨਹੀਂ ਲੱਗਦਾ ਸਾਡਾ ਤਾਂ ਦਿਲ ਹੀ ਨਹੀਂ ਕਰ ਰਿਹਾ ਵਾਪਸ ਜਾਣ ਦੇ। ਮੈਂ ਅੱਗੇ ਕਿਹਾ ਕਿ ਦਿੱਲੀ ਨੂੰ ਸਿਆਪਾ ਪੈ ਗਿਆ, ਅਸੀਂ ਤਾਂ ਇੱਥੇ ਹੀ ਬੈਠੇ ਰਵਾਂਗੇ ਹੁਣ। ਖੁਸ਼ੀਆਂ ਕਿੰਨੀਆਂ ਨੇ ਇੱਥੇ, ਸਾਰੇ ਹੱਸਦੇ ਪਏ ਨੇ ਇੱਥੇ, ਕੋਈ ਸ਼ਿਕਨ ਹੀ ਨਹੀਂ ਕਿਸੇ ਦੇ ਸਿਰ ਤੇ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਇੱਥੇ, ਹਰ ਚੀਜ਼ ਤੁਹਾਨੂੰ ਸਰਪਲਸ 'ਚ ਹੀ ਮਿਲੂਗੀ। ਦਵਾਈਆਂ ਇੱਥੇ, ਲੰਗਰ ਤੁਹਾਨੂੰ 24 ਘੰਟੇ ਇੱਥੇ ਮਿਲ ਰਿਹਾ ਆ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਐਂਡ ਜਿਹੜਾ ਪਿਆਰ ਆ ਕਿਸਾਨਾਂ ਦਾ, ਰੁਕ ਜਾਓ ਇੱਕ ਮਿੰਟ, ਆ ਜਾ ਮੇਰਾ ਵੀਰ, ਅੱਗੇ ਆ ਜਾ, ਤੂੰ ਸੰਗ ਰਿਹਾ ਦੇਖੋ ਕਿੰਨਾ ਜ਼ਿਆਦਾ। ਪਾਪਾ ਨੇ ਕਿਹਾ ਹੋਣਾ ਚਲਾ ਜਾ, ਪਾਪਾ ਨੇ ਤਾਂ ਕਹਿਤਾ ਚਲੇ ਜਾ, ਪਤਾ ਸੀ ਮੈਨੂੰ, ਰੋਕਣਾ ਵੀ ਨਹੀਂ ਸੀ। ਮੰਮਾ ਮੇਰੇ ਅੜ ਗਏ, ਕੀ ਕਹਿੰਦੇ? ਕਹਿੰਦੇ ਦੰਗੇ ਫਸਾਦ 'ਚ ਜਾ ਕੇ ਕੀ ਕਰਨਾ ਹੈ। ਫਿਰ ਮੈਂ ਕਿਹਾ ਵੇਖੋ ਜਿਹੜਾ ਸਾਡਾ ਇਤਿਹਾਸ ਹੈ, ਹਾਂ ਇਤਿਹਾਸ ਜਦ ਤੱਕ ਅਸੀਂ ਜਿਹੜੇ ਸਾਡੇ ਲੀਡਰ ਨੇ, ਜਿਹੜੀ ਤਾਕਤ ਹੈ, ਜਦ ਤੱਕ ਅਸੀਂ ਲੜੇ ਨਹੀਂ ਆਪਣੇ ਹੱਕਾਂ ਲਈ, ਸਾਨੂੰ ਆਪਣੇ ਹੱਕ ਮਿਲੇ ਨਹੀਂ। ਤੇ ਇਸ ਵਾਰੀ ਜੇ ਆਪਾਂ ਨਹੀਂ ਲੜੇ ਨਾ, ਅੱਗੇ ਜਾ ਕੇ ਪਛਤਾਵਾਂਗੇ। ਬਹੁਤ ਖੂਬ। ਲੁਧਿਆਣਾ ਹੀ ਰਹਿੰਦੇ ਹੋ ਤੁਸੀਂ? ਹਾਂਜੀ। ਤਾਂ ਇਹ ਸਾਰੀ ਲੁਧਿਆਣਾ ਦੀ ਟੀਮ ਹੈ, ਇਹ ਸਾਰੇ ਇਨੀਸ਼ੀਏਟਰਸ ਆਫ ਚੇਂਜ ਦੇ। ਮੈਂ ਤਾਂ ਬੱਚੇ ਹੀ ਕਹੂੰਗਾ ਤੁਹਾਨੂੰ, ਬੱਚੇ ਹੋ ਤੁਸੀਂ। ਇਹਨਾਂ ਨਾਲ ਮੈਂ ਗੱਲ ਕਰ ਲਾਂ ਫਿਰ। ਗੌਰਵ ਜੀ ਤੁਸੀਂ ਬਹੁਤ ਕਾਲੇ ਹੋ, ਪਰ ਮੈਂ ਇਹਨਾਂ ਨਾਲ ਗੱਲ ਕਰ ਲਾਂ। ਹਾਂਜੀ ਸਰ। ਇਹਨਾਂ ਸਾਰਿਆਂ ਦੀ ਆਪਣੀ ਆਪਣੀ ਕਹਾਣੀ ਹੈ, ਤੁਹਾਡੀ ਕੀ ਕਹਾਣੀ ਹੈ? ਮੇਰੇ ਨਾਲ ਕੀ ਹੋਇਆ, ਪਹਿਲਾਂ ਤਾਂ ਮੈਂ ਘਰੇ ਜਾ ਕੇ ਮੰਮਾ ਨੂੰ ਦੱਸਿਆ, ਤੇ ਮਾਸੀ ਤੇ ਮਾਂ ਭੈਣਾਂ ਲੱਗੀਆਂ ਹੁੰਦੀਆਂ ਨੇ ਇੱਕ ਦੂਜੇ ਨਾਲ ਚੁਗਲੀ ਕਰਨ, ਤੇ ਮੈਂ ਧਿਆਨ ਨਹੀਂ ਦਿੱਤਾ, ਮਾਸੀ ਨਾਲ ਗੱਲ ਕਰ ਰਹੀ ਸੀ ਮਾਸੀ, ਤੇ ਮੈਂ ਘਰੇ ਜਾ ਕੇ ਦੱਸਿਆ ਤੇ ਮੰਮੀ ਨੇ ਫਟਾਫਟ ਦੱਸਤਾ ਵੀ ਆ ਦੇਖ ਕੀ ਕਹਿੰਦਾ ਮੇਰਾ ਮੁੰਡਾ। ਤੇ ਮਾਸੀ ਨੇ ਤਾਂ ਸਿੱਧਾ ਕਹਿਤਾ ਵੀ ਜੇ ਮੈਂ ਹੁੰਦੀ ਮੈਂ ਤਾਂ ਮਨਾ ਕਰ ਦਿੰਦੀ, ਉੱਥੇ ਆ ਹੋ ਜਾਣਾ, ਉੱਥੇ ਆ ਹੋ ਜਾਣਾ। ਫਿਰ ਮੁੜ ਕੇ ਮੈਂ ਮੰਮੀ ਨੂੰ ਕਿਹਾ ਵੀ ਮੰਮੀ ਦੇਖੋ ਆਹੀ ਗੱਲ ਵੀ ਜਿਵੇਂ ਗੌਰਵ ਦੇ ਨਾਲ ਮੇਰੀ ਗੱਲ ਹੋਈ ਸੀ ਵੀ ਹਾਂ ਸਾਡੇ ਦਾਦੇ ਪੜਦਾਦਿਆਂ ਨੇ ਸਿਖਾਇਆ। ਤੇ ਮੈਂ ਕਿਹਾ ਮੈਂ ਇੰਨਾ ਵਿਦਵਾਨ ਨਹੀਂ, ਮੈਂ ਕੋਈ ਏਡਾ ਬਲਸ਼ਾਲੀ ਨਹੀਂ, ਮੈਂ ਉੱਥੇ ਜਾ ਕੇ ਪ੍ਰੋਟੈਸਟ ਕਰ ਦੂੰਗਾ, ਲੇਕਿਨ ਮੈਂ ਅੱਜ ਦੀ ਬਣਦੀ ਦੀ ਹਿਸਟਰੀ ਵਾਸਤੇ ਚੱਲਣਾ, ਤੇ ਕੱਲ ਨੂੰ ਮੈਂ ਆਪਦੀ ਬਚਦੀ ਅਣਖ ਵਾਸਤੇ ਚੱਲਣਾ। ਕਿਉਂਕਿ ਕੱਲ ਨੂੰ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਜਦੋਂ ਪੰਜਾਬ 'ਚ ਹਿਸਟਰੀ ਬਣ ਰਹੀ ਸੀ ਮੈਂ ਘਰੇ ਰਜਾਈਆਂ 'ਚ ਬੈਠਾ ਸੀ। ਤੇ ਇੱਥੇ ਆ ਕੇ ਵੀ ਕੁਝ ਮਾੜਾ ਨਹੀਂ ਲੱਗਿਆ, ਇੱਥੇ ਆ ਕੇ ਆਪਣਾਤੀ ਦਿਖੀ ਹੈ ਸਾਨੂੰ, ਤੇ ਵਧੀਆ ਲੱਗਿਆ ਇੱਥੇ ਆ ਕੇ ਦੇਖ ਕੇ। ਕਿੰਨੇ ਸੋਹਣੇ ਵਿਚਾਰ ਆ। ਜਿਹੜੇ ਆਪਾਂ ਯੂਥ ਦੀ ਗੱਲ ਕਰੀਏ, ਪਹਿਲਾਂ ਆਪਾਂ ਨੂੰ ਬਦਨਾਮ ਕਰਦੇ ਸੀ ਕਿ ਨਸ਼ਿਆਂ 'ਚ ਚੱਲ ਗਏ ਆ, ਪੁੱਠੇ ਪਾਸੇ ਚੱਲਣ ਲੱਗ ਗਿਆ ਯੂਥ। ਪਰ ਜੇਕਰ ਆਪਾਂ ਇੱਥੇ ਵਿਚਾਰ ਦੇਖੀਏ ਬੱਚਿਆਂ ਦੇ, ਆਪਣੇ ਯੂਥ ਦੇ, ਤਾਂ ਦੇਖੋ ਕਿ ਕਿੰਨਾ ਚੇਂਜ ਆਇਆ। ਸੋ ਜੇਕਰ ਦੇਖੀਏ ਤਾਂ ਇਹ ਦੇਣ ਤਾਂ ਸਾਰੀ ਹੈਗੀ ਆਪਣੇ ਕਿਸਾਨ ਅੰਦੋਲਨ ਦੀ, ਕਿ ਇਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਹੈ ਕਿ ਜਿੱਥੇ ਉਹ ਸਮਝਣ ਚੀਜ਼ਾਂ ਨੂੰ, ਪੜ੍ਹਨ ਚੀਜ਼ਾਂ ਨੂੰ, ਤੇ ਆਪਣੀ ਅੰਡਰਸਟੈਂਡਿੰਗ ਬਣਾ ਕੇ ਅੱਗੇ ਮੂਵ ਕਰਨ। ਸੋ ਪੇਰੈਂਟਸ ਮੇਰੇ ਵੀ ਸ਼ਾਇਦ ਰੋਕਣਗੇ, ਹੋਰਾਂ ਦੇ ਵੀ ਰੋਕਦੇ ਹੋਣੇ ਆ ਕਿ ਨਹੀਂ ਇਹ ਕੰਮ ਠੀਕ ਨਹੀਂ, ਆਪਾਂ ਨਹੀਂ ਜਾਣਾ ਉੱਥੇ, ਲੜਾਈ ਝਗੜਾ ਹੋ ਸਕਦਾ। ਪਰ ਇੱਕ ਅੰਡਰਸਟੈਂਡਿੰਗ ਬਣਾ ਕੇ ਅੱਗੇ ਵਧਣਾ ਇੱਕ ਬੜੀ ਵੱਡੀ ਚੇਂਜ ਹੈਗੀ ਹੈ ਇਹ। ਸੁਖਵੀਰ ਜੀ, ਲਾਸਟ ਸਵਾਲ ਹੈ ਤੁਹਾਡੇ ਵਾਸਤੇ, ਫਿਰ ਤੁਸੀਂ ਮੈਨੂੰ ਪਤਾ ਹੈ ਕਿ ਤੁਸੀਂ ਅਗਲੀ ਮੀਟਿੰਗ ਵਾਸਤੇ ਜਾਣਾ ਹੈ। ਜਿਹੜਾ ਆਪਾਂ ਹੁਣ ਅੰਦੋਲਨ ਦੀ ਗੱਲ ਕਰਦੇ ਹਾਂ, ਸਾਰੀਆਂ ਕੰਟਰੀਜ਼ ਤੋਂ ਆਪਾਂ ਕਹਿੰਦੇ ਹਾਂ ਕਿ ਪ੍ਰੈਸ਼ਰ ਬਣ ਰਿਹਾ ਹੈ, ਲੋਕ ਆਪਣੇ ਆਪਣੇ ਲੈਵਲ ਤੇ, ਪਿੰਡਾਂ ਸ਼ਹਿਰਾਂ ਦੇ ਲੈਵਲ ਤੇ ਆ ਕੇ ਇਕੱਠੇ ਹੋ ਕੇ ਗੱਲ ਕਰ ਰਹੇ ਆ। ਜੇ ਆਪਾਂ ਕਹੀਏ ਕਿ ਇਸ ਆਵਾਜ਼ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਤੁਹਾਨੂੰ ਕੀ ਲੱਗਦਾ ਕਿ ਕੀ ਕੁਝ ਕਰਨ ਦੀ ਲੋੜ ਹੈਗੀ ਹੈ? ਤੁਹਾਡੇ ਸਾਹਮਣੇ ਤੁਸੀਂ ਹੁਣ ਮੂਵੀ ਦਿਖਾ ਕੇ ਹਟਿਆ ਕਲਿੱਪ, ਇਨੀਸ਼ੀਏਟਰਸ ਆਫ ਚੇਂਜ, ਇਨਫੈਕਟ ਯੰਗ ਪੀਪਲ। ਉਹ ਰਿਪੋਰਟਰ ਤਾਂ ਕਹਿ ਰਹੇ ਸੀ ਵੀ ਤੁਸੀਂ ਬੱਚੇ ਹੋ, ਇਨਫੈਕਟ ਇਹ ਬੱਚੇ ਨਹੀਂ, ਇਹ ਅੱਜ ਦੇ ਲੀਡਰ ਨੇ ਸਾਡੇ, ਇਹ ਕੱਲ ਦੇ ਲੀਡਰ ਨਹੀਂ, ਇਹ ਅੱਜ ਦੇ ਲੀਡਰ ਨੇ, ਜਿਹੜੇ ਬੱਚੇ ਇੱਕ ਚੰਗੀ ਸੋਚ ਰੱਖਦੇ ਨੇ। ਜੀ ਦੇਖੋ ਆਪਣੇ ਹਰੇਕ ਮਾਪੇ ਨੇ ਤਾਂ ਇਹੀ ਕਹਿਣਾ, ਅਸੀਂ ਮੇਰਾ ਬੱਚਾ ਜੇ ਕੱਲ ਨੂੰ ਸਨੋਬੋਰਡਿੰਗ ਕਰਨ ਜਾਂਦਾ, ਮੈਂ ਉਹਨਾਂ ਨੂੰ ਕਹਿਣਾ ਨਹੀਂ ਪੁੱਤ ਜਾਈ ਨਾ, ਤੂੰ ਇਹ ਰਿਸਕ ਨਾ ਲਈ, ਅਸੀਂ ਨਹੀਂ ਜਾਣਾ, ਤੂੰ ਕੋਈ ਸਵਿਮਿੰਗ ਲਈ ਜਾਂਦਾ। ਸੋ ਅੱਜ ਇਹ ਬੱਚਿਆਂ ਦੇ ਮਾਪਿਓ ਇਹਨਾਂ ਨੂੰ ਈਵਨ ਰੋਕਦੇ ਸੀ। ਡੈਡ ਨੇ ਕਿਹਾ ਬਿਜ਼ਨਸਮੈਨ ਆ, ਫੈਕਟਰੀ ਚੰਗੀ ਚੱਲਦੀ ਆ, ਪਰ ਉਹ ਕਹਿੰਦਾ ਵੀ ਨਹੀਂ, ਮੈਂ ਇਨੀਸ਼ੀਏਟਰ ਆਫ ਚੇਂਜ ਆ। ਦੂਸਰਾ ਕਹਿੰਦਾ ਮੈਂ ਹਿਸਟਰੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ। ਇਹ ਜਿਹੜੀ ਚੀਜ਼ ਹੈਗੀ ਆ, ਇਹ ਚੀਜ਼ ਨੇ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਬਦਲ ਲੈ ਕੇ ਆਉਣਾ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ, ਇੱਥੇ ਵੀ ਜਿਹੜੇ ਬੱਚੇ ਆ ਕਿਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਆਊਟਰੀਚ ਕਰਨਾ ਹੈਗਾ। ਸੋ ਇਹੋ ਜਿਹੇ ਜਿਹੜੇ ਰੋਲ ਮਾਡਲ ਲਿਆ ਕੇ ਜਿਹੜੇ ਅਸੀਂ ਲੈ ਕੇ ਆਵਾਂਗੇ, ਤਾਂ ਮੈਨੂੰ ਲੱਗਦਾ ਕਿ ਸਾਡਾ ਭਵਿੱਖ ਜਿਹੜਾ ਹੈਗਾ ਉਹ ਬਹੁਤ ਵਧੀਆ ਹੋਊ। ਅਸੀਂ ਐਜ਼ ਏ ਪੋਲੀਟੀਕਲ ਪੀਪਲ ਕੈਨ ਓਨਲੀ ਜਿਹੜਾ ਵਾ এনवायरमेंट ਬਣਾ ਸਕਦੇ ਹਾਂ, ਅਸੀਂ ਟੂਲਸ ਹੈ, ਪਰ ਜਿਹੜੀ ਅਸਲੀ ਚੀਜ਼ ਜਿਹੜੀ ਲੈ ਕੇ ਅੱਗੇ ਜਾਣੀ ਹੈਗੀ ਆ, ਉਹ ਸਾਡੇ ਯੰਗ ਪੀਪਲ, ਸਾਡੇ ਯੂਥ ਨੇ, ਇਹਨਾਂ ਨੇ ਅੱਗੇ ਲੈ ਕੇ ਜਾਣੀ ਇਨੀਸ਼ੀਏਟਿਵ ਆਫ ਚੇਂਜ। ਮੈਂ ਤੁਹਾਡੇ ਸਾਰੇ ਦਰਸ਼ਕਾਂ ਇਹ ਕਹੂੰਗਾ ਜ਼ਰੂਰ, ਕਿਉਂਕਿ ਮੇਰੇ ਪੇਰੈਂਟਸ ਨੇ ਮੇਰੇ ਪੜ੍ਹਾਈ ਤੇ ਜਿਹੜਾ ਸੀਗਾ ਉਹ ਤਵੱਜੋ ਦਿੱਤੀ। ਮੈਂ ਵੀ ਜਿਹੜੀ ਸੀ ਆਪਦੇ ਬੱਚਿਆਂ ਨੂੰ ਕਿਹਾ ਵੀ ਪੈਸੇ ਨਾਲੋਂ ਪੜ੍ਹਾਈ ਜਿਹੜੀ ਆ ਪਹਿਲਾਂ ਅਚੀਵ ਕਰਨੀ ਚਾਹੀਦੀ। ਕਿਉਂਕਿ ਜਿਹੜੇ ਬੋਰਡ ਰੂਮਸ ਦੇ ਵਿੱਚ ਜਾ ਕੇ ਐਵਰੀਡੇ ਡਿਸੀਜਨ ਮੇਕ ਹੁੰਦੇ ਨੇ, ਜਦੋਂ ਤੱਕ ਬੱਚੇ ਜਿਹੜੇ ਇਹ ਉਹਨਾਂ ਬੋਰਡ ਰੂਮਸ ਦੇ ਵਿੱਚ ਨਹੀਂ ਬਹਿੰਦੇ ਹੈਗੇ, ਉਹਨਾਂ
ਸਭਾ ਸੁਸਾਇਟੀਆਂ 'ਚ ਨਹੀਂ ਬਹਿੰਦੇ ਤਾਂ ਚੇਂਜ ਨਹੀਂ ਆ ਸਕਦੀ। ਸੋ ਸਾਨੂੰ ਇਨੀਸ਼ੀਏਟਰਸ ਆਫ ਚੇਂਜ ਵਰਗੇ ਬੱਚੇ ਚਾਹੀਦੇ ਅੱਜ ਪੈਦਾ ਕਰਨੇ, ਔਰ ਉਹਨਾਂ ਨੂੰ ਜਿਹੜੀ ਆ ਵਿਦਿਆ ਦੇਣੀ ਚਾਹੀਦੀ, ਉਹਨਾਂ ਨੂੰ ਟੂਲਸ ਦੇਣੇ ਚਾਹੀਦੇ, ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਸਾਰ ਭਰ 'ਚ, ਨਾ ਕਿ ਇਕੱਲੇ ਹਿੰਦੁਸਤਾਨ ਦੀ ਗੱਲ ਕਰਦਾ, ਸੰਸਾਰ ਦੇ ਵਿੱਚ ਜਿੱਥੇ ਵੀ ਲੋੜ ਹੈਗੀ ਅੱਜ ਲੀਡਰਸ਼ਿਪ ਦੀ, ਉੱਥੇ ਲੀਡਰਸ਼ਿਪ ਆਦਿ ਪ੍ਰੋਵਾਈਡ ਕਰ ਸਕਣ। ਫਿਰ ਇੱਕ ਵਾਰ ਮੇਰੇ ਵੱਲੋਂ ਤੁਹਾਡਾ, ਆਪਣੇ ਰਮਨਪਾਲ ਉਹਨਾਂ ਦਾ, ਬੀਜੀ ਬਲਜਿੰਦਰ ਉਹਨਾਂ ਦਾ, ਐਂਡ ਆਫ ਕੋਰਸ ਅਮਰਜੀਤ ਸਿੰਘ, ਇਹਨਾਂ ਦਾ ਤਹਿ ਦਿਲੋਂ ਧੰਨਵਾਦ। ਐਂਡ ਆਫਲਾਈਨ ਮੈਂ ਲੁਕਿੰਗ ਫਾਰਵਰਡ ਕਿ ਰਮਨਪਾਲ ਉਹਨਾਂ ਨਾਲ ਗੱਲਬਾਤ ਕਰਨ ਦੀ, ਕਿ ਕਿਸ ਤਰੀਕੇ ਦੇ ਨਾਲ ਜਿੱਦਾਂ ਇਹਨਾਂ ਨੇ NRI ਦੇ ਹੁੰਦਿਆਂ ਹੋਇਆਂ ਪਿੰਡਾਂ ਦੇ ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਆ, ਜੇ ਸਾਨੂੰ ਪਤਾ ਲੱਗੇ ਅਸੀਂ ਕਿਸੇ ਦੇ ਜ਼ਿੰਦਗੀ 'ਚ ਕੁਛ ਬਦਲਾ ਲਿਆ ਸਕੀਏ। ਸੋ ਵਰਿੰਦਰ ਜੀ, ਫੇਰ ਇੱਕ ਵਾਰ ਮੇਰੇ ਵੱਲੋਂ ਧੰਨਵਾਦ, ਤੁਹਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ। ਚੜ੍ਹਦੀ ਕਲਾ 'ਚ ਰਹੋ, ਖੁਸ਼ੀਆਂ ਮਾਣੋ, ਤਰੱਕੀਆਂ ਕਰੋ। ਥੈਂਕ ਯੂ ਸੋ ਮਚ ਜੀ, ਤੁਹਾਡਾ ਕੀਮਤੀ ਸਮਾਂ ਦੇਣ ਵਾਸਤੇ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਮੈਂ ਇਜਾਜ਼ਤ ਲਊਂਗਾ ਜੀ ਹੁਣ। ਸ਼ੁਕਰੀਆ ਜੀ, ਥੈਂਕ ਯੂ। ਸੋ ਰਮਨਪਾਲ ਜੀ, ਸਾਡੇ ਨਾਲ ਸੁਖਵੀਰ ਜੀ ਜੁੜੇ ਹੋਏ ਸੀ। ਪੂਰਾ 1 ਘੰਟਾ ਉਹਨਾਂ ਨੇ ਦਿੱਤਾ ਸੀਗਾ ਤੇ ਪੂਰਾ ਘੰਟਾ ਉਹਨਾਂ ਨੇ ਨਿਭਾਇਆ। ਉਦੋਂ ਉਹਨਾਂ ਨੇ ਇੱਕ ਮੀਟਿੰਗ 'ਚ ਜਾਣਾ ਸੀ, ਪਰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਾਡੇ ਨਾਲ ਜੁੜੇ। ਰਮਨਪਾਲ ਜੀ, ਆਖਰੀ ਕਮੈਂਟ ਤੁਹਾਡੇ ਅੱਜ ਦੀ ਫੇਸਬੁੱਕ ਚਰਚਾ ਤੇ। ਮੇਰੇ ਕਮੈਂਟ ਜੀ ਇਸ ਤਰ੍ਹਾਂ ਹੈ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਵਾਪਸ ਜਾ ਕੇ ਕੀ ਕਰਨਾ ਹੈ, ਬਿਕੋਜ਼ ਸਾਨੂੰ ਇੱਕ ਇਸ ਤਰ੍ਹਾਂ ਦਾ এনवायरमेंट, ਇਸ ਤਰ੍ਹਾਂ ਦੀ ਮੁਹਿੰਮ ਚਲਾਉਣ ਦੀ ਬਹੁਤ ਲੋੜ ਹੈ, ਜਿੱਥੇ ਜਿਹੜਾ ਇਹ ਯੂਥ ਮੋਟੀਵੇਟਡ ਹੈ, ਇਹਨੂੰ ਵਾਪਸ ਲੈ ਕੇ ਜਾਈਏ। ਬਿਕੋਜ਼ ਅਸੀਂ ਕਹਿੰਦੇ ਹਾਂ ਕਿ ਪੋਲੀਟੀਸ਼ੀਅਨ ਜਿਹੜਾ ਹੈ ਉਹ ਕੰਮ ਨਹੀਂ ਕਰਦਾ, ਠੀਕ ਹੈ, ਜਾਂ ਪੋਲੀਟੀਸ਼ੀਅਨ ਹੈ ਉਹ ਚੰਗਾ ਹੈ, ਮਾੜਾ ਹੈ, ਅਸੀਂ ਉਹਨੂੰ ਕਹਿੰਦੇ ਹਾਂ। ਲੇਕਿਨ ਅਸੀਂ ਆਪਣੇ ਉੱਪਰ ਝਾਕੀ ਮਾਰ ਕੇ ਦੇਖੀਏ ਕਿ ਅਸੀਂ ਪਿੰਡ ਪੱਧਰ ਦੇ ਉੱਪਰ ਜਾਂ ਅਸੀਂ ਸਟੇਟ ਲੈਵਲ ਦੇ ਉੱਪਰ ਕਿ ਉਹ এনवायरमेंट ਬਣਾਇਆ ਹੈ ਕਿ ਜਿਹੜਾ ਯੂਥ ਹੈ, ਵਧੀਆ ਯੂਥ ਹੈ, ਉਹ ਇਨਕਰੇਜ ਹੋਵੇ ਕਿ ਪੋਲੀਟੀਸ਼ੀਅਨ ਬਣੇ। ਅਸੀਂ ਉਹਨੂੰ ਪੋਲੀਟੀਸ਼ੀਅਨ, ਹੁਣ ਜਿਵੇਂ ਅੱਜ ਅਸੀਂ NRI ਦੇਖਦੇ ਹਾਂ, ਕੈਨੇਡਾ 'ਚ ਦੇਖ ਲਈਏ ਜਾਂ UK ਦੇਖ ਲਈਏ, ਪਾਰਲੀਮੈਂਟ ਵਿੱਚ ਬੈਠੇ ਨੇ ਸਰਦਾਰ ਸਾਡੇ, ਠੀਕ ਹੈ, ਜਾਂ ਇੰਡੀਅਨ ਜਿਹੜੇ ਇੱਥੋਂ ਗਏ ਨੇ, ਇੰਡੀਆ ਤੋਂ ਗਏ ਨੇ, ਉਹ ਬਾਹਰ ਜਾ ਕੇ ਆਪਣੇ ਪੋਲੀਟੀਸ਼ੀਅਨਸ ਬਣੇ ਹੋਏ ਨੇ, ਠੀਕ ਹੈ, ਅੱਛੇ ਕਰ ਰਹੇ ਨੇ, ਚੰਗਾ ਕਰ ਰਹੇ ਨੇ, ਲੋਕਾਂ ਵਾਸਤੇ ਕਰ ਰਹੇ ਨੇ, ਲੇਕਿਨ ਉਹਨਾਂ ਨੂੰ এনवायरमेंट ਵੀ ਲਿਆ। ਸਾਨੂੰ ਇਸ ਤਰ੍ਹਾਂ ਦੀ এনवायरमेंट ਬਣਾਉਣ ਦੀ ਲੋੜ ਹੈ ਪਿੰਡ ਪੱਧਰ ਦੇ ਉੱਪਰ। ਉੱਥੇ ਸ਼ੁਰੂਆਤ ਉੱਥੇ ਹੋਣੀ ਚਾਹੀਦੀ ਹੈ, ਬਿਕੋਜ਼ ਇਟਸ ਈਜ਼ੀ ਟੂ ਅਚੀਵ। ਟੋਟਲ ਪੰਜਾਬ ਦੇ ਵਿੱਚ ਜੇ 12,700 ਪਿੰਡ ਹੈਗੇ, ਤੇ ਉਹ ਪਿੰਡਾਂ ਦੇ ਵਿੱਚ ਅਸੀਂ ਇੱਕ ਪਿੰਡ ਨੂੰ ਚੁੱਕ ਲਈਏ, ਉਹਦੇ ਵਿੱਚ ਅਸੀਂ এনवायरमेंट ਬਣਾਈਏ ਕਿ ਅਸੀਂ ਇਨਕਰੇਜ ਕਰੀਏ ਕਿ ਤੁਸੀਂ ਆਓ, ਇਹ ਝਿਜਕੇ ਨਾ ਯੂਥ ਜਿਹੜਾ ਯੂਥ ਇੱਥੋਂ ਜਾ ਰਿਹਾ ਵਾਪਸ, ਉਹ ਝਿਜਕੇ ਨਾ ਕਿ ਅਸੀਂ ਵੀ ਸਰਪੰਚ ਬਣ ਸਕਦੇ ਹਾਂ, ਅਸੀਂ ਵੀ ਆਪਣੇ ਪਿੰਡ ਵਾਸਤੇ ਕੁਝ ਕਰ ਸਕਦੇ ਹਾਂ। ਤੇ ਅਸੀਂ ਮੇਰਾ ਮਕਸਦ ਜਿਹੜਾ ਕਹਿਣ ਦਾ ਇਹ ਹੈ ਕਿ ਅਸੀਂ ਸਿਰਫ ਫਾਰਮ ਪ੍ਰੋਟੈਸਟ ਨੂੰ ਨਾ ਦੇਖੀਏ, ਅਸੀਂ ਇਹ ਦੇਖੀਏ ਕਿ ਇਸ ਫਾਰਮ ਪ੍ਰੋਟੈਸਟ ਤੋਂ ਜਿਹੜੀ ਅਸੀਂ ਲਰਨਿੰਗ ਲਈ ਹੈ, ਜਿਹੜੀ ਅਸੀਂ ਸਿੱਖਿਆ, ਅਸੀਂ ਵਾਪਸ ਕਿਵੇਂ ਲੈ ਕੇ ਜਾਣੀ, ਜਿਹੜੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖੇ, ਜਿਹੜੇ ਯੂਥ ਨੂੰ ਮੋਟੀਵੇਟ ਕਰਕੇ ਰੱਖੇ ਕਿ ਅਸੀਂ ਚੰਗੇ ਕੰਮ ਵਾਸਤੇ ਵੀ ਆਪਣਾ ਜਿਹੜੀ એનર્ਜੀ ਲਾ ਸਕਦੇ। ਜੀ ਰਮਨ ਭਾਜੀ, ਮੈਂ ਇੱਕ ਭਾਜੀ ਉਹਨਾਂ ਦੀ ਨਾ YouTube ਤੇ ਵੀਡੀਓ ਦੇਖ ਰਿਹਾ ਸੀ ਭਾਈ, ਤੁਸੀਂ ਉਹ ਥੋੜਾ ਜਿਹਾ ਸ਼ੇਅਰ ਕਰ ਸਕਦੇ ਆ ਆਪਣਾ YouTube ਦਾ ਜਿਹੜਾ ਤੁਸੀਂ ਕਰ ਰਹੇ ਪ੍ਰੋਗਰਾਮ, ਪਲੀਜ਼ ਸ਼ੇਅਰ ਕਰਿਓ ਦਰਸ਼ਕਾਂ ਦੇ ਨਾਲ। ਹਾਂਜੀ, ਮੈਂ ਸ਼ੇਅਰ ਕਰਦਾ ਜੀ। ਇਹਨਾਂ ਦਾ ਜਿੱਦਾਂ YouTube ਦੇ ਉੱਤੇ ਇਹਨਾਂ ਨੇ ਬੜੇ ਸੰਖੇਪ ਦੇ ਨਾਲ, ਵਰਿੰਦਰ ਭਾਜੀ ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਪ੍ਰੋਗਰਾਮ। ਇਹ ਕੋਈ ਇਹਨਾਂ ਨੇ ਪੈਸੇ ਲਈ ਨਹੀਂ ਕੀਤਾ, ਇਹਨਾਂ ਦੇ ਦਿਲ 'ਚ ਚਾਅ ਸੀ ਕਿ ਮੈਂ ਆਪਣੇ ਪੰਜਾਬ ਲਈ ਕੁਝ ਕਰਾਂ। ਭਾਈ ਤੁਸੀਂ ਸਕਰੀਨ ਸ਼ੇਅਰ ਕਰ ਲਓ, ਉਹਨਾਂ ਚੱਕਰ ਤੁਸੀਂ ਕਰੋ ਆਪਣੇ ਕੰਪਿਊਟਰ। ਹੋ ਰਿਹਾ ਸਕਰੀਨ ਸ਼ੇਅਰ? ਨਹੀਂ ਹੋ ਰਿਹਾ ਭਾਜੀ, ਤੁਸੀਂ ਥੱਲੇ ਸ਼ੇਅਰ ਤੇ ਕਲਿੱਕ ਕਰਕੇ ਤਾਂ ਤੁਸੀਂ ਸਕਰੀਨ ਸ਼ੇਅਰ ਕਰ ਸਕਦੇ। ਹਾਂਜੀ, ਹੁਣ ਹੋ ਰਿਹਾ ਜੀ। ਹਾਂਜੀ ਹਾਂਜੀ, ਮੈਂ ਤੁਹਾਨੂੰ ਕੰਟੈਕਸਟ ਦੇ ਦਵਾਂ। ਇਹ ਗ੍ਰਾਮ ਸਭਾ ਦੇ ਉੱਪਰ ਅਸੀਂ ਜਿਹੜੇ ਲਾਜ਼ ਹੈਗੇ, ਕਿਉਂਕਿ ਬੜੇ ਕੰਪਲੈਕਸ ਲਾਜ਼ ਇਸ ਤਰ੍ਹਾਂ ਬਣੇ ਹੋਏ ਨੇ ਕਿ ਇਹਨਾਂ ਨੇ 13 ਪੇਜ ਦੀ PDF ਹੈਗੀ, ਉਹਦੇ ਵਿੱਚ ਸਾਰੇ ਲਾਜ਼ ਲਿਖੇ ਹੋਏ ਨੇ, ਕਿਸ ਤਰ੍ਹਾਂ ਸਰਪੰਚ ਕੰਮ ਕਰੇਗਾ, ਕੀ ਰਿਸਪੌਂਸਿਬਿਲਿਟੀ ਹੁੰਦੀ ਹੈ ਪੰਚਾਇਤ ਦੀ, ਆਗੂ ਕਿਹੜੇ ਕਿਹੜੇ ਹੁੰਦੇ ਨੇ, ਕਿਹੜੇ ਕਿਹੜੇ ਮਹਿਕਮੇ ਹੁੰਦੇ ਨੇ। ਜਦੋਂ ਅਸੀਂ ਉਹਨੂੰ ਪੜ੍ਹਿਆ ਤੇ ਐਵਰੀਥਿੰਗ ਵਾਟ ਯੂ ਸੀ ਇਨ ਅ ਪਾਰਲੀਮੈਂਟ, ਕਿ ਤੁਹਾਡੀ ਸਪੋਰਟ ਮਿਨਿਸਟਰੀ ਹੁੰਦੀ ਹੈ, ਤੁਹਾਡੀ ਇੱਕ ਫਾਈਨੈਂਸ ਮਿਨਿਸਟਰੀ ਹੁੰਦੀ ਹੈ, ਉਹ ਸਾਰੀ ਮਿਨਿਸਟਰੀ ਤੁਹਾਨੂੰ ਗ੍ਰਾਮ ਪੰਚਾਇਤ ਆਲਰੇਡੀ ਦਿੰਦੀ ਹੈ ਜੀ, ਲੇਕਿਨ ਲੋਕਾਂ ਨੂੰ ਪਤਾ ਹੀ ਨਹੀਂ ਹੈ, ਠੀਕ ਹੈ। ਤਾਂ ਬੇਸਿਕਲੀ ਕੀ ਹੈ, ਇੱਕ ਮੁਹਿੰਮ ਹੈ, ਲੋਕਾਂ ਨੂੰ ਇਹ ਜਿਹੜੀ ਆਪਣੀ ਗ੍ਰਾਮ ਸਭਾ ਦੇ ਲਾਜ਼ ਹੈਗੇ ਉਹਨੂੰ ਚੰਗੇ ਸੌਖੇ ਤਰੀਕੇ ਨਾਲ ਡੈਸੀਫਰ ਕਰਨ ਦੀ, ਠੀਕ ਹੈ। ਹੁਣ ਕਈ ਸਾਰੇ ਵੀਡੀਓਜ਼ ਬਣਾਏ ਨੇ ਮੈਂ ਇਸ ਮੁਹਿੰਮ ਦੇ ਅੰਦਰ। ਇਹ ਇੱਕ ਵੀਡੀਓ ਹੈ ਜਿਹੜਾ ਦੱਸਦਾ ਹੈ, ਇੰਟਰੋਡਕਸ਼ਨ ਦੱਸਦਾ ਹੈ ਕਿ ਗ੍ਰਾਮ ਸਭਾ ਹੁੰਦੀ ਕੀ ਹੈ। ਪੰਜਾਬੀ ਦੇ ਵਿੱਚ ਹੈ, ਇਹ ਪੰਜਾਬੀ ਵਿੱਚ ਹੈ, ਲੇਕਿਨ ਇੰਗਲਿਸ਼ ਦੇ ਸਬਟਾਈਟਲ ਹੈਗੇ ਥੱਲੇ, ਸੋ ਦੈਟ ਲੋਕਾਂ ਨੂੰ ਪਤਾ ਲੱਗੇ ਕਿ ਜਿਹਨੂੰ ਪੰਜਾਬੀ ਆਉਂਦੀ ਉਹ ਪੰਜਾਬੀ ਸੁਣ ਰਹੇ, ਐਂਡ ਜਿਹੜਾ ਇੰਗਲਿਸ਼ ਆਉਂਦੀ ਉਹ ਸੁਣ। ਸਾਰੇ ਵੋਟਰਾਂ ਦਾ ਇੱਕ ਸਮੂਹ ਜਾਂ ਇੱਕ ਗਰੁੱਪ, ਇਸ ਵਿੱਚ ਸਾਰੇ ਸ਼ਾਮਿਲ ਨੇ, ਬੰਦਾ, ਔਰਤ, ਅਮੀਰ, ਗਰੀਬ, ਹਿੰਦੂ, ਸਿੱਖ, ਉਹ ਜਾਤ, ਇਹ ਜਾਤ, ਸਾਰੀ ਜਾਤਾਂ। ਤੁਹਾਨੂੰ ਨਾ ਕੋਈ ਚੋਣ ਲੜਨ ਦੀ ਲੋੜ ਹੈ ਗ੍ਰਾਮ ਸਭਾ ਵਿੱਚ ਸ਼ਾਮਿਲ ਹੋਣ ਲਈ, ਨਾ ਕੋਈ ਫਾਰਮ ਭਰਨ ਦੀ ਲੋੜ। ਸਮਝ ਗਏ? ਇਸ ਦਾ ਮਤਲਬ ਇੱਕ ਪਿੰਡ ਵਿੱਚ ਗ੍ਰਾਮ ਸਭਾ ਦਾ ਹੋਣਾ ਲਾਜ਼ਮੀ ਹੈ।
ਇਹੋ ਜਿਹਾ ਕੋਈ ਪਿੰਡ ਨਹੀਂ ਜਿੱਥੇ ਗ੍ਰਾਮ ਸਭਾ ਨਹੀਂ। ਤੇ ਮੁੜ ਕੇ ਆਉਂਦੇ ਹਾਂ ਮੇਰੇ ਪਹਿਲੇ ਸਵਾਲ ਤੇ, ਕੀ ਤੁਹਾਡੇ ਪਿੰਡ ਵਿੱਚ ਗ੍ਰਾਮ ਸਭਾ ਹੈ? ਜਿਨ੍ਹਾਂ ਨੇ ਮੇਰੇ ਸਵਾਲ ਦਾ ਜਵਾਬ ਦਿੱਤਾ ਸੀ ਨਾ, ਉਹਨਾਂ ਨੂੰ ਮੈਂ ਘਰ ਬੈਠੇ ਹੀ ਗ੍ਰਾਮ ਸਭਾ ਦਾ ਮੈਂਬਰ ਬਣਾ ਦਿੱਤਾ। ਚਲੋ ਇਸ ਵੀਡੀਓ ਨੂੰ ਦੇਖਣ ਦਾ ਕੋਈ ਤਾਂ ਫਾਇਦਾ ਹੋਇਆ। ਦੂਜਾ ਸਵਾਲ, ਗ੍ਰਾਮ ਸਭਾ ਬਣਾਉਂਦਾ ਕੌਣ ਹੈ? ਆਖਿਰ ਕੋਈ ਤਾਂ ਬਣਾਉਂਦਾ ਹੋਏਗਾ, ਕੋਈ ਸਰਪੰਚ, ਕੋਈ ਸਰਕਾਰੀ ਮਹਿਕਮਾ, ਕੋਈ ਮੰਤਰੀ, ਕੋਈ ਮੁਲਾਜ਼ਮ। ਜਵਾਬ ਹੈ ਗ੍ਰਾਮ ਸਭਾ ਬਣਿਆ ਬਣਾਇਆ ਹੈ, ਜਿਹਨੂੰ ਇੱਕੋ ਇੱਕ ਸੰਸਥਾ ਨੇ ਬਣਾਇਆ ਹੈ, ਇੱਕੋ ਇੱਕ ਹਸਤੀ ਨੇ ਬਣਾਇਆ ਹੈ, ਜੋ ਹੈ ਸਾਡਾ ਸੰਵਿਧਾਨ। इसका मतलब ग्राम सभा एक कानूनी मान्यता प्राप्त संगठन है। और तुसी पूछोगे कि चलो मान लिया ग्राम सभा पिंड के सारे वोटरों का एक ग्रुप है ते कानूनी मान्यता प्राप्त भी है, पर मेरे कामकाज या मेरे जीवन ਲਈ इसकी की अहमियत है? दोस्तों, ये ग्राम सभा ही है ਜਿਹੜੀ ਸਾਡੇ ਪਿੰਡ ਦਾ ਇੱਕ ਸਿਸਟਮ ਹੈ। ਜਦੋਂ ਅਸੀਂ ਮਿੱਤਰਾਂ ਨਾਲ ਬੈਠ ਕੇ ਇਹ ਗੱਲ ਕਰਦੇ ਹਾਂ ਕਿ ਸਾਡੇ ਦੇਸ਼ ਦਾ ਸਿਸਟਮ ਖਰਾਬ ਹੈ ਤੇ ਉਸ ਦਾ ਇੱਕ ਜ਼ਰੂਰੀ ਅੰਗ ਗ੍ਰਾਮ ਸਭਾ ਵੀ ਹੈ। ਮਤਲਬ ਜੇ ਅਸੀਂ ਆਪਣੇ ਪਿੰਡ ਦਾ ਸਿਸਟਮ ਠੀਕ ਕਰ ਲਈਏ ਤੇ ਕਾਫੀ ਹੱਦ ਤੱਕ ਆਪਣੇ ਦੇਸ਼ ਦਾ ਸਿਸਟਮ ਵੀ ਠੀਕ ਕਰ ਸਕਦੇ। ਪਿੰਡ ਵਿੱਚ ਕਿਹੜੇ ਡਿਵੈਲਪਮੈਂਟ ਦੇ ਕੰਮ ਕਰਾਉਣੇ ਨੇ, ਇਹ ਗ੍ਰਾਮ ਸਭਾ ਹੀ ਫੈਸਲੇ ਲੈਂਦਾ ਹੈ। ਜੀ ਹਾਂ, ਇੱਕ ਵਾਰੀ ਫਿਰ ਸੁਣ ਲਓ, ਪਿੰਡ ਦੇ ਸਾਰੇ ਫੈਸਲੇ ਗ੍ਰਾਮ ਸਭਾ ਲੈਂਦਾ ਹੈ, ਯਾਨੀ ਤੁਸੀਂ ਵੋਟਰ ਲੈਂਦੇ ਹੋ। ਚੌਂਕ ਗਏ ਦੋਸਤੋ? ਤੇ ਹੋਰ ਸੁਣੋ, ਤੁਸੀਂ ਗ੍ਰਾਮ ਸਭਾ ਯਾਨੀ ਪਿੰਡ ਦੇ ਬਾਸ਼ਿੰਦੇ ਇੰਨੇ ਤਾਕਤਵਰ ਹੋ ਕਿ ਤੁਸੀਂ ਜੇ ਮਤਾ ਪਾਸ ਕਰ ਦੋ ਤੇ ਪਿੰਡ ਚੋਂ ਲੰਘਣ ਵਾਲੀ ਸਾਰੀ ਗੱਡੀਆਂ ਦੇ ਉੱਪਰ ਤੁਸੀਂ ਇੱਕ ਟੋਲ ਟੈਕਸ ਲਾ ਸਕਦੇ ਹੋ। ਚਾਹੁੰਦੇ ਰਹੋ, ਇਹ ਤੁਹਾਡਾ ਮਤਾ ਇੰਨਾ ਤਾਕਤਵਰ ਹੈ ਕਿ ਕੋਈ ਚੀਫ ਮਿਨਿਸਟਰ, ਪ੍ਰਾਈਮ ਮਿਨਿਸਟਰ ਤੇ ਇੱਥੋਂ ਤੱਕ ਸੁਪਰੀਮ ਕੋਰਟ ਤੱਕ ਇਸ ਮਤੇ ਨੂੰ ਨਕਾਰ ਨਹੀਂ ਸਕਦਾ। ਮੇਰੀ ਇਸ ਗੱਲ ਦਾ ਯਕੀਨ ਨਹੀਂ ਤਾਂ ਸੁਣੋ ਇਹਨਾਂ ਮਿਸਾਲਾਂ। ਪਿੰਡ ਤਾਮਕੋਟ ਮਾਨਸਾ ਦੇ ਕੋਲ ਗ੍ਰਾਮ ਸਭਾ ਨੇ ਫੈਸਲਾ ਲਿਆ ਕਿ ਪਿੰਡ ਦੀ ਹੱਦ ਵਿੱਚ ਆਈ ਹੋਈ ਇੱਕ ਮੰਡੀ ਵਿੱਚ ਜੇ ਕੋਈ ਬੋਰੀ ਲੈ ਕੇ ਜਾਂਦਾ ਹੈ ਤੇ ਉਸ ਬੋਰੀ ਦੇ ਉੱਪਰ ਉਹਨੂੰ 1 ਰੁਪਏ ਦਾ ਟੈਕਸ ਦੇਣਾ ਪਏਗਾ। ਉਹਨਾਂ ਨੇ ਇਹ ਟੈਕਸ ਲਾਇਆ ਤੇ ਪਿੰਡ ਦੇ ਹੀ ਭਲਾਈ ਵਾਸਤੇ ਇਹਨਾਂ ਨੇ ਇਸ 1 ਰੁਪਏ ਦੀ ਜਿਹੜੀ ਬੋਰੀ ਦਾ ਟੈਕਸ ਲਾਇਆ ਉਹਨੂੰ ਖਰਚ ਕੀਤਾ। ਦੂਜੀ ਮਿਸਾਲ ਦੋਸਤੋ, ਇਸ ਮਿਸਾਲ ਨੂੰ ਧਿਆਨ ਨਾਲ ਸੁਣੋ। ਗ੍ਰਾਮ ਸਭਾ ਨੇ ਕਰੋੜਾਂ ਰੁਪਏ ਕਮਾਉਣ ਵਾਲੀ ਇੱਕ ਕੰਪਨੀ ਨੂੰ ਆਪਣੇ ਇਲਾਕੇ ਵਿੱਚ ਖਨਨ ਯਾਨੀ ਮਾਈਨਿੰਗ ਕਰਨ ਤੋਂ ਰੋਕ ਦਿੱਤਾ ਤੇ ਇਸ ਮਤੇ ਨੂੰ ਸੁਪਰੀਮ ਕੋਰਟ ਨੇ ਵੀ ਮੰਨਿਆ। ਗੱਲ ਹੈ ਨਿਆਮਗਿਰੀ ਜ਼ਿਲ੍ਹਾ ਉੜੀਸਾ ਦੀ ਇੱਕ ਵੱਡੀ ਕੰਪਨੀ ਦਾ ਖਨਨ ਦਾ ਕੰਮ ਸ਼ੁਰੂ ਕਰਨਾ ਹੀ ਸੀ। ਉਹਨੂੰ ਜ਼ਿਲ੍ਹੇ ਦੀ ਹਾਂਜੀ ਭਾਜੀ ਹੁਣਾਂ ਦਾ ਲੱਗਦਾ ਕੱਟ ਹੋ ਗਿਆ, ਵਿੱਚੋਂ ਇੰਟਰਨੈਟ ਕੱਟ ਹੋ ਗਿਆ ਉਹਨਾਂ ਦਾ। ਓਕੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਇਹਨਾਂ ਨੇ ਸਮਝਾਇਆ ਭਾਜੀ ਹੁਣੀ ਭਈ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਪਿੰਡ ਦੇ ਵਿੱਚ ਗ੍ਰਾਮ ਸਭਾ ਜਿਹੜੀ ਬੁਲਾ ਸਕਦੇ ਆ। ਭਾਜੀ ਤੁਸੀਂ ਵਰਿੰਦਰ ਭਾਜੀ ਤੁਸੀਂ ਕਰੋ ਇਹਦੇ ਬਾਰੇ ਗੱਲ। ਸੌਰੀ, ਮੈਂ ਤਾਂ ਇਹੀ ਕਹਿਣਾ ਸੀ ਅਮਰਵੀਰ ਜੀ ਕਿ ਸੁਖ ਧਾਲੀਵਾਲ ਜੀ ਨੇ ਆਪਾਂ ਨੂੰ ਅੱਜ ਜੁਆਇਨ ਕੀਤਾ, ਰਮਨਵੀਰ ਜੀ ਨੇ ਜੁਆਇਨ ਕੀਤਾ, ਤੁਸੀਂ ਇਹ ਪ੍ਰੋਗਰਾਮ ਸਾਰਾ ਅਰੇਂਜ ਕੀਤਾ, ਉਹ ਵੀ ਭਾਜੀ ਨੇ ਆਪਾਂ ਨੂੰ ਜਿਹੜੀ ਸਪੋਰਟ, ਟੈਕਨੀਕਲ ਸਪੋਰਟ ਦਿੱਤੀ। ਸੋ ਸਾਰੇ ਸਾਥੀਆਂ ਦਾ ਬੜਾ ਧੰਨਵਾਦ। ਬੜੀ ਖੁਸ਼ੀ ਹੋਈ ਕਿ ਐਟਲੀਸਟ ਆਪਾਂ ਇੱਕ ਪਲੇਟਫਾਰਮ ਤੇ ਰਲ ਕੇ ਸਾਰੇ ਜਣਿਆਂ ਨੇ ਇਸ ਜਿਹੜਾ ਕਿਸਾਨੀ ਅੰਦੋਲਨ ਹੈ ਇਸ ਤੇ ਚਰਚਾ ਕੀਤੀ। ਚਰਚਾ ਕਰਨ ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਇੱਕ ਦੂਸਰੇ ਤੋਂ ਕੁਛ ਨਾ ਕੁਛ ਸਿੱਖੀਏ। ਸੋ ਇੱਕ ਚੰਗੀ ਗੱਲ ਹੈ ਕਿ ਆਪਾਂ ਅੱਜ ਕਾਫੀ ਡਿਸਕਸ਼ਨ ਕੀਤੀ। ਹੋਪਫੁਲੀ ਇਹਨਾਂ ਚੀਜ਼ਾਂ ਤੋਂ ਸਿੱਖ ਕੇ, ਇਹਨਾਂ ਗੱਲਾਂ ਤੋਂ ਸਿੱਖ ਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਅੰਦੋਲਨ ਦੇ ਵਿੱਚ ਆਪਾਂ ਆਪਣਾ ਕਿੰਨਾ ਕੁ ਯੋਗਦਾਨ ਕਿਸ ਤਰੀਕੇ ਨਾਲ ਪਾ ਸਕਦੇ ਹਾਂ, ਉਸ ਵੱਲ ਨੂੰ ਆਪਾਂ ਤੁਰਾਂਗੇ। ਸੋ ਜਿੰਨੇ ਵੀ ਸਾਥੀ ਜੁੜੇ ਆ ਸਾਡੇ ਨਾਲ ਫੇਸਬੁੱਕ ਚਰਚਾ ਤੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਇਸ ਪ੍ਰੋਗਰਾਮ ਨੂੰ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ। ਥੈਂਕ ਯੂ ਸੋ ਮਚ। ਇਨਕਲਾਬ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ।